ਚੱਕ ਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਕੁਲਵੀਰ ਥਿੰਦ ਵੱਲੋਂ ਪੱਖ ਦੀਆਂ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਜੀ ਸੀਪੀ ਸਿੰਘ ਜੀ ਚੰਡੀਗੜ੍ਹ ਤੋਂ ਤੇ ਪ੍ਰਮੀਤ ਜੀ ਚੰਡੀਗੜ੍ਹ ਤੋਂ। ਸਵਾਗਤ ਹੈ ਤੁਹਾਡਾ ਪੱਖ ਦੀਆਂ ਖਬਰਾਂ ਵਿੱਚ। ਥੈਂਕ ਯੂ ਜੀ। ਨਾਲ ਹੀ ਸ਼ਬਦੀਸ਼ ਜੀ ਵੀ ਮੋਹਾਲੀ ਤੋਂ ਮੇਰੇ ਨਾਲ ਜੁੜੇ ਹੋਏ ਨੇ। ਸ਼ਬਦੀਸ਼ ਜੀ ਤੁਹਾਡਾ ਵੀ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਜਿਵੇਂ ਕਿ ਸਾਡੇ ਦਰਸ਼ਕ ਜਾਣਦੇ ਨੇ ਕਿ ਅਸੀਂ ਅਕਸਰ ਜਿਹੜੀ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਾਂ ਉਹ ਪੰਜਾਬ ਦੇ ਨਾਲ ਸੰਬੰਧਿਤ ਹੁੰਦੀ ਆ, ਪੰਜਾਬੀਆਂ ਦੇ ਨਾਲ ਸੰਬੰਧਿਤ ਹੁੰਦੀ ਆ। ਜਿਹੜੀ ਅੱਜ ਗੱਲਬਾਤ ਕਰਾਂਗੇ ਬਿਲਕੁਲ ਪੰਜਾਬ ਦੀ ਬਣੀ ਨਵੀਂ ਕਾਂਗਰਸ ਸਰਕਾਰ ਦੇ ਬਾਰੇ ਕਰਾਂਗੇ। ਉਹਨਾਂ ਦੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਉਹਨਾਂ ਵੱਲੋਂ ਆਪਣੇ ਮੈਨੀਫੈਸਟੋ ਨੂੰ ਦਿਮਾਗ ਦੇ ਵਿੱਚ ਰੱਖਦਿਆਂ ਜਾਂ ਮੈਨੀਫੈਸਟੋ ਨੂੰ ਸਾਹਮਣੇ ਰੱਖਦਿਆਂ ਹੋਇਆਂ ਕਰੀਬ 120 ਪੁਆਇੰਟਾਂ ਦੇ ਉੱਪਰ ਜਿਹੜੇ ਹੈਗੇ ਆ ਉਹ ਅਹਿਮ ਫੈਸਲੇ ਲਏ ਗਏ ਆ। ਫੈਸਲੇ ਵੀ ਅਜਿਹੇ ਕਿ ਜਿਹੜੇ ਸ਼ਾਇਦ ਕਾਂਗਰਸ ਤੋਂ ਜਿਹੜੇ ਹੈਗੇ ਅਸੀਂ ਉਮੀਦ ਨਹੀਂ ਕਰਦੇ ਸੀ, ਜਾਂ ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਦੇ ਵਿੱਚ ਬਹੁਤ ਸਾਰੀਆਂ ਸਰਕਾਰਾਂ ਤੋਂ ਅਸੀਂ ਉਮੀਦ ਨਹੀਂ ਕਰ ਸਕਦੇ ਉਹੋ ਜਿਹੇ ਫੈਸਲਿਆਂ ਦੀ। ਆਮ ਆਦਮੀ ਪਾਰਟੀ ਉਹੋ ਜਿਹੀਆਂ ਗੱਲਾਂ ਜ਼ਰੂਰ ਕਰਦੀ ਹੈ ਜਿਹੋ ਜਿਹੇ ਫੈਸਲੇ ਜਿਹੜੇ ਕਾਂਗਰਸ ਨੇ ਪੰਜਾਬ ਦੇ ਵਿੱਚ ਲਏ ਨੇ। ਆਮ ਆਦਮੀ ਪਾਰਟੀ ਦੇ ਕਿਤੇ ਨਾ ਕਿਤੇ ਉਸ ਤਰੀਕੇ ਦੇ ਮਨਸੂਬੇ ਜਿਹੜੇ ਸੀਗੇ ਪੰਜਾਬ ਦੇ ਵਿੱਚ ਅਗਰ ਸਰਕਾਰ ਆਉਂਦੀ, ਪਰ ਕਾਂਗਰਸ ਦੇ ਮੈਨੀਫੈਸਟੋ ਦੇ ਵਿੱਚ ਵੀ ਤਕਰੀਬਨ ਸੇਮ ਹੀ ਜਾਂ ਉਸੇ ਤਰੀਕੇ ਦੇ ਜਿਹੜੇ ਸਾਰੇ ਵਾਅਦੇ ਸੀ ਜਿਹੜੇ ਉਹਨਾਂ ਨੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ। ਬਿਲਕੁਲ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਬਹੁਤ ਸਾਰੇ ਫੈਸਲੇ ਆਏ ਨੇ, ਪਰ ਉਹਦੇ ਵਿੱਚੋਂ ਕੁਛ ਜਿਹੜੇ ਕਿ ਸਾਡੇ ਆਮ ਤੌਰ 'ਤੇ ਅਸੀਂ ਜਿਹੜੀ ਗੱਲਬਾਤ ਕਰਦੇ ਹਾਂ ਪੰਜਾਬ ਦੇ ਬਾਰੇ ਉਹਦੇ ਵਿੱਚ ਵਿਚਾਰ ਅਧੀਨ ਆਉਂਦੇ ਆ। ਜਾਂ ਪਿਛਲੇ ਸਮੇਂ ਦੌਰਾਨ ਜਦੋਂ ਇਲੈਕਸ਼ਨ ਦਾ ਮਾਹੌਲ ਚੱਲ ਰਿਹਾ ਸੀ ਉਸ ਵੇਲੇ ਬਹੁਤ ਮੁੱਦੇ ਜਿਹੜੇ ਨੇ ਬਹੁਤ ਅਹਿਮ ਰਹੇ ਨੇ ਜਿਨ੍ਹਾਂ ਦੇ ਉੱਪਰ ਸਿਆਸਤ ਕੀਤੀ ਗਈ ਆ, ਜਾਂ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਨ੍ਹਾਂ ਦੇ ਨਾਲ ਸਾਡੇ NRI ਵੀਰ ਜੁੜੇ ਹੋਏ ਨੇ, ਜਾਂ ਪੰਜਾਬ ਦੀ ਜਿਹੜੀ ਕਿਸਾਨੀ ਜੁੜੀ ਹੋਈ ਆ ਉਹਦੇ ਨਾਲ ਸੰਬੰਧਿਤ ਜਿੰਨੇ ਵੀ ਮੁੱਦੇ ਹੋਣਗੇ, ਪੰਜਾਬ ਦੇ ਆਮ ਲੋਕਾਂ ਦੇ ਨਾਲ ਸੰਬੰਧਿਤ ਜਿਹੜੇ ਮੁੱਦੇ ਹੈਗੇ ਨੇ ਉਹਨਾਂ ਦੀ ਜਿਹੜੀ ਹਾਈਲਾਈਟਡ ਕੁਛ ਚੀਜ਼ਾਂ ਹੈਗੀਆਂ ਨੇ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨਾ ਚਾਹਾਂਗਾ ਜੀ। 120 ਪੁਆਇੰਟਸ ਜਿਹੜੇ ਹੈਗੇ ਨੇ ਉਹਦੇ ਉੱਪਰ ਜਿਹੜੇ ਹੈਗੇ ਆ ਪਹਿਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਫੈਸਲੇ ਲਏ ਗਏ। ਉਹਦੇ ਵਿੱਚੋਂ ਪੰਜਾਬ ਦੇ ਵਿੱਚ ਕਰਜ਼ੇ ਵਾਲੇ ਕਿਸਾਨਾਂ ਦੀ ਜ਼ਮੀਨ ਦੀ ਨਿਲਾਮੀ, ਹੁਣ ਕੋਈ ਵੀ ਬੈਂਕ ਜਿਹੜੀ ਹੈਗੀ ਆ, ਕੋਈ ਵੀ ਸਰਕਾਰੀ ਅਦਾਰਾ ਜਾਂ ਬੈਂਕ ਜਾਂ ਕੋਈ ਵੀ ਜਿਹੜੀ ਹੈ ਕਿਸਾਨ ਅਗਰ ਕਰਜ਼ੇ ਥੱਲੇ ਆ ਉਹ ਪੈਸਾ ਵਾਪਸ ਨਹੀਂ ਕਰ ਪਾਇਆ, ਉਹਦੀ ਜਿਹੜੀ ਕੁਰਕੀ ਨਹੀਂ ਹੋ ਸਕਦੀ, ਨਿਲਾਮੀ ਨਹੀਂ ਹੋ ਸਕਦੀ, ਉਹਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ। VIP ਕਲਚਰ ਜਿਹੜਾ ਕਿ ਪੰਜਾਬ ਦੇ ਵਿੱਚ ਅਸੀਂ ਅਕਸਰ ਦੇਖਦੇ ਹਾਂ ਕਿ ਬਹੁਤ ਸਾਰੀਆਂ ਗੱਡੀਆਂ ਦੇ ਕਾਫਲੇ ਚੱਲਦੇ ਆ, ਲਾਲ ਬੱਤੀਆਂ ਲੱਗੀਆਂ ਹੁੰਦੀਆਂ, ਅੱਗੇ ਪਿੱਛੇ ਸਿਕਿਉਰਿਟੀ ਦੀਆਂ ਬਹੁਤ ਸਾਰੀਆਂ ਕਾਰਾਂ ਹੁੰਦੀਆਂ, ਔਰ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਇਹ ਕਾਫਲੇ ਜਿਹੜੇ ਹੈਗੇ ਮੰਤਰੀਆਂ ਤੇ ਜਾਂ ਮੁੱਖ ਮੰਤਰੀ ਦਾ ਕਾਫਲਾ ਜਾਂ ਹੋਰ ਜਿਹੜੇ ਵਿਧਾਇਕ ਸਾਹਿਬਾਨ ਹੈਗੇ ਉਹਨਾਂ ਦੇ ਫਾਸਲੇ ਲੰਘਦੇ ਆ, ਆਮ ਲੋਕਾਂ ਲਈ ਤਕਲੀਫਾਂ ਦਾ ਕਾਰਨ ਬਣਦੇ ਆ। ਉਹਦੇ ਉੱਪਰ ਪੂਰੇ ਤਰੀਕੇ ਦੇ ਨਾਲ ਬੈਨ ਲਗਾ ਦਿੱਤਾ ਗਿਆ ਕਾਂਗਰਸ ਸਰਕਾਰ ਵੱਲੋਂ। ਕੋਈ ਵੀ ਮੰਤਰੀ ਜਾਂ MLA ਜਿਹੜਾ ਹੈ ਉਹ ਲਾਲ ਬੱਤੀ ਵਾਲੀ ਜਿਹੜੀ ਗੱਡੀ ਨਹੀਂ ਚਲਾਊਗਾ। ਲਾਲ ਬੱਤੀ ਜਿਹੜੀ ਹੈਗੀ ਆ ਬਿਲਕੁਲ ਖਤਮ ਕਰ ਦਿੱਤੀ ਗਈ ਹੈ। ਸਿਰਫ ਤੇ ਸਿਰਫ ਜਿਹੜੇ ਜੱਜ ਹੋਣਗੇ ਜਾਂ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੋਣਗੀਆਂ ਉਹਨਾਂ ਦੇ ਉੱਪਰ ਜਿਹੜੀ ਹੈਗੀ ਆ ਲਾਲ ਬੱਤੀ ਦੀ ਪੰਜਾਬ ਦੇ ਵਿੱਚ ਪਰਮਿਸ਼ਨ ਹੋਵੇਗੀ, ਜਾਂ ਫਿਰ ਅਗਰ ਕੇਂਦਰ ਤੋਂ ਕੋਈ ਜਿਹੜੇ ਹੈਗੇ ਨੇ ਯੂਨੀਅਨ ਕੈਬਨਿਟ ਮਿਨਿਸਟਰ ਜਾਂ ਰਾਸ਼ਟਰਪਤੀ, ਉਪ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਆਉਂਦੇ ਨੇ ਉਹ ਪੰਜਾਬ ਦੇ ਵਿੱਚ ਲਾਲ ਬੱਤੀ ਲਾ ਕੇ ਗੱਡੀ ਜਿਹੜੀ ਹੈਗੀ ਆ ਉਹ ਚਲਾ ਸਕਣਗੇ। 2 ਸਾਲ ਤੱਕ ਕੋਈ ਵੀ ਜਿਹੜਾ ਵਿਧਾਇਕ ਜਾਂ ਮੰਤਰੀ ਹੈ ਕਾਂਗਰਸ ਸਰਕਾਰ ਦਾ ਉਹ ਵਿਦੇਸ਼ੀ ਦੌਰਾ ਜਿਹੜਾ ਹੈ ਉਹ ਨਹੀਂ ਕਰ ਸਕਦਾ। ਸਰਕਾਰੀ ਖਰਚੇ ਦੇ ਉੱਪਰ ਬਿਲਕੁਲ ਵੀ 2 ਸਾਲ ਤੱਕ ਜਿਹੜਾ ਹੈ ਬੈਨ ਲਗਾ ਦਿੱਤਾ ਗਿਆ ਕਿ ਕੋਈ ਵੀ ਮੰਤਰੀ ਜਾਂ ਕੋਈ ਵੀ ਉਹਨਾਂ ਦਾ ਵਿਧਾਇਕ ਜਿਹੜਾ ਹੈ ਉਹ ਸਰਕਾਰੀ ਖਰਚੇ ਦੇ ਉੱਪਰ ਪੰਜਾਬ ਤੋਂ ਬਾਹਰ ਨਹੀਂ ਜਾਏਗਾ ਜੀ। ਹੋਟਲਾਂ ਦੇ ਵਿੱਚ, ਪੈਲਸਾਂ ਦੇ ਵਿੱਚ, ਬੈਂਕਟ ਹਾਲਾਂ ਦੇ ਵਿੱਚ ਜਿਹੜੇ ਅਕਸਰ ਅਸੀਂ ਦੇਖਦੇ ਸਰਕਾਰੀ ਪ੍ਰੋਗਰਾਮ ਹੁੰਦੇ ਸੀ ਛੋਟੀ ਗੱਲ ਨੂੰ ਲੈ ਕੇ, ਉਹਨਾਂ ਦੇ ਉੱਪਰ ਵੀ ਟੋਟਲ ਰੋਕ ਲਗਾ ਦਿੱਤੀ ਹੈ ਜੀ ਪੰਜਾਬ ਸਰਕਾਰ ਨੇ। ਸਿਰਫ ਤੇ ਸਿਰਫ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਜਿਹੜੀ ਕੋਈ ਕੈਬਨਿਟ ਮਿਨਿਸਟਰ ਅਗਰ ਆਉਂਦਾ ਆ ਜਾਂ ਕੋਈ ਡੈਲੀਗੇਸ਼ਨ ਬਾਹਰੋਂ ਆਉਂਦਾ ਆ ਫੋਰਨ ਕੰਟਰੀ ਤੋਂ ਸਰਕਾਰੀ ਤੌਰ 'ਤੇ, ਤਾਂ ਉਹਦੇ ਵਾਸਤੇ ਜਿਹੜਾ ਹੋਟਲਾਂ ਜਾਂ ਪੈਲਸਾਂ ਦੇ ਵਿੱਚ ਅਰੇਂਜਮੈਂਟ ਹੋ ਸਕਦਾ। ਲੋਕਲ ਪੱਧਰ ਦੇ ਉੱਪਰ ਜਿਹੜਾ ਹੋਟਲ ਜਾਂ ਪੈਲਸ ਦੇ ਵਿੱਚ ਕਿਸੇ ਵੀ ਮੰਤਰੀ, ਵਿਧਾਇਕ ਨੂੰ ਜਿਹੜਾ ਹੈ ਜਾਂ ਕਿਸੇ ਵੀ ਅਧਿਕਾਰੀ ਨੂੰ ਜਿਹੜਾ ਹੈ ਉਹ ਖਰਚਾ ਕਰਨ ਦੀ ਪਰਮਿਸ਼ਨ ਜਿਹੜੀ ਬੰਦ ਕਰ ਦਿੱਤੀ ਗਈ ਆ। ਕੋਈ ਵੀ ਜਿਹੜਾ ਸਰਕਾਰੀ ਸਮਾਗਮ ਹੋਵੇਗਾ ਉਹਦੇ ਉੱਪਰ ਖਰਚਾ ਜਿਹੜਾ ਹੈ ਉਹ ਤਕਰੀਬਨ ਬੰਦ ਕਰ ਦਿੱਤਾ ਗਿਆ ਜੀ। ਨਵੀਂ ਐਕਸਾਈਜ਼ ਜਿਹੜੀ ਹੈਗੀ ਆ ਨੀਤੀ ਨੂੰ ਜਿਹੜੀ ਹੈ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇਗਾ, ਜਿਹਦੇ ਵਿੱਚ 450 ਠੇਕੇ ਜਿਹੜੇ ਬੰਦ ਕੀਤੇ ਜਾਣਗੇ। ਪਹਿਲਾਂ
6384 ਠੇਕੇ ਸੀ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ 5900 ਜਿਹੜੀ ਹੈਗੀ ਉਹਨਾਂ ਦੀ ਸੰਖਿਆ ਜਿਹੜੀ ਕਰਨ ਦੀ ਨਵੀਂ ਜਿਹੜੀ ਸੰਖਿਆ ਹੈਗੀ 5900 ਹੋ ਜਾਏਗੀ। ਔਰ 1 ਅਪ੍ਰੈਲ ਤੋਂ ਸ਼ਰਾਬ ਦੇ ਰੇਟ ਵਧਣਗੇ। ਦੇਸੀ ਸ਼ਰਾਬ ਜਿਹੜੀ ਹੈਗੀ 10 ਤੋਂ 15 ਰੁਪਏ ਔਰ ਅੰਗਰੇਜ਼ੀ ਸ਼ਰਾਬ 30 ਤੋਂ 40 ਰੁਪਏ ਮਹਿੰਗੀ ਕਰ ਦਿੱਤੀ ਜਾਊਗੀ। ਇਹ ਵੀ ਸਰਕਾਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਉਹ ਅਗਲੇ ਸਾਲ ਦੇ ਵਿੱਚ ਜਿਹੜਾ ਸ਼ਰਾਬ ਦਾ ਕੋਟਾ ਪੰਜਾਬ ਦੇ ਲਈ ਜਿਹੜਾ ਹੈ ਉਹ ਜਾਰੀ ਹੁੰਦਾ ਉਹਦਾ ਜਿਹੜਾ ਹੈ ਉਹਨੂੰ ਅੱਧਾ ਕਰ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ 5% ਹਰ ਸਾਲ ਸ਼ਰਾਬ ਦਾ ਕੋਟਾ ਘਟਾਇਆ ਜਾਵੇਗਾ ਤੇ ਹੌਲੀ ਹੌਲੀ ਜਿਹੜਾ ਪੰਜਾਬ ਦੇ ਵਿੱਚ ਸ਼ਰਾਬ ਦੀ ਪ੍ਰਵਿਰਤੀ ਆ ਉਹਨੂੰ ਘਟਾਇਆ ਜਾਵੇਗਾ। ਹਾਈਵੇ ਤੇ ਸਟੇਟ ਹਾਈਵੇ, ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਤੋਂ 500 ਮੀਟਰ ਦੇ ਹੱਦ ਦੇ ਅੰਦਰ ਜਿਹੜਾ ਹੈ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਹੋਵੇਗਾ। ਇਹਨੂੰ ਉਹਨਾਂ ਨੇ ਕਿਹਾ ਕਿ ਪੂਰਾ ਜਿਹੜਾ ਜ਼ੋਰ ਦੇ ਨਾਲ ਲਾਗੂ ਕੀਤਾ ਜਾਵੇਗਾ। ਔਰ ਇੱਕ ਸਿਸਟਮ ਜਿਹੜਾ ਹੈ ਉਹ ਅਕਾਲੀਆਂ ਦੀ ਸਰਕਾਰ ਵੇਲੇ ਆਇਆ ਸੀ L1A ਜਿਹੜਾ ਕਿ ਹੋਲਸੇਲ ਸ਼ਰਾਬ ਦੇ ਵਿੱਚ ਇੱਕ ਹੋਰ ਟਰਮ ਪਾ ਦਿੱਤੀ ਗਈ ਸੀ। ਹੋਲਸੇਲ ਜਿਹੜੀ ਸੀਗੀ ਹੋਲਸੇਲ ਕਰਨ ਵਾਸਤੇ L1A ਦਾ ਇੱਕ ਲਾਇਸੈਂਸ ਜਾਰੀ ਕੀਤਾ ਜਾਂਦਾ ਸੀ ਜਿਹਦੇ ਵਿੱਚ ਹੋਲਸੇਲਰ ਜਿਹੜੇ ਸੀ ਉਹ ਸ਼ਰਾਬ ਦੇ ਠੇਕਿਆਂ ਨੂੰ ਫੈਕਟਰੀਆਂ ਤੋਂ ਲੈ ਕੇ ਸਪਲਾਈ ਕਰਦੇ ਸੀ। ਉਸ ਲਾਇਸੈਂਸ ਸਿਸਟਮ ਨੂੰ ਖਤਮ ਕਰ ਦਿੱਤਾ ਗਿਆ। ਜਿਹੜੇ ਵੀ ਹੁਣ ਸ਼ਰਾਬ ਦੇ ਜਿਹੜੇ ਠੇਕੇਦਾਰ ਹੋਣਗੇ, ਜਿਹੜੇ ਠੇਕੇ ਲੈਣਗੇ, ਉਹ ਸਿੱਧੇ ਡਿਸਟਿਲਰੀਜ਼ ਤੋਂ ਫੈਕਟਰੀਆਂ ਤੋਂ ਕੋਲੋਂ ਆਪਣਾ ਜਿਹੜਾ ਪ੍ਰੋਡਕਟ ਉਹ ਖਰੀਦ ਸਕਣਗੇ। ਉਹਦੇ ਵਿੱਚੋਂ ਇੱਕ ਟਰਮ ਜਿਹੜੀ ਘਟਾ ਦਿੱਤੀ ਗਈ ਹੈ ਜੀ। ਪਹਿਲਾ ਵਿਧਾਨ ਸਭਾ ਦਾ ਸੈਸ਼ਨ 24 ਮਾਰਚ ਤੋਂ 29 ਮਾਰਚ ਤੱਕ ਹੋਵੇ, ਜਿਹਦੇ ਵਿੱਚ ਜਿੰਨੀਆਂ ਵੀ ਫਾਰਮੈਲਿਟੀਜ਼ ਹੈਗੀਆਂ ਸਹੁੰ ਚੁਕਾਉਣ ਦੀਆਂ ਜਾਂ ਸਪੀਕਰ ਦੀ ਚੋਣ ਜਾਂ ਜਿਹੜਾ ਰਾਜਪਾਲ ਦਾ ਭਾਸ਼ਣ ਆ ਉਹ ਉਹਦੇ ਦੌਰਾਨ ਹੋਵੇਗਾ ਜੀ। ਸਾਰੇ MLA ਤੇ ਮੰਤਰੀ ਜਿਹੜੇ ਕਾਂਗਰਸ ਦੇ ਇਸ ਵੇਲੇ ਹੈਗੇ ਨੇ ਉਹਨਾਂ ਦੇ ਉੱਪਰ ਇੱਕ ਚੀਜ਼ ਹੋਰ ਲਗਾ ਦਿੱਤੀ ਗਈ ਹੈ ਕਿ ਉਹ ਆਪਣੀ ਜਾਇਦਾਦ ਤੇ ਆਮਦਨ ਦਾ ਹਿਸਾਬ ਹਰ ਸਾਲ ਜਨਵਰੀ 1 ਨੂੰ ਜਿਹੜਾ ਹੈ ਉਹ ਵਿਧਾਨ ਸਭਾ ਦੇ ਵਿੱਚ ਜਮ੍ਹਾਂ ਕਰਾਉਣਗੇ ਜੀ। ਹਰ ਸਾਲ 5 ਸਾਲਾਂ ਵਾਸਤੇ ਉਹਨਾਂ ਦਾ ਟਰੈਕ ਰੱਖਿਆ ਜਾਊਗਾ। ਉਹਨਾਂ ਲਈ ਮੈਂਡੇਟਰੀ ਹੈ ਕਿ ਉਹਨਾਂ ਨੇ ਆਪਣਾ ਹਰ ਸਾਲ ਜਿਹੜਾ ਹੈ ਆਪਣੀ ਜ਼ਮੀਨ ਜਾਇਦਾਦ ਤੇ ਜਿਹੜਾ ਵੀ ਧਨ ਉਹਨਾਂ ਦੇ ਕੋਲ ਹੈਗੇ ਐਸੈਟਸ ਹੈਗੇ ਨੇ ਉਹਦਾ ਜਿਹੜਾ ਬਿਊਰਾ ਵਿਧਾਨ ਸਭਾ ਦੇ ਵਿੱਚ ਦੇਣਾ। ਇਸ ਵਾਰ ਜਿਹੜੇ ਚੁਣ ਕੇ ਆਏ ਨੇ ਉਹਨਾਂ ਨੂੰ ਜੁਲਾਈ ਜਿਹੜੀ ਹੈ ਫਸਟ ਜਿਹੜੀ ਹੈ ਉਹਨਾਂ ਨੂੰ ਤਰੀਕ ਦਿੱਤੀ ਗਈ ਹੈ ਕਿ ਉਹ ਆਪਣਾ ਜਿਹੜਾ ਜ਼ਮੀਨ ਜਾਇਦਾਦ ਦਾ ਬਿਊਰਾ ਉਹ ਜਿਹੜਾ ਹੈ ਉਹ ਵਿਧਾਨ ਸਭਾ ਵਿੱਚ ਜਮ੍ਹਾਂ ਕਰਾਉਣ। ਹਲਕਾ ਇੰਚਾਰਜ ਸਿਸਟਮ ਜਿਹੜਾ ਕਿ ਬੜਾ ਕੰਟਰੋਵਰਸ਼ੀਅਲ ਰਿਹਾ। ਬਾਦਲ ਸਰਕਾਰ ਦੇ ਵੇਲੇ ਜਿਹੜੇ ਹਲਕੇ ਦੇ ਵਿੱਚ ਉਹਨਾਂ ਦੇ MLA ਨਹੀਂ ਸੀ ਉੱਥੇ ਉਹਨਾਂ ਨੇ ਆਪਣੇ ਹਲਕਾ ਇੰਚਾਰਜ ਲਗਾਏ ਸੀ ਤੇ ਉਹ ਜਿਹੜੇ ਦੂਸਰੀਆਂ ਪਾਰਟੀਆਂ ਦੇ ਵਿਰੋਧੀ ਧਿਰਾਂ ਦੇ MLA ਸੀ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਕਾਫੀ ਦਿੱਕਤ ਆ ਰਹੀ ਸੀ। ਹਲਕਾ ਇੰਚਾਰਜ ਜਿਹੜੇ ਸੀ ਉਹ ਤਕਰੀਬਨ ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਸੀ ਉਹਨੂੰ ਕੰਟਰੋਲ ਕਰ ਰਹੇ ਸੀ, ਜਿਹੜੇ ਕਿ ਕਰਪਸ਼ਨ ਦਾ ਬਹੁਤ ਵੱਡਾ ਕਾਰਨ ਸੀ। ਉਹ ਹਲਕਾ ਇੰਚਾਰਜ ਦਾ ਸਿਸਟਮ ਜਿਹੜਾ ਹੈ ਉਹ ਕੈਪਟਨ ਸਾਹਿਬ ਨੇ ਪੂਰਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਜੀ। DTO ਦੀ ਪੋਸਟ ਜਿਹੜੀ ਹੈਗੀ ਆ ਖਤਮ ਕਰ ਦਿੱਤੀ ਗਈ ਹੈ। DTO ਦੀ ਥਾਂ ਤੇ ਹੁਣ SDM ਜਿਹੜਾ ਹੈ DTO ਵਾਲੇ ਸਾਰੇ ਕੰਮ ਜਿਹੜੇ ਉਹ ਸੰਭਾਲਣਗੇ ਜੀ। ਜਿਹੜੀ ਨਵੀਂ ਟਰਾਂਸਪੋਰਟ ਨੀਤੀ ਆ ਉਹਦਾ ਐਲਾਨ ਕੀਤਾ ਗਿਆ ਜਿਹਦੇ ਵਿੱਚ ਮਿੰਨੀ ਬੱਸਾਂ ਵਾਲਿਆਂ ਨੂੰ ਤੇ ਜਿਹੜਾ ਕੋਈ ਸਿੰਗਲ ਬੱਸ ਪਰਮਿਟ ਹੈਗੇ ਆ ਉਹਨਾਂ ਨੂੰ ਤਰਜੀਹ ਦਿੱਤੀ ਜਾਵੇਗੀ ਤੇ ਜਿਹੜੇ ਗਲਤ ਪਰਮਿਟ ਲੈ ਕੇ ਜਾਂ ਬਹੁਤ ਸਾਰੇ ਅਜਿਹੇ ਰੂਟ ਜਿਨ੍ਹਾਂ ਦੇ ਉੱਪਰ ਸਰਕਾਰੀ ਬੱਸਾਂ ਦੇ ਜਿਹੜੇ ਟਾਈਮ ਹੈਗੇ ਬਦਲ ਕੇ ਪ੍ਰਾਈਵੇਟ ਬੱਸਾਂ ਨੂੰ ਬਾਦਲ ਸਰਕਾਰ ਵੱਲੋਂ ਦਿੱਤੇ ਗਏ ਸੀਗੇ ਆਪਣੀ ਇਨਕਮ ਵਧਾਉਣ ਵਾਸਤੇ, ਉਹਨਾਂ ਨੂੰ ਜਿਹੜਾ ਹੈ ਵਾਪਸ ਲਿਆ ਜਾਵੇਗਾ। ਤੇ ਇੱਥੇ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜਾ ਨੈਕਸਸ ਟਰਾਂਸਪੋਰਟੇਸ਼ਨ ਦੇ ਵਿੱਚ ਸੀ ਬਾਦਲ ਸਰਕਾਰ ਵੱਲੋਂ ਬਣਾਇਆ ਗਿਆ ਜਾਂ ਅਕਾਲੀਆਂ ਵੱਲੋਂ ਬਣਾਇਆ ਗਿਆ ਉਹਨੂੰ ਤੋੜਨ ਦੀ ਇੱਕ ਕੋਸ਼ਿਸ਼ ਕੀਤੀ ਜਾਵੇਗੀ ਜੀ। ਬਹੁਤ ਸਾਰੇ ਪੁਆਇੰਟ ਨੇ ਜੀ। ਮੈਂ ਆਪਣੇ ਸਾਥੀ ਪੈਨਲਿਸਟਾਂ ਨੂੰ ਚਾਹਾਂਗਾ ਕਿ ਆਪਾਂ ਸਾਰੇ ਪਹਿਲਾਂ ਡਿਸਕਸ ਕਰ ਲਈਏ, ਉਸ ਤੋਂ ਬਾਅਦ ਗੱਲਬਾਤ 'ਤੇ ਚਲੀਏ ਜਾਂ ਇੰਨੇ ਪੁਆਇੰਟਾਂ 'ਤੇ ਆਪਾਂ ਪਹਿਲਾਂ ਡਿਸਕਸ ਸ਼ੁਰੂ ਕਰ ਲਈਏ। ਕੀ ਤੁਹਾਡਾ ਖਿਆਲ ਹੈ ਜੀ? ਪਹਿਲਾਂ ਇਹਨਾਂ ਤੇ ਕਰ ਲਓ ਜੀ। ਹਾਂ ਬਿਲਕੁਲ। ਇਹਨਾਂ ਵਿੱਚੋਂ ਜਿਹੜਾ ਸਭ ਤੋਂ ਮੇਰਾ ਖਿਆਲ ਹੈ VIP ਕਲਚਰ ਦੇ ਉੱਪਰ ਜਿਹੜੀ ਉਹਨਾਂ ਨੇ ਕਰਾਰੀ ਸੱਟ ਕੀਤੀ ਹੈ। ਮਨਪ੍ਰੀਤ ਬਾਦਲ ਸ਼ੁਰੂ ਤੋਂ ਇਹਦੇ ਹੱਕ ਦੇ ਵਿੱਚ ਰਹੇ ਸੀ। VIP ਕਲਚਰ ਉਹ ਖਤਮ ਕਰਨ ਦੀ ਗੱਲ ਕਰਦੇ ਹੁੰਦੇ ਸੀ। ਉਹ ਆਪਣੀ ਇਨੋਵਾ ਆਪ ਡਰਾਈਵ ਕਰਦੇ ਰਹੇ ਨੇ, ਬੱਤੀ ਤੋਂ ਬਗੈਰ ਚਲਾਉਂਦੇ ਰਹੇ ਨੇ। ਈਵਨ ਬਾਦਲ ਸਰਕਾਰ ਦੇ ਵਿੱਚ ਮੰਤਰੀ ਹੁੰਦਿਆਂ ਹੋਇਆ ਵੀ ਉਹਨਾਂ ਦਾ ਇਸ ਤਰੀਕੇ ਦਾ ਹੀ ਜਿਹੜਾ ਸਾਧਨ ਸੀ, ਬਹੁਤ ਘੱਟ ਸਿਕਿਉਰਿਟੀ ਦੇ ਨਾਲ ਚੱਲਦੇ ਸੀ। ਸਭ ਤੋਂ ਪਹਿਲਾਂ ਮੈਂ ਪ੍ਰਾਮੀ ਜੀ ਤੁਹਾਡੇ ਤੋਂ ਸ਼ੁਰੂ ਕਰੂੰਗਾ ਜੀ। ਕੀ ਲੱਗਦਾ ਤੁਹਾਨੂੰ ਕਿ ਜਿਸ ਤਰੀਕੇ ਦੇ ਨਾਲ ਇਹ ਸਾਰੇ ਫੈਸਲੇ ਆਏ ਆ ਇਹਨਾਂ ਦੇ ਉੱਪਰ ਤੁਹਾਨੂੰ ਮਨਪ੍ਰੀਤ ਬਾਦਲ ਦਾ ਕਿੰਨਾ ਪ੍ਰਭਾਵ ਲੱਗਦਾ ਜਿਹੜੇ ਸ਼ੁਰੂਆਤੀ ਫੈਸਲੇ ਆਏ ਆ? ਕੁਲਵੀਰ ਜੀ, ਇਸ ਤਰ੍ਹਾਂ ਹੈਗਾ ਕਿ ਜਿਹੜੇ ਫੈਸਲੇ ਕੈਬਨਿਟ ਨੇ ਕੀਤੇ ਹੈਗੇ ਨੇ VIP ਕਲਚਰ ਨੂੰ ਖਤਮ ਕਰਨ ਵਾਸਤੇ, ਇਹ ਬਿਲਕੁਲ ਬੜੇ ਇਫੈਕਟਿਵ ਹੈਗੇ ਨੇ ਔਰ ਮਨਪ੍ਰੀਤ ਬਾਦਲ ਦਾ ਇਹਦੇ ਤੇ ਪ੍ਰਭਾਵ ਪੈਣਾ ਬਿਲਕੁਲ ਲਾਜ਼ਮੀ ਹੈ। ਕਿਤੇ ਨਾ ਕਿਤੇ ਮਨਪ੍ਰੀਤ ਬਾਦਲ ਨੇ ਸ਼ੁਰੂ ਤੋਂ ਜਿਹੜਾ ਆਪਣੀ ਇੱਕ ਪਰਸਨੈਲਿਟੀ ਰੱਖੀ ਹੈ, ਉਹਨੂੰ ਇੱਕ ਸਾਦੇ ਇੱਕ ਲੀਡਰ ਦੇ ਤੌਰ ਤੇ ਰੱਖੀ ਆ। ਉਹ
ਇੱਕ ਆਪਣੇ ਆਪ ਨੂੰ ਇਹ ਦਰਸਾਉਂਦੇ ਰਹੇ ਨੇ ਕਿ ਉਹ ਹਮੇਸ਼ਾ ਇੱਕ ਸੈਲਫ ਮੇਡ ਬੰਦੇ ਨੇ, ਸੈਲਫ ਮੇਡ ਤਰੀਕੇ ਨਾਲ ਉਹ ਲੋਕਾਂ ਦੇ ਵਿੱਚ ਵਿਚਰਦੇ ਨੇ, ਸਾਦਗੀ ਦੇ ਨਾਲ ਜਾਂਦੇ ਨੇ, ਸਾਦਗੀ ਦੇ ਨਾਲ ਗੱਲ ਕਰਦੇ ਨੇ। ਮੈਂ ਆਪਣੇ ਜਰਨਲਿਜ਼ਮ ਕੈਰੀਅਰ ਦੇ ਵਿੱਚ ਕਦੇ ਵੀ ਮਨਪ੍ਰੀਤ ਬਾਦਲ ਨੂੰ ਕਿਸੇ ਮੀਡੀਆ ਪਰਸਨ ਨਾਲ ਜਾਂ ਕਿਸੇ ਬੰਦੇ ਦੇ ਨਾਲ ਮੈਂ ਕਦੇ ਔਖਾ ਭਾਰਾ ਜਾਂ ਹੈਂਕੜੀ ਦੇ ਵਿੱਚ ਆਕੜ ਦੇ ਵਿੱਚ ਗੱਲ ਕਰਦੇ ਨਹੀਂ ਦੇਖਿਆ। ਹਮੇਸ਼ਾ ਨਿਮਰਤਾ ਵਾਲਾ ਉਹਨਾਂ ਨੇ ਵਤੀਰਾ ਹਮੇਸ਼ਾ ਰੱਖਿਆ। ਸੋ ਕਿਤੇ ਨਾ ਕਿਤੇ ਇਸ ਫੈਸਲੇ ਦੇ ਉੱਪਰ ਮਨਪ੍ਰੀਤ ਬਾਦਲ ਦਾ ਪ੍ਰਭਾਵ ਪੈਣਾ ਬਿਲਕੁਲ ਠੀਕ ਹੈਗਾ, ਲਾਜ਼ਮੀ ਹੈ ਕਿ ਉਹ ਇਹਨੂੰ ਮੈਂ ਇੱਕ ਇਸ ਹਿਸਾਬ ਨਾਲ ਵੀ ਦੇਖ ਸਕਦਾ ਕਿ ਕਿਤੇ ਨਾ ਕਿਤੇ ਜਿਹੜੀ ਕੈਪਟਨ ਸਰਕਾਰ ਹੈ ਉਹਨੇ ਆਪਣੇ ਖਰਚੇ ਘਟਾਉਣ ਵਾਸਤੇ ਇਹ ਸਾਰੀ ਕਾਰਵਾਈ ਕੀਤੀ ਹੈ। ਹਾਲਾਂਕਿ ਆਮਦਨ ਵਧਾਉਣ ਵਾਸਤੇ ਹਲੇ ਜਿਹੜੀ ਕਾਰਵਾਈ ਕਰਨੀ ਉਹ ਹਲੇ ਆਪਾਂ ਨੂੰ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲੇਗੀ। ਪਰ ਇਹਦੇ ਨਾਲ ਇੱਕ ਲਾਸਟ ਜਿਹੜੀ ਮੈਂ ਗੱਲ ਇਹ ਵੀ ਕਰਨਾ ਚਾਹੁੰਦਾ ਕਿ ਹਲੇ ਕੈਪਟਨ ਸਰਕਾਰ ਨੂੰ ਆਪਾਂ ਨੂੰ ਇਹਨਾਂ ਸਾਰੇ ਫੈਸਲਿਆਂ ਦਾ ਇਨਕਲੂਡਿੰਗ VIP ਕਲਚਰ ਦਾ ਵੀ ਉਹ ਲਾਗੂ ਕਰਨ ਵਾਸਤੇ 6 ਮਹੀਨੇ ਦਾ ਘੱਟੋ ਘੱਟ ਟਾਈਮ ਆਪਾਂ ਨੂੰ ਦੇਣਾ ਚਾਹੀਦਾ। ਹਲੇ ਆਪਾਂ ਅੱਜ ਹੀ ਇਹਨੂੰ ਐਨਾਲਿਸਿਸ ਨਹੀਂ ਕਰ ਸਕਦੇ ਕਿ ਬਹੁਤ ਵਧੀਆ ਫੈਸਲਾ, ਇਹ ਫੈਸਲਾ ਕਿਸ ਤਰ੍ਹਾਂ ਲਾਗੂ ਕੀਤਾ ਜਾਂਦਾ, ਕਿੰਨੀ ਸ਼ਿੱਦਤ ਦੇ ਨਾਲ ਇਹਦੇ ਤੇ ਅਮਲ ਕੀਤਾ ਜਾਂਦਾ, ਇਹ ਵੀ ਚੀਜ਼ ਇੱਕ ਦੇਖਣੀ ਪਏਗੀ। ਐਂਡ ਇੱਕ ਹੋਰ ਗੱਲ ਹੈ ਕਿ VIP ਕਲਚਰ ਦੇ ਨਾਲ VIP ਐਟੀਟਿਊਡ ਵੀ ਜਿਹੜਾ ਉਹ ਖਤਮ ਕਰਨਾ ਚਾਹੀਦਾ, ਜ਼ਰੂਰੀ ਹੈ। ਕਿਉਂਕਿ ਜਿਹੜੇ ਮਿਨਿਸਟਰਸ ਹੈਗੇ ਨੇ, MLAs ਹੈਗੇ ਨੇ, ਉਹਨਾਂ ਦੇ ਪਰਿਵਾਰਕ ਮੈਂਬਰ ਨੇ, ਉਹਨਾਂ ਦੇ ਜਿਹੜੇ ਉਹਨਾਂ ਨੂੰ ਲੋਕ ਜਿਹੜੇ ਸਰਾਊਂਡ ਕਰਦੇ ਨੇ, ਉਹ VIP ਐਟੀਟਿਊਡ ਆਲਵੇਜ਼ ਮੇਨਟੇਨ ਕਰਦੇ ਹੀ ਕਰਦੇ ਨੇ। ਸੋ ਕਿਤੇ ਨਾ ਕਿਤੇ VIP ਕਲਚਰ ਦੇ ਨਾਲ VIP ਐਟੀਟਿਊਡ ਨੂੰ ਵੀ ਖਤਮ ਕਰਕੇ ਆਮ ਲੋਕਾਂ ਦੇ ਵਿੱਚ ਉਹਨਾਂ ਨੂੰ ਵਿਚਰਨਾ ਚਾਹੀਦਾ। ਆਮ ਲੋਕਾਂ ਨੂੰ ਆਪਣੇ ਲੀਡਰ ਨਾਲ ਗੱਲ ਕਰਨ ਵਾਸਤੇ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ, ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਮਤਲਬ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਰੁਕੋ ਜੀ ਹਲੇ ਆ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ, ਸਾਫ਼ ਦੂਰ ਨੇ, ਇਹ ਚੀਜ਼ ਨਹੀਂ। ਉਹ ਠੀਕ ਹੈ, ਹਰ ਚੀਜ਼ ਦਾ ਇੱਕ ਸਮਾਂ ਹੁੰਦਾ, ਇੱਕ ਸਿਸਟਮ ਹੁੰਦਾ, ਬਟ ਫਿਰ ਵੀ ਇੱਕ VIP ਐਟੀਟਿਊਡ ਜਿਹੜਾ ਉਹ ਜ਼ਰੂਰ ਮੈਂ ਉਮੀਦ ਕਰਾਂਗਾ ਕਿ ਕੈਪਟਨ ਦੀ ਸਰਕਾਰ ਦੇ ਜਿਹੜੇ ਮੰਤਰੀ ਦੇ ਜਿਹੜੇ ਵਿਧਾਇਕ ਹੈਗੇ ਨੇ ਉਹ ਆਪਣੇ ਆਪ ਚੋਂ ਖਤਮ ਕਰਨਗੇ ਜੀ। ਜੇ ਆਪਾਂ ਥੋੜਾ ਜਿਹਾ ਹੋਰ ਜਿਹੜਾ ਉਹਨਾਂ ਦੇ ਮੰਤਰੀ ਔਰ ਵਿਧਾਇਕਾਂ ਦੇ ਉੱਪਰ, ਇੱਕ ਤਾਂ VIP ਕਲਚਰ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਲਾਲ ਬੱਤੀ ਨਹੀਂ ਲਾਉਣਗੇ। ਦੂਸਰੀ ਗੱਲ ਆ ਸਿਕਿਉਰਿਟੀ ਜਿਹੜੀ ਹੈਗੀ ਆ ਉਹਨੂੰ 95% ਤੱਕ ਕੱਟ ਕੀਤਾ ਗਿਆ ਜੀ। ਤੀਸਰੀ ਗੱਲ ਆ ਉਹਨਾਂ ਦੇ ਉੱਪਰ ਇਹ ਟਰਮ ਲਗਾ ਦਿੱਤੀ ਗਈ ਆ ਕਿ ਉਹ ਹਰ ਸਾਲ ਆਪਣੀ ਜ਼ਮੀਨ ਜਾਇਦਾਦ ਤੇ ਜਿੰਨਾ ਵੀ ਉਹਨਾਂ ਦਾ ਕੋਈ ਧਨ ਦੌਲਤ ਹੈਗੀ ਉਹਦਾ ਬਿਊਰਾ ਦੇਣਗੇ। ਇੱਕ ਹੋਰ ਚੀਜ਼ ਜਿਹੜੀ ਉਹਨਾਂ ਨੇ ਕੀਤੀ ਆ ਉਹ ਕੀਤੀ ਹੈ ਕਿ ਜਿਹੜੀ ਤਨਖਾਹ ਅਨਾਉਂਸ ਤੇ ਰੀਇੰਬਰਸਮੈਂਟ ਹੋਏਗੀ ਹਰ ਮਹੀਨੇ, ਜਿਹੜਾ ਉਹਨਾਂ ਦਾ ਸਰਕਾਰੀ ਖਰਚਾ ਹੋਏਗਾ ਤਨਖਾਹ ਦੇ ਇਨਕਲੂਡਿੰਗ ਉਹ ਜਿਹੜਾ ਖਰਚਾ ਹੈ ਉਹ ਹਰ ਮਹੀਨੇ ਜਿਹੜੀ ਸਰਕਾਰੀ ਵੈਬਸਾਈਟ ਹੈਗੀ ਆ ਉਹਦੇ ਉੱਪਰ ਅਪਡੇਟ ਕੀਤਾ ਜਾਏਗਾ ਔਰ ਉਸ ਖਰਚੇ ਨੂੰ ਪਬਲਿਕ ਕੀਤਾ ਜਾਏਗਾ। ਇਹ ਵੀ ਮੇਰਾ ਖਿਆਲ ਹੈ ਇੱਕ ਉਸ ਚੀਜ਼ ਨੂੰ ਰੋਕਣ ਵਾਸਤੇ ਹੀ ਜਿਹੜਾ ਇੱਕ ਉਹਨਾਂ ਦਾ ਕਦਮ ਮੰਨਿਆ ਜਾ ਸਕਦਾ। ਇੱਕ ਹੋਰ ਚੀਜ਼ ਜਿਹੜੀ ਉਹਨਾਂ ਨੇ ਕੀਤੀ ਆ ਕਿ ਜਿਹੜਾ ਮੰਤਰੀਆਂ ਦੀ ਔਰ ਜਿਹੜੇ ਵਿਧਾਇਕਾਂ ਦੀ ਧੌਂਸ ਹੁੰਦੀ ਆ ਉਹ ਲੋਕਲ ਐਡਮਿਨਿਸਟ੍ਰੇਸ਼ਨ ਦੇ ਉੱਪਰ ਬਹੁਤ ਜ਼ਿਆਦਾ ਹੁੰਦੀ ਆ, ਉਹਨਾਂ ਦੇ ਉੱਪਰ ਕੰਟਰੋਲ ਬਹੁਤ ਜ਼ਿਆਦਾ ਹੁੰਦਾ, ਉਹਨਾਂ ਨੂੰ ਆਜ਼ਾਦੀ ਨਾਲ ਕੰਮ ਕਰਨ ਤੋਂ ਜਿਹੜਾ ਰੋਕਿਆ ਵੀ ਜਾਂਦਾ ਵਿਧਾਇਕਾਂ ਵੱਲੋਂ। ਉਹਨੂੰ ਘੱਟ ਕਰਨ ਵਾਸਤੇ ਜਿਹੜਾ ਉਹਨਾਂ ਦਾ ਇੱਕ ਹੋਰ ਫੈਸਲਾ ਆਇਆ ਕਿ ਜਦੋਂ ਵੀ ਕੋਈ ਮਿਨਿਸਟਰ ਜਾਂ CM ਕਿਸੇ ਵੀ ਹਲਕੇ ਦੇ ਵਿੱਚ ਜਾਏਗਾ ਉੱਥੇ ਦਾ ਜਿਹੜਾ ਸਰਕਾਰੀ ਪ੍ਰਸ਼ਾਸਨ ਹੈ ਤੇ ਪੁਲਿਸ ਪ੍ਰਸ਼ਾਸਨ ਹੈ ਉਹ ਜਿਹੜਾ ਆਪਣੇ ਕੰਮਕਾਜ ਹੈਗੇ ਉਹ ਰੂਟੀਨ ਦੇ ਨਾਲ ਕਰੇਗਾ। ਸਿਰਫ ਤੇ ਸਿਰਫ ਅਗਰ ਕਿਸੇ ਵਿਧਾਇਕ ਨੂੰ ਜਾਂ ਕਿਸੇ ਮੰਤਰੀ ਨੂੰ ਉੱਥੋਂ ਕਿਸੇ ਸਰਕਾਰੀ ਅਫੀਸ਼ੀਅਲ ਦੀ ਲੋੜ ਪਵੇਗੀ ਤਾਂ ਉਹ ਉਹਨੂੰ ਪਹਿਲਾਂ ਇਨਫੋਰਮ ਕਰੇਗਾ ਔਰ ਉਹਦੀ ਅਪਰੂਵਲ ਜਿਹੜੀ ਉਹ ਲੈ ਕੇ ਉਹਨੂੰ ਤੰਗ ਪਰੇਸ਼ਾਨ ਕਰੇਗਾ। CP ਜੀ, ਕੀ ਲੱਗਦਾ ਤੁਹਾਨੂੰ ਇੰਨਾ ਸਾਰਾ ਕੁਝ ਬਿਲਕੁਲ ਨਵਾਂ ਹੋਵੇਗਾ ਕਾਂਗਰਸ ਦੇ ਵਿਧਾਇਕਾਂ ਵਾਸਤੇ ਇਸ ਸਿਸਟਮ ਦੇ ਵਿੱਚ ਆਪਣੇ ਆਪ ਨੂੰ ਢਾਲਣਾ? ਕਿੰਨੀ ਕੁ ਉਮੀਦ ਰੱਖਦੇ ਤੁਸੀਂ ਕਾਂਗਰਸ ਦੇ ਵਿਧਾਇਕਾਂ ਤੋਂ ਕਿ ਜਿਹੜਾ ਇਹ ਨਵਾਂ ਸਿਸਟਮ ਜਿਹੜਾ ਹੈ ਕੈਬਨਿਟ ਦੇ ਵਿੱਚ ਫਾਈਨਲ ਕੀਤਾ ਗਿਆ, ਖਾਸ ਕਰਕੇ ਵਿਧਾਇਕਾਂ ਨੂੰ ਲੈ ਕੇ, ਕਿ ਉਹ ਕਿੱਦਾਂ ਰਹਿਣਗੇ, ਉਹ ਕਿੱਦਾਂ ਵਿਚਰਨਗੇ, ਉਹ ਕਿੱਦਾਂ ਕੰਮ ਕਰਨਗੇ, ਕਿੰਨਾ ਕੁ ਕਾਮਯਾਬ ਹੋ ਸਕਦਾ? ਕੁਲਬੀਰ ਜੀ, ਜਿੰਨੇ ਵੀ ਡਿਸੀਜਨ ਉਦੋਂ ਲਿੱਤੇ ਗਏ 18 ਤਰੀਕ ਨੂੰ ਕੈਬਨਿਟ ਮੀਟਿੰਗ ਦੇ ਵਿੱਚ, ਉਹਦੇ ਵਿੱਚ ਇੱਕ ਚੀਜ਼ ਤਾਂ ਕਲੀਅਰ ਹੈ ਕਿ ਜੋ ਗੱਲਾਂ ਕਾਂਗਰਸ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਕੀਤੀਆਂ ਸੀਗੀਆਂ ਉਹਦੇ ਉੱਪਰ ਉਹਨਾਂ ਨੇ ਉਸ ਦਿਨ ਮੋਹਰ ਲਗਾ ਦਿੱਤੀ ਹੈ ਔਰ ਮੋਹਰ ਲਗਾਉਣ ਦੇ ਨਾਲ ਨਾਲ ਉਹਨਾਂ ਨੇ ਇਸ ਚੀਜ਼ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ। ਔਰ ਤੁਸੀਂ MLAs ਦੀ ਗੱਲ ਕੀਤੀ, ਐਕਚੁਅਲੀ ਕੁਐਸਚਨ ਬਾਰ-ਬਾਰ ਇਹੀ ਉੱਠਦਾ ਸੀ ਕਿ ਲੋਕਾਂ ਦੇ ਉੱਪਰ ਤਾਂ ਅਸੀਂ ਸਭ ਕੁਝ ਥੋਪ ਦਿੰਦੇ ਆ ਲੇਕਿਨ ਅਸੀਂ ਆਪਣੇ ਉੱਪਰ ਕੁਝ ਨਹੀਂ ਕਰਦੇ। ਸੋ ਕੈਪਟਨ ਸਾਹਿਬ ਨੇ ਇੱਕ ਸ਼ੁਰੂਆਤ ਜਿਹੜੀ ਹੈ ਉਹ ਆਪਣੇ MLAs ਤੋਂ ਹੀ ਕੀਤੀ ਹੈ ਤਾਂ ਕਿ ਲੋਕਾਂ ਦੇ ਵਿੱਚ ਇਹ ਇੱਕ ਮਾਡਲ ਬਣ ਸਕੇ ਕਿ MLA ਉਹ ਚੀਜ਼ ਫੋਲੋ ਕਰ ਰਹੇ ਹੈ ਔਰ ਬਾਕੀ ਜਿਹੜੇ ਹਲਕਾ ਇੰਚਾਰਜ ਛੋਟੇ ਹੋਰ ਜਿਹੜੇ MLAs ਦੇ ਨੀਚੇ ਕੰਮ ਕਰਦੇ ਹੁੰਦੇ ਨੇ, ਪੂਰਾ ਜਿਹੜਾ ਉਹ ਸਾਰਾ ਸਟਾਫ ਹੈ ਉਸ ਚੀਜ਼ ਨੂੰ ਅਡਾਪਟ ਕਰਨਾ ਈਜ਼ੀ ਹੋ ਜਾਂਦਾ ਹੈ। तो कितना ना कितने शुरुआत बहुत अच्छी है, मैं तो कहना उन्हें आगाज बहुत अच्छा है, बट कितना ना कितने फ्यूचर ਦੇ ਵਿੱਚ ਜਾ ਕੇ ਕਿੰਨੀ ਇੰਪਲੀਮੈਂਟ ਹੁੰਦੀ ਹੈ ਇਹ ਚੀਜ਼ ਦੇਖਣ ਵਾਲੀ ਰਹੂਗੀ। ਪਰ ਜਿਵੇਂ ਉਹਨਾਂ ਨੇ ਉਸ ਦਿਨ ਇਹ ਡਿਸੀਜਨ ਲਿੱਤੇ ਨੇ, ਚਾਹੇ ਉਹ MLAs ਦੇ ਰਿਗਾਰਡਿੰਗ ਹੋਣ, ਚਾਹੇ ਉਹ ਪੁਲਿਸ ਪ੍ਰਸ਼ਾਸਨ ਦੇ ਰਿਗਾਰਡਿੰਗ ਹੋਣ, ਕਿਉਂਕਿ ਦੇਖੋ ਜਿੰਨੇ ਵੀ MLAs ਨੂੰ ਸਿਕਿਉਰਿਟੀਜ਼ ਮਿਲੀਆਂ ਹੋਈਆਂ ਸੀਗੀਆਂ, ਉਹਨਾਂ ਨੂੰ ਸਿਕਿਉਰਿਟੀ ਬੈਕਨਸ ਮਿਲੇ ਹੋਏ ਸੀ, ਉਹ ਸਾਰੇ ਦੇ ਸਾਰੇ ਤਕਰੀਬਨ 6000 ਪੁਲਿਸ ਮੁਲਾਜ਼ਮ ਹੈ ਜਿਹੜੇ ਉਹ ਉਹਨਾਂ ਨੇ ਵਾਪਸ ਬੁਲਾਏ, ਜਿਹੜੇ ਕਿ ਉਹਨਾਂ MLAs ਉਹਨਾਂ ਮਿਨਿਸਟਰਸ ਦੇ ਜਾਂ ਜਿਹੜੇ ਐਕਸ ਉੱਥੇ ਮਿਨਿਸਟਰ ਸੀਗੇ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਲੱਗੇ ਹੋਏ ਸੀ। ਸੋ ਕਿਤੇ ਨਾ ਕਿਤੇ ਇੱਕ ਬਹੁਤ ਵਧੀਆ ਸ਼ੁਰੂਆਤ ਕੀਤੀ ਉਹਨਾਂ ਨੇ
ਹਰ ਇੱਕ ਸਟੈਪ ਨੂੰ ਟੱਚ ਕੀਤਾ ਉਹਨਾਂ ਨੇ। 120 ਡਿਸੀਜਨ ਲਿੱਤੇ ਨੇ ਜਿਹੜੇ ਮੇਨ ਇੰਪੋਰਟੈਂਟ ਡਿਸੀਜਨ ਸੀਗੇ, ਉਹ ਸਾਰੇ ਦੇ ਸਾਰੇ ਉਹਨਾਂ ਨੇ ਇੰਪਲੀਮੈਂਟ ਕਰਨ ਵਾਸਤੇ ਸ਼ੁਰੂਆਤ ਕਰ ਦਿੱਤੀ ਹੈ। ਚਾਹੇ ਉਹਦੇ ਵਿੱਚ ਤੁਸੀਂ MLA ਦੀ ਜਾਇਦਾਦ ਦਾ ਬਿਊਰਾ ਹੋਵੇ, ਚਾਹੇ ਉਹਦੇ ਵਿੱਚ 450 ਠੇਕੇ ਆ ਜਿਹੜੇ 500 ਮੀਟਰ ਦੇ ਅੰਦਰ ਆਉਂਦੇ ਨੇ ਹਾਈਵੇ ਦੇ, ਉਹ ਉਹਨਾਂ ਨੂੰ ਬੰਦ ਕਰਨ ਦੀ ਗੱਲ ਕੀਤੀ ਹੋਵੇ। ਕਿਤੇ ਨਾ ਕਿਤੇ ਸ਼ੁਰੂਆਤ ਅੱਛੀ ਹੋ ਗਈ ਹੈ, ਪਰ ਹੁਣ ਦੇਖਣਾ ਇਹ ਹੈ ਕਿ ਉਹ ਠੇਕੇ ਬੰਦ ਹੋਣ ਦੇ ਨਾਲ ਜਿਹੜਾ ਰੈਵਨਿਊ ਹੈ ਉਹ ਸਾਡਾ ਕਿੱਥੋਂ ਆਏਗਾ। ਔਰ ਸੈਕੰਡਲੀ ਜਦੋਂ MLA ਦੀ ਅਸੀਂ ਸਿਕਿਉਰਿਟੀ ਜਾਂ MLA ਨੂੰ ਰੈੱਡ ਬੈਕਨ ਨਹੀਂ ਦਿੰਦੇ ਅਸੀਂ, ਤਾਂ ਉਹ ਉਸ ਚੀਜ਼ ਨੂੰ, ਉਸ MLA ਨੂੰ ਜਦੋਂ ਪਬਲਿਕਲੀ ਜਾਂਦੇ ਨੇ ਜਾਂ ਪਬਲਿਕ ਐਡਰੈਸਿੰਗ ਦੇ ਵਿੱਚ ਜਾਂਦੇ ਜਾਂ ਪਬਲਿਕ ਪ੍ਰੋਗਰਾਮ ਦੇ ਵਿੱਚ ਜਾਣਗੇ, ਉਸ ਨੂੰ ਸਿਕਿਉਰਿਟੀ ਨੂੰ ਜਿਹੜੀ ਉਹਨਾਂ ਦੀ ਸਿਕਿਉਰਿਟੀ ਹੈ ਉਸ ਨੂੰ ਕਿਵੇਂ ਮੈਨੇਜ ਕੀਤਾ ਜਾਊਗਾ। ਸੈਕੰਡ ਗੱਲ ਆ ਜਾਂਦੀ ਹੈ ਕਿ ਜਿਹੜੇ ਹੋਰ ਇਹਨਾਂ ਨੇ ਜਾਇਦਾਦ ਦਾ ਬਿਊਰਾ ਦੇਣ ਲਈ ਕਿਹਾ, ਉਹ ਬਿਊਰਾ ਜਿਹੜਾ ਉਹ ਰੀਅਲ ਆਉਂਦਾ ਹੈ ਜਾਂ ਨਹੀਂ ਆਉਂਦਾ। ਮੇਰਾ ਖਿਆਲ ਹੈ, ਇੱਕ ਮਿੰਟ ਤਾਂ ਰੋਕਾਂਗਾ। ਜਦੋਂ ਵੀ ਕੋਈ ਵੀ ਵਿਧਾਇਕ ਜਿਹੜਾ ਹੈ ਕਿਸੇ ਸਮਾਗਮ ਦੇ ਵਿੱਚ, ਕਿਸੇ ਵੀ ਪ੍ਰੋਗਰਾਮ ਦੇ ਵਿੱਚ ਜਾਂਦਾ, ਜਿਹੜੀ ਉੱਥੇ ਦੀ ਲੋਕਲ ਪੁਲਿਸ ਹੁੰਦੀ ਆ, ਅਕਸਰ ਜਿਹੜਾ ਹੈ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਸ ਸਮਾਗਮ ਦੇ ਵਿੱਚ ਦੀ ਜਿਹੜੀ ਸਿਕਿਉਰਿਟੀ ਕਰਨੀ, ਸੁਰੱਖਿਆ ਕਰਨੀ। ਔਰ ਇਹੀ ਜਿਹੜਾ ਸਿਸਟਮ ਹੈ, ਇਸ ਤੋਂ ਜਿੰਨੀ ਸਿਕਿਉਰਿਟੀ ਇਹ ਨਾਲ ਲੈ ਕੇ ਚੱਲਦੇ ਸੀ, ਇਹ ਸਾਰੀ ਐਡੀਸ਼ਨਲ ਸਿਕਿਉਰਿਟੀ ਹੁੰਦੀ ਸੀ ਜਿਹੜੀ ਲੋਕਲ ਲੈਵਲ ਦੇ ਉੱਪਰ ਸਿਕਿਉਰਿਟੀ ਪ੍ਰੋਵਾਈਡ ਕਰਵਾਈ ਜਾਂਦੀ ਸੀ, ਉਸ ਤੋਂ ਅਲੱਗਾ ਹੁੰਦੀ ਸੀ ਜੀ। ਬਿਲਕੁਲ, ਇਸ ਕਰਕੇ ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਕੋਈ ਇਸ਼ੂ ਆਏਗਾ। ਨਾਲ ਅਲਾਇਦਾ ਦੇ ਨਾਲ ਉਹ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਹੁੰਦੀ ਸੀ। ਸੋ ਬਿਲਕੁਲ ਹਟਾਉਣ ਨਾਲੋਂ ਆਈ ਥਿੰਕ ਕੁਝ ਇੱਕ ਸਿਕਿਉਰਿਟੀ ਉਹਨਾਂ ਨੂੰ ਜ਼ਰੂਰ ਦੇਣੀ ਪਊ, ਕਿਉਂਕਿ ਪ੍ਰੋਗਰਾਮ ਤੋਂ ਪਹਿਲਾਂ ਉਹਨਾਂ ਨੇ ਰਸਤਿਆਂ ਦੇ ਵਿੱਚੋਂ ਵੀ ਲੰਘਣਾ ਹੁੰਦਾ ਔਰ ਹੋਰ ਵੀ ਮਤਲਬ ਇਸ਼ੂ ਸਿਕਿਉਰਿਟੀ ਉਹਨਾਂ ਨੇ ਪੂਰੀ ਨਹੀਂ ਹਟਾਈ ਹੈ, ਸਿਕਿਉਰਿਟੀ ਘਟਾਈ ਹੈ। ਆਗਾਜ਼ ਬਹੁਤ ਅੱਛਾ ਕੀਤਾ ਉਹਨਾਂ ਨੇ, ਘਟਾਈ ਹੈ, ਬਿਲਕੁਲ ਘਟਾਈ ਹੈ, ਔਰ ਉਹ ਆਗਾਜ਼ ਬਹੁਤ ਅੱਛਾ ਕੀਤਾ। ਹੁਣ ਅੱਗੇ ਫਿਊਚਰ ਦੇ ਵਿੱਚ ਕਿੱਦਾਂ ਉਹ ਇੰਪਲੀਮੈਂਟੇਸ਼ਨ ਕਰਦੇ ਨੇ। ਔਰ ਦੇਖੋ ਉਮੀਦ ਬਹੁਤ ਵੱਡੀ ਜਤਾਈ ਜਾ ਰਹੀ ਹੈ ਪੰਜਾਬ ਦੀ ਜਨਤਾ ਵੱਲੋਂ ਵੀ, ਜਿਸ ਤਰ੍ਹਾਂ ਦੇ ਉਹਨਾਂ ਨੇ ਡਿਸੀਜਨ ਲਿੱਤੇ ਨੇ। ਔਰ ਈਵਨ ਕਿ ਉਹਨਾਂ ਨੇ ਹੋਰ ਬਹੁਤ ਸਾਰੇ ਇਦਾਂ ਦੇ ਸਟੈਪ ਨੂੰ ਚੁਣਿਆ ਵਿੱਚੋਂ ਜਾਂ ਸਟੈਪ ਨੂੰ ਛੇੜਿਆ, ਜਿਹੜੇ ਕਿ ਆਪਾਂ ਕੰਜੈਕਟਿਵ ਅੱਗੇ ਟਾਈਮ ਦੇ ਵਿੱਚ ਡਿਸਕਸ ਕਰਾਂਗੇ। ਲੇਕਿਨ ਕਿਤੇ ਨਾ ਕਿਤੇ ਮੈਂ ਫਿਰ ਦੁਬਾਰਾ ਕਹੂੰਗਾ, ਸ਼ੁਰੂਆਤ ਕੈਪਟਨ ਸਾਹਿਬ ਨੇ ਬਹੁਤ ਅੱਛੀ ਕੀਤੀ ਜੀ। ਸ਼ਬਦੀਪ ਜੀ ਮੇਰੇ ਨਾਲ ਜੁੜੇ ਹੋਏ ਨੇ। ਸ਼ਬਦੀਪ ਜੀ, ਅਸੀਂ ਕੁਛ ਇੱਕ ਪੁਆਇੰਟ ਡਿਸਕਸ ਕੀਤੇ, ਉਹਨਾਂ ਵਿੱਚੋਂ ਅਸੀਂ ਜਿਹੜੇ ਉਹਨਾਂ ਦੇ ਮੰਤਰੀ ਤੇ ਵਿਧਾਇਕਾਂ ਦੇ ਉੱਪਰ ਜਿਹੜੀ ਹੈਗੀ ਆ ਨਵੇਂ ਤਰੀਕੇ ਜਿਹੜੇ ਹੈਗੇ ਆ ਉਹ ਜਿਹੜੇ ਉਹਨਾਂ ਨੂੰ ਦਿੱਤੇ ਗਏ ਆ, ਨਵੇਂ ਤਰੀਕੇ ਨਾਲ ਕੰਮ ਕਰਨ ਲਈ ਇੱਕ ਉਹਨਾਂ ਨੂੰ ਪ੍ਰੋਗਰਾਮ ਦਿੱਤਾ ਗਿਆ। ਕੀ ਲੱਗਦਾ ਤੁਹਾਨੂੰ ਕਾਂਗਰਸ ਜਿਹੜੀ ਹੈਗੀ ਆ ਉਹ ਕਿੰਨੀ ਕੁ ਕਾਮਯਾਬ ਹੋਏਗੀ ਆਪਣੇ ਵਿਧਾਇਕਾਂ ਨੂੰ ਨਾਲ ਲੈ ਕੇ ਇਸ ਸਾਰੇ ਪ੍ਰੋਗਰਾਮ ਦੇ ਉੱਪਰ ਜਿਹੜੀ ਹੈਗੀ ਆ ਆਪਣੀ ਸਰਕਾਰ ਚਲਾਉਣ ਲਈ? ਕੁਲਬੀਰ ਜੀ, ਜਦੋਂ ਇਲੈਕਸ਼ਨ ਹੁੰਦੀ ਆ ਤਾਂ ਚੁਣੇ ਜਾਣ ਤੋਂ ਬਾਅਦ ਜਿਹੜੇ ਨੁਮਾਇੰਦੇ ਸਾਡੇ ਸਾਹਮਣੇ ਆਉਂਦੇ ਨੇ, ਅਸੀਂ ਉਹਨਾਂ ਨੂੰ ਆਮ ਤੌਰ ਦੇ ਉੱਤੇ ਲੋਕ ਸੇਵਕ ਸ਼ਬਦ ਦੇ ਨਾਲ ਮੁਖਾਤਬ ਹੁੰਦੇ ਆ। ਜਦੋਂ ਉਹ ਚੋਣਾਂ ਦੇ ਵਿੱਚ ਲੋਕਾਂ ਕੋਲੇ ਅਪੀਲ ਕਰਦੇ ਨੇ ਤਾਂ ਉਦੋਂ ਵੀ ਉਹ ਅਕਸਰ ਇੱਕ ਸ਼ਬਦ ਦਾ ਇਸਤੇਮਾਲ ਕਰਦੇ ਨੇ ਕਿ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ। ਪਰ ਜਦੋਂ ਅਸੀਂ ਪ੍ਰੈਕਟਿਸ ਦੇਖਦੇ ਹਾਂ ਤਾਂ ਅਸੀਂ ਅਕਸਰ ਸ਼ਿਕਾਇਤ ਕਰਦੇ ਹਾਂ ਕਿ ਮੌਕਾ ਸੇਵਾ ਕਰਨ ਦਾ ਹੀ ਮੰਗਿਆ ਜਾਂਦਾ, ਮੌਕਾ ਲੋਕ ਸੇਵਕ ਬਣਨ ਦਾ ਹੀ ਮੰਗਿਆ ਜਾਂਦਾ, ਪਰ ਸੇਵਾ ਦਾ ਜੋ ਮੇਵਾ ਮਿਲਦਾ ਉਹ ਮੁੜ ਕੇ ਜਨਤਾ ਤੱਕ ਨਹੀਂ ਪਹੁੰਚਦਾ। ਉਹ ਅਕਸਰ ਸਾਡੇ ਨੇਤਾਵਾਂ ਤੱਕ ਸਿਮਟ ਕੇ ਰਹਿ ਜਾਂਦਾ ਔਰ ਮੰਨ ਲਿਆ ਜਾਂਦਾ ਵਾ ਕਿ ਸਿਆਸਤ ਵੀ ਹੁਣ ਇੱਕ ਧੰਦਾ ਹੈ। ਔਰ ਅੱਜ ਦੀ ਤਰੀਕ ਦੇ ਵਿੱਚ ਜਦੋਂ ਕਾਂਗਰਸ ਪਾਰਟੀ ਕੁਝ ਨਵੇਂ ਫੈਸਲੇ ਲੈ ਰਹੀ ਆ, ਸਵਾਗਤਯੋਗ ਕਿਸਮ ਦੇ ਫੈਸਲੇ ਲੈ ਰਹੀ ਆ, ਤਾਂ ਅਸੀਂ ਇੱਕ ਵਾਰ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਅਸੀਂ ਇੱਕ ਨਵੀਂ ਕਿਸਮ ਦੀ ਕਾਂਗਰਸ ਨੂੰ ਵੇਖਣ ਜਾ ਰਹੇ ਹਾਂ। ਉਹ ਕਿੰਨੀ ਸਫਲ ਹੋਵੇਗੀ, ਕਿੰਨੀ ਨਹੀਂ ਹੋਵੇਗੀ, ਇਹਦੇ ਬਾਰੇ ਸਵਾਲੀਆ ਨਿਸ਼ਾਨ ਖੜੇ ਕੀਤੇ ਜਾ ਸਕਦੇ ਨੇ। ਪਰ ਅਸੀਂ ਇੱਕ ਗੱਲ ਤੇ ਅਸੀਂ ਮੰਨ ਕੇ ਚੱਲਾਂਗੇ ਕਿ ਜਿਹੜੀ ਕਾਂਗਰਸ ਦੇ ਦਰਸ਼ਨ ਪੰਜਾਬ ਦੇ ਵਿੱਚ ਹੁਣ ਲੋਕ ਕਰਨ ਜਾ ਰਹੇ ਨੇ, ਉਹ ਪਹਿਲਾਂ ਵਰਗੀ ਕਾਂਗਰਸ ਬਿਲਕੁਲ ਵੀ ਨਹੀਂ ਹੈ। ਜਿਸ ਕਿਸਮ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਲੀ ਉਹਨਾਂ ਦੀ ਟੈਨਿਓਰ ਦੇ ਵਿੱਚ ਲੋਕਾਂ ਨੇ ਵੇਖਿਆ ਸੀ, ਉਹ ਕੈਪਟਨ ਅਮਰਿੰਦਰ ਸਿੰਘ ਨਾ ਚੋਣ ਮੁਹਿੰਮ 'ਚ ਨਜ਼ਰ ਆਏ ਨੇ, ਨਾ ਚੋਣ ਮੁਹਿੰਮ ਤੋਂ ਬਾਅਦ ਪਹਿਲੀ ਕੈਬਨਿਟ ਦੇ ਕੀਤੇ ਗਏ ਫੈਸਲਿਆਂ ਦੇ ਵਿੱਚ ਨਜ਼ਰ ਆਏ ਨੇ। ਉਹ ਬਿਲਕੁਲ ਅਲੱਗ ਕਿਸਮ ਦੀ ਇੱਕ ਕਲਚਰ ਦੇ ਵਿੱਚ ਵਿਚਰਦੇ ਹੋਏ ਨਜ਼ਰ ਆ ਰਹੇ ਨੇ, ਜਿਸ ਕਲਚਰ ਨੂੰ ਉਹਨਾਂ ਨੇ ਪ੍ਰਮੋਟ ਕਰਨ ਦਾ ਯਤਨ ਕੀਤਾ। ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਬਦਲੀ ਹੋਈ ਕਾਂਗਰਸ ਹੈ ਜਾਂ ਪੰਜਾਬ ਦੇ ਬਦਲੇ ਹੋਏ ਮਾਹੌਲ ਦੇ ਵਿੱਚ ਕਾਂਗਰਸ ਦੀ ਮਜਬੂਰੀ ਹੈ ਕਿ ਉਹਨੇ ਇਸ ਤਰੀਕੇ ਨਾਲ ਬਿਹੇਵ ਕਰਨਾ। ਜੇ ਇਹ ਮਜਬੂਰੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਬਤ ਹੋਏਗਾ ਕਿ ਅਸਲ ਦੇ ਵਿੱਚ ਇਹ ਕਾਂਗਰਸ ਦਾ ਬਦਲਿਆ ਹੋਇਆ ਕਲਚਰ ਨਹੀਂ, ਉਹਦੀ ਮਜਬੂਰੀ ਹੈ। ਪਰ ਅਸੀਂ ਇਸ ਗੱਲ ਦੀ ਤਵੱਕੂ ਕਰੀਏ ਕਿ ਇਹ ਕਲਚਰ ਮਜਬੂਰੀ ਨਾ ਹੋਵੇ ਉਹਨਾਂ ਦਾ, ਬਲਕਿ ਸੱਚਮੁੱਚ ਉਹਨਾਂ ਦੀ ਇੱਕ ਕਮਿਟਮੈਂਟ ਦੀ ਸ਼ਕਲ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਨਜ਼ਰ ਆਵੇ, 5 ਸਾਲਾਂ ਤੱਕ ਨਜ਼ਰ ਆਵੇ। ਜਿਹੜਾ ਅਸੀਂ ਮੁੱਢਲੇ ਦਿਨਾਂ ਦੇ ਵਿੱਚ ਦੇਖ ਰਹੇ ਹਾਂ ਉਹ ਆਖਰੀ ਦਿਨ ਤੱਕ ਸਾਨੂੰ ਨਜ਼ਰ ਆਉਂਦਾ ਰਹੇ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਵੀਂ ਸਰਕਾਰ ਬਣਾਏ ਜਾਣ ਦੀ ਹੋਣ ਵਾਲੀਆਂ ਚੋਣਾਂ ਤੱਕ ਜਾ ਰਹੀ ਹੋਵੇ।
ਜੇ ਜਿੱਥੋਂ ਆਪਾਂ ਤੱਕ ਗੱਲ ਕਰੀਏ ਮਨਪ੍ਰੀਤ ਸਿੰਘ ਬਾਦਲ ਦਾ ਸੰਬੰਧ ਹੈ, ਉਹਦੇ ਲਈ ਇਸ ਕਲਚਰ ਨੂੰ ਅਪਣਾਉਣਾ ਤੇ ਲਾਗੂ ਕਰਨਾ, ਇਹਦੇ ਬਾਰੇ ਗੱਲਾਂ ਕਰਨਾ ਕੋਈ ਨਵੀਂ ਗੱਲ ਨਹੀਂ ਹੈ, ਕਿਉਂਕਿ ਉਹ ਸਿਰਫ ਗੱਲਾਂ ਨਹੀਂ ਸੀ ਕਰਦੇ, ਉਹ ਉਸ ਸਰਕਾਰ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਬਿਹੇਵ ਕਰਦੇ ਸੀ ਜਿਹੜੀ ਸਰਕਾਰ ਬਿਲਕੁਲ ਦੂਜੇ ਕਲਚਰ ਲਈ ਜਾਣੀ ਜਾਂਦੀ ਹੈ, ਜਿਹੜੀ ਸਰਕਾਰ ਵੱਡੀਆਂ ਵੱਡੀਆਂ ਸਿਕਿਉਰਟੀਆਂ ਲੈ ਕੇ ਚੱਲਣ ਲਈ ਜਾਣੀ ਜਾਂਦੀ ਹੈ, ਜਿਹੜੀ ਸਰਕਾਰ ਗੱਡੀਆਂ ਦੇ ਕਾਫਲੇ ਲੈ ਕੇ ਚੱਲਣ ਲਈ ਜਾਣੀ ਜਾਂਦੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਉਹਦੇ ਵਿੱਤ ਮੰਤਰੀ ਹੁੰਦੇ ਹੋਏ ਵੀ ਬਹੁਤ ਸਾਦਗੀ ਦੇ ਨਾਲ ਚੱਲਦੇ ਹੋਏ ਨਜ਼ਰ ਆਉਂਦੇ ਰਹੇ ਨੇ, ਔਰ ਉਹਨਾਂ ਦੀ ਜਿਹੜੀ ਸਾਦਗੀ ਵਿਅਕਤੀਗਤ ਪੱਧਰ ਦੇ ਉੱਤੇ ਨਜ਼ਰ ਆਉਂਦੀ ਸੀ, ਉਹ ਸਾਦਗੀ ਹੁਣ ਪੰਜਾਬ ਦੀ ਕਾਂਗਰਸ ਸਰਕਾਰ ਦੇ ਬਹੁਤ ਸਾਰੇ ਲੋਕਾਂ ਦੇ ਵਿੱਚ ਨਜ਼ਰ ਆਏਗੀ। ਔਰ ਜਿਨ੍ਹਾਂ ਲੋਕਾਂ ਨੂੰ ਪਿਛਲੇ ਤਜਰਬੇ ਦੇ ਵਿੱਚ ਕੁਝ ਆਦਤਾਂ ਪਈਆਂ ਸਨ, ਉਹਨਾਂ ਨੂੰ ਆਪਣੀਆਂ ਆਦਤਾਂ ਤਬਦੀਲ ਕਰਨ ਦੇ ਵਿੱਚ ਕਿੰਨੀ ਦਿੱਕਤ ਆਏਗੀ ਇਨ ਪ੍ਰੈਕਟਿਸ, ਇਹ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖ ਸਕਾਂਗੇ। ਪਰ ਅਸੀਂ ਫੌਰੀ ਤੌਰ ਦੇ ਉੱਤੇ ਜੇ ਇਹ ਕਹੀਏ ਕਿ ਇਹ ਸਿਰਫ ਡਰਾਮੇਬਾਜ਼ੀ ਹੈ, ਇਹ ਨੌਟੰਕੀਬਾਜ਼ੀ ਹੈ, ਤਾਂ ਮੈਨੂੰ ਲੱਗਦਾ ਹਾਲ ਦੀ ਘੜੀ ਇਹ ਥੋੜਾ ਜਿਹਾ ਇੱਕ ਓਵਰ ਐਨਾਲਿਸਿਸ ਵਰਗੀ ਗੱਲ ਹੋਏਗੀ। ਸਾਨੂੰ ਜੋ ਫੈਸਲੇ ਲਏ ਗਏ ਨੇ, ਖਾਸ ਕਰਕੇ ਉਹਨਾਂ ਫੈਸਲਿਆਂ ਦੇ ਵਿੱਚ ਖਰਚੇ ਘਟਦੇ ਹੋਏ ਨਜ਼ਰ ਆਉਂਦੇ ਨੇ। ਕੱਲ ਤੱਕ ਜਿਹੜੀਆਂ ਸਰਕਾਰਾਂ ਈਵਨ ਆਪੋਜੀਸ਼ਨ 'ਚ ਰਹਿੰਦੇ ਹੋਏ ਮੁੱਢਲੇ ਰੂਪ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਸੀ ਕਿ ਆਬਕਾਰੀ ਵਿਭਾਗ ਨੂੰ ਅਸੀਂ ਬੰਦ ਨਹੀਂ ਕਰ ਸਕਦੇ, ਅਸੀਂ ਵੱਧ ਤੋਂ ਵੱਧ ਇਹ ਗੱਲ ਕਰ ਸਕਦੇ ਹਾਂ ਕਿ ਠੇਕੇ ਧਾਰਮਿਕ ਅਸਥਾਨਾਂ ਤੋਂ ਦੂਰ ਚੱਕ ਦਿੱਤੇ ਜਾਣ। ਇਸ ਤੋਂ ਵੱਡੀ ਤਬਦੀਲੀ ਅਸੀਂ ਨਹੀਂ ਕਰ ਸਕਦੇ। ਹੁਣ ਜਦੋਂ ਉਹਨਾਂ ਨੇ ਵੀ ਫੈਸਲਾ ਲਿਆ ਕਿ ਕੁਝ ਠੇਕੇ ਘਟਾ ਦਿੱਤੇ ਜਾਣਗੇ, ਉਹਨਾਂ ਦੀ ਇੱਕ ਗਿਣਤੀ ਵੀ ਦੱਸੀ ਗਈ ਹੈ। ਫਿਰ ਸ਼ਰਾਬ ਦੇ ਵਿੱਚ ਜਿਹੜੇ ਖਰੀਦੋ ਫਰੋਖਤ ਦੇ ਵਿੱਚ ਠੇਕੇਦਾਰਾਂ ਤੱਕ ਪਹੁੰਚਾਉਣ ਦੇ ਵਿੱਚ ਵਿਚਾਲੇ ਜਿਹੜਾ ਕਮਾਈਆਂ ਕਰਨ ਵਾਲੇ ਲੋਕ ਸੀ, ਉਹ ਕੜੀ ਨੂੰ ਵੀ ਤੋੜਿਆ ਗਿਆ। ਤਾਂ ਇਜ਼ਹਾਰ ਇਹੀ ਹੁੰਦਾ ਕਿ ਇਹਦੇ ਨਾਲ ਜਿਹੜੀ ਕੁਝ ਕਮਾਈ ਪੰਜਾਬ ਸਰਕਾਰ ਦੀ ਘਟਣ ਜਾ ਰਹੀ ਹੈ, ਔਰ ਇਹ ਘਟਣ ਵਾਲੀ ਕਮਾਈ ਦਾ ਰਿਸਕ ਉਦੋਂ ਲਿਆ ਜਾ ਰਿਹਾ ਜਦੋਂ ਪੰਜਾਬ ਸਰਕਾਰ ਨੂੰ ਵਧੇਰੇ ਜਿਹੜੀ ਕਮਾਈ ਕਰਨ ਵਾਲੀ ਬਣ ਕੇ ਵਧੇਰੇ ਲੋਕਾਂ ਦੀ ਸੇਵਾ ਕਰਨ ਦੇ ਲਈ ਸਾਧਨ ਜੁਟਾਏ ਜਾਣ ਦੀ ਲੋੜ ਬਣੀ ਹੋਈ ਹੈ। ਮੈਂ ਸਮਝਦਾ ਹਾਲ ਦੀ ਘੜੀ ਅਸੀਂ ਇਹੀ ਕਹੀਏ ਕਿ ਸਭ ਕੁਝ ਬਹੁਤ ਸਵਾਗਤਯੋਗ ਹੈ, ਔਰ ਪੰਜਾਬ ਦੇ ਲੋਕਾਂ ਨੂੰ ਇਸ ਪਰਖ ਕਸੌਟੀ ਦੇ ਉੱਤੇ ਉਹਨਾਂ ਨੂੰ ਪਰਖਣਾ ਚਾਹੀਦਾ, ਤੇ ਜਿੱਥੇ ਜਿੱਥੇ ਕਿਤੇ ਜਾ ਕੇ ਕੱਲ ਨੂੰ ਦਿੱਕਤ ਆਉਂਦੀ ਹੈ, ਢਿੱਲ ਮਹਿਸੂਸ ਹੁੰਦੀ ਹੈ, ਉਦੋਂ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਜ਼ਰੂਰ ਚੇਤੇ ਕਰਾਉਣਾ ਚਾਹੀਦਾ ਕਿ ਤੁਸੀਂ ਜਿਸ ਰੰਗ ਦੇ ਵਿੱਚ ਆਏ ਸੀ, ਅਸੀਂ ਤੁਹਾਨੂੰ ਉਸ ਰੰਗ ਦੇ ਵਿੱਚ ਪਸੰਦ ਕੀਤਾ ਤੇ ਅਸੀਂ ਉਸੇ ਰੰਗ ਦੇ ਵਿੱਚ ਕੰਟੀਨਿਊ ਕਰਦੇ ਹੋਏ ਤੁਹਾਨੂੰ ਪਸੰਦ ਕਰਾਂਗੇ। ਬਿਲਕੁਲ ਸ਼ਬਦੀਪ ਜੀ, ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਪੁਰਾਣੇ ਲੋਕ ਨੇ, ਜੇ ਆਪਾਂ ਨਵਜੋਤ ਸਿੱਧੂ ਜਾਂ ਪ੍ਰਗਟ ਸਿੰਘ ਜਾਂ ਮਨਪ੍ਰੀਤ ਦੀ ਗੱਲ ਕਰਾਂਗੇ, ਤਾਂ ਹੋ ਸਕਦਾ ਜਿਹੜਾ ਇਹ ਨਵਾਂ ਸਿਸਟਮ ਹੈ ਇਹ ਉਹਦੇ ਵਿੱਚ ਬੜੇ ਆਰਾਮ ਨਾਲ ਢਲ ਜਾਣ, ਜਾਂ ਕੁਝ ਲੋਕ ਉਹਦੇ ਵਿੱਚ ਹੈਗੇ ਨੇ। ਜਿੱਦਾਂ ਮੋਹਾਲੀ ਤੋਂ ਮੈਂ ਬਲਬੀਰ ਸਿੱਧੂ ਨੂੰ ਦੇਖਦਾ ਰਿਹਾ, ਉਹ ਵੀ ਅਕਸਰ ਬਿਨਾਂ ਸਿਕਿਉਰਿਟੀ ਤੋਂ ਆਪਣੀ ਗੱਡੀ ਆਪ ਡਰਾਈਵ ਕਰਦੇ। ਮੈਂ ਮੋਹਾਲੀ ਬਹੁਤ ਸਾਲ ਰਿਹਾ, ਮੈਂ ਦੇਖਿਆ ਉਹਨਾਂ ਨੂੰ, ਉਹ ਵੀ ਅਕਸਰ ਬਿਨਾਂ ਸਿਕਿਉਰਿਟੀ ਤੋਂ ਚੱਲਦੇ ਸੀ। ਉਹਨਾਂ ਦੇ ਨਾਲ ਕੋਈ ਖਾਸ ਕਦੀ ਸਿਕਿਉਰਿਟੀ ਵੀ ਨਹੀਂ ਹੁੰਦੀ, ਕਦੀ ਇੱਕ ਬੰਦਾ ਵੀ ਸਿਕਿਉਰਿਟੀ ਦਾ ਨਹੀਂ ਹੁੰਦਾ ਸੀ। ਬਹੁਤ ਸਾਰੇ ਕਾਂਗਰਸ ਦੇ ਵਿੱਚ ਜਿਹੜੇ 77 ਲੋਕ ਆ, ਉਹਨਾਂ ਦੇ ਵਿੱਚ ਮੇਰਾ ਖਿਆਲ ਹੈ 15-20 ਲੋਕ ਐਸੇ ਹੋਣਗੇ ਜਿਹੜੇ ਇਸ ਤਰ੍ਹਾਂ ਦੇ ਸਾਦੇ ਜੀਵਨ ਨੂੰ ਜਾਂ ਸਾਦੀ ਜਿਹੜੀ ਉਹਨਾਂ ਦੀ ਜਿਹੜੀ ਇਹ 5 ਸਾਲ ਦੀ ਟਰਮ ਰਹੇਗੀ ਉਹਨੂੰ ਨਿਭਾਉਣ ਦੇ ਵਿੱਚ ਬਿਲਕੁਲ ਈਜ਼ੀ ਹੋਣਗੇ। ਪਰ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਇਹਦੇ ਵਿੱਚ ਉਹ ਪੁਰਾਣੇ ਮੰਤਰੀ ਵੀ ਰਹੇ ਨੇ, ਪੁਰਾਣੇ ਟਾਈਮ ਤੇ ਉਹਨਾਂ ਨੇ ਪੂਰੀਆਂ ਵੱਡੇ ਕਾਫਲੇ ਵੀ ਰੱਖੇ ਨੇ। ਉਹਨਾਂ ਵਾਸਤੇ ਮੈਨੂੰ ਲੱਗਦਾ ਮੁਸ਼ਕਲ ਹੋਏਗੀ। ਹਾਲਾਂਕਿ ਰਾਣਾ ਗੁਰਜੀਤ ਸਿੰਘ ਹੁਣ ਕੈਬਨਿਟ ਦੇ ਵਿੱਚ ਬੈਠ ਕੇ ਇਸ ਮੀਟਿੰਗ ਦੇ ਵਿੱਚ ਇਹਦੇ ਪਰ ਸਾਈਨ ਕਰ ਚੁੱਕੇ, ਮੰਨ ਚੁੱਕੇ ਆ। ਪਰ ਕੁਝ ਦਿਨ ਪਹਿਲਾਂ ਰਾਣਾ ਗੁਰਜੀਤ ਸਿੰਘ ਹੁਣਾਂ ਦਾ ਇੱਕ ਬਿਆਨ ਵੀ ਆਇਆ ਸੀ ਕਿ ਬੜੀ ਮੁਸ਼ਕਲ ਦੇ ਨਾਲ ਜਿਹੜਾ ਹੈ ਅਸੀਂ ਇੱਥੇ ਪਹੁੰਚੇ ਹਾਂ, ਕਿਉਂ ਨਹੀਂ ਲਵਾਂਗੇ ਸਰਕਾਰੀ ਗੱਡੀਆਂ, ਕਿਉਂ ਨਹੀਂ ਲਵਾਂਗੇ ਸਿਕਿਉਰਿਟੀ। ਪਰ ਮੈਨੂੰ ਲੱਗਦਾ ਕਿ ਕੈਪਟਨ ਸਾਹਿਬ ਦੀ ਜਿਹੜੀ ਪਾਲਿਸੀ ਸੀ ਜਾਂ ਜੋ ਵੀ ਉਹਨਾਂ ਦੇ ਕੈਬਨਿਟ ਦੇ ਫੈਸਲੇ ਸੀ, ਉਹਨਾਂ ਦੇ ਸਾਹਮਣੇ ਉਹਨਾਂ ਨੂੰ ਚੁੱਪ ਕਰਨਾ ਪਿਆ। ਇਸੇ ਤਰੀਕੇ ਨਾਲ ਉਹਨਾਂ ਦੇ ਹੋਰ ਬਹੁਤ ਸਾਰੇ ਵਿਧਾਇਕ ਹੋਣਗੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਸ਼ਾਇਦ ਗੱਲ ਹੋਵੇਗੀ ਕਿ ਸਾਨੂੰ ਜਿਹੜੀਆਂ ਲਾਲ ਬੱਤੀਆਂ ਵਾਲੀਆਂ ਗੱਡੀਆਂ ਚਾਹੀਦੀਆਂ ਸੀ, ਜਾਂ ਸਾਨੂੰ ਜਿਹੜਾ ਹੈ ਉਹ ਵੱਡੀ ਸਿਕਿਉਰਿਟੀ ਚਾਹੀਦੀ ਸੀ। ਪਰ ਸਮੇਂ ਦੀ ਮੰਗ ਵੀ ਇਹੀ ਆ ਔਰ ਕਾਂਗਰਸ ਦੀ ਜ਼ਰੂਰਤ ਵੀ ਇਹੀ ਆ ਕਿ ਹੁਣ ਇਸ ਕਲਚਰ ਦੇ ਉੱਪਰੋਂ ਤੌਬਾ ਕੀਤੀ ਜਾਵੇ। ਔਰ ਮੈਨੂੰ ਲੱਗਦਾ ਕਿ ਕਿਉਂਕਿ ਇਸ ਵੇਲੇ ਪੰਜਾਬ ਹੀ ਇੱਕ ਕਾਂਗਰਸ ਵਾਸਤੇ ਰੋਲ ਮਾਡਲ ਬਣ ਸਕਦਾ ਭਾਰਤ ਵਾਸਤੇ, ਔਰ ਭਾਰਤ ਦੇ ਵਿੱਚ ਪੰਜਾਬ ਪਹਿਲੀ ਸਟੇਟ ਹੋਵੇਗੀ ਜਿਹਦੇ ਵਿੱਚ ਸਰਕਾਰੀ ਤੌਰ ਦੇ ਉੱਪਰ ਜਿਹੜਾ ਹੈ VIP ਕਲਚਰ ਦੇ ਉੱਪਰ ਜਿਹੜਾ ਰੋਕ ਲਗਾਉਣ ਦਾ ਫੈਸਲਾ ਲਿਆ ਗਿਆ ਹੋਵੇ। ਦੂਸਰਾ ਵਿਸ਼ਾ ਜਿਹਨੇ ਆਪਾਂ ਹੁਣ ਤੱਕ ਪੁਆਇੰਟ ਡਿਸਕਸ ਕੀਤੇ, ਉਹਦੇ ਤੋਂ ਥੋੜਾ ਜਿਹਾ ਤੁਸੀਂ ਛੇੜਿਆ ਸ਼ਬਦੀਸ਼ ਜੀ, ਸ਼ਰਾਬ ਵਾਲਾ। ਸ਼ਰਾਬ ਦੇ ਠੇਕਿਆਂ ਦੇ ਉੱਪਰ ਜਿਹੜਾ ਹੈ, ਹਾਲਾਂਕਿ ਕੈਪਟਨ ਸਾਹਿਬ ਕਹਿੰਦੇ ਸੀ ਅਸੀਂ ਘਟਾਉਣੇ ਨਹੀਂ ਆ, ਪਰ ਆਉਂਦਿਆਂ ਹੀ 484 ਠੇਕੇ ਜਿਹੜੇ ਹੈਗੇ ਬੰਦ ਕਰਨ ਦੀ ਗੱਲ ਕੀਤੀ ਆ ਉਹਨਾਂ ਨੇ।
ਔਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜਾ ਕੋਟਾ ਵੀ ਹੈ ਸ਼ਰਾਬ ਦਾ ਉਹਨੂੰ ਘਟਾ ਦਿੱਤਾ ਜਾਏਗਾ। ਦੇਸੀ ਸ਼ਰਾਬ ਦਾ ਕੋਟਾ ਜਿਹੜਾ ਹੈ 14% ਘਟਾਇਆ ਜਾਵੇਗਾ, ਅੰਗਰੇਜ਼ੀ ਸ਼ਰਾਬ ਦਾ ਕੋਟਾ ਜਿਹੜਾ ਹੈ 20% ਘਟਾਇਆ ਜਾਵੇਗਾ ਔਰ ਅਗਲੇ ਸਾਲ ਜਿਹੜਾ ਹੈ 50% ਪਹਿਲਾਂ ਸਿੱਧਾ ਘਟਾ ਦਿੱਤਾ ਜਾਵੇਗਾ। ਇਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਜਿਹੜਾ ਹੈ ਸ਼ਰਾਬ ਦੇ ਰੁਝਾਨ ਤੋਂ ਜਿਹੜਾ ਹੈ ਵੱਖਰਾ ਕਰਾਂਗੇ। ਪਰਮਜੀਤ ਜੀ, ਨਸ਼ੇ ਦੇ ਉੱਪਰ ਮੈਂ ਜ਼ਰੂਰ ਕਹਾਂਗਾ ਕਿ ਨਸ਼ੇ ਦੇ ਉੱਪਰ STF ਬਣਾਉਣ ਦਾ ਫੈਸਲਾ ਉਹਨਾਂ ਨੇ ਕਰ ਲਿਆ। ਗੁਰਪ੍ਰੀਤ ਸਿੰਘ ਸਿੱਧੂ ਜੋ ਕਿ ਐਡੀਸ਼ਨਲ DG ਨੇ ਇਸ ਵੇਲੇ ਛੱਤੀਸਗੜ੍ਹ ਤੈਨਾਤ ਨੇ, ਉਹਨਾਂ ਨੂੰ ਉਹਦਾ ਹੈੱਡ ਬਣਾਇਆ ਗਿਆ STF ਦਾ, ਜਿਹੜੀ ਸਪੈਸ਼ਲ ਟਾਸਕ ਫੋਰਸ ਬਣਾਈ ਗਈ ਹੈ ਡਰੱਗ ਦੇ ਵਾਸਤੇ। ਔਰ ਡਰੱਗ ਦੇ ਵਿੱਚ ਉਹਨਾਂ ਨੇ 30 ਦਿਨਾਂ ਦੇ ਵਿੱਚ ਜਿਹੜਾ ਹੈ ਜੋ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਸ਼ਰਾਬ ਆਲਰੇਡੀ ਉਹਨਾਂ ਨੇ ਇੱਕ ਹੈਗੀ ਜੀ ਕਿ ਆਪਾਂ ਇਹ ਕਹਿ ਸਕਦੇ ਕਿ ਨਸ਼ੇ ਦੇ ਕੰਟਰੋਲ ਦੇ ਵਿੱਚ ਸ਼ਰਾਬ ਦੇ ਉੱਪਰ ਕੰਟਰੋਲ ਵੀ ਸ਼ਾਇਦ ਉਸੇ ਨਸ਼ਿਆਂ ਦੇ ਕੰਟਰੋਲ ਵੱਲ ਨੂੰ ਵਾਧਾ ਹੋਇਆ ਇੱਕ ਕਦਮ ਹੈ। ਦੂਸਰੇ ਪਾਸੇ ਜਿਹੜੀ ਉਹਨਾਂ ਨੇ ਸਪੈਸ਼ਲ ਟਾਸਕ ਫੋਰਸ ਦੀ ਗੱਲ ਕੀਤੀ ਹੈ, 30 ਦਿਨਾਂ ਦੀ ਗੱਲ ਕੀਤੀ ਹੈ, ਉਹਦੇ ਉੱਪਰ ਵੀ ਜਿਹੜਾ ਇਮੀਡੀਏਟ ਜਿਹੜਾ ਹੈ ਕੰਮ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਔਰ ਇੱਕ ਜਿਹੜੀ ਗੱਲ ਜਿਹੜੀ ਹਰ ਇੱਕ ਬੰਦੇ ਦੇ ਦਿਮਾਗ ਦੇ ਵਿੱਚ ਪਹਿਲਾਂ ਆਉਂਦੀ ਸੀ ਕਿ ਅਗਰ ਨਸ਼ਾ ਬੰਦ ਹੋਏਗਾ ਤਾਂ ਉਹਨਾਂ ਲੋਕਾਂ ਦੇ ਨਾਲ ਕੀ ਟ੍ਰੀਟਮੈਂਟ ਕੀਤਾ ਜਾਵੇਗਾ, ਉਹਨਾਂ ਲੋਕਾਂ ਨੂੰ ਕਿੱਦਾਂ ਦੇਖਿਆ ਜਾਵੇਗਾ ਜਿਹੜੇ ਲੋਕ ਇਹਦੇ ਆਦੀ ਹੋ ਚੁੱਕੇ ਨੇ। ਉਹਦੇ ਵਿੱਚ ਮੀਟਿੰਗ ਦੇ ਵਿੱਚ ਇਹ ਵੀ ਇੱਕ ਅਹਿਮ ਫੈਸਲਾ ਆਪਾਂ ਮੰਨ ਸਕਦੇ ਹਾਂ ਕਿ ਉਹਨਾਂ ਨੇ ਫੈਸਲਾ ਲਿਆ ਕਿ ਜਿਹੜੇ ਲੋਕ ਨਸ਼ਾ ਲੈਣ ਦੇ ਆਦੀ ਹੋ ਚੁੱਕੇ ਨੇ ਉਹਨਾਂ ਨੂੰ ਬਿਲਕੁਲ ਜਿਹੜੇ ਭਾਵਨਾਤਮਕ ਤੌਰ ਤੇ ਜਿਹੜਾ ਹੈ ਉਹਨਾਂ ਦੇ ਨਾਲ ਜੁੜਿਆ ਜਾਵੇਗਾ, ਉਹਨਾਂ ਦੇ ਨਾਲ ਪਿਆਰ ਦੇ ਨਾਲ ਵਿਵਹਾਰ ਕੀਤਾ ਜਾਵੇਗਾ ਔਰ ਕਿਸੇ ਦੇ ਉੱਪਰ ਵੀ ਕੋਈ ਵੀ ਜਿਹੜਾ ਹੈ ਲੀਗਲ ਮਾਮਲਾ, ਕੋਈ ਵੀ ਜਿਹੜਾ ਹੈ ਪੁਲਿਸ ਕੇਸ ਜਿਹੜਾ ਹੈ ਉਹਨਾਂ ਦੇ ਉੱਪਰ ਦਰਜ ਨਹੀਂ ਕੀਤਾ ਜਾਵੇਗਾ। ਕੀ ਲੱਗਦਾ ਤੁਹਾਨੂੰ ਕਿ 30 ਦਿਨਾਂ ਦਾ ਜਿਹੜਾ ਟਾਰਗੇਟ ਕਾਂਗਰਸ ਮਿੱਥ ਕੇ ਚੱਲੀ ਹੈ ਉਹਦੇ ਹਿਸਾਬ ਦੇ ਨਾਲ ਜੋ ਉਹਨੇ ਸ਼ੁਰੂਆਤੀ ਕਦਮ ਚੱਕੇ ਨੇ, ਲੱਗਦਾ ਤੁਹਾਨੂੰ ਉਧਰ ਨੂੰ ਵਧਣਗੇ ਲੋਕ? ਬਿਲਕੁਲ 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 ਕੁਲਬੀਰ ਜੀ, ਕੈਪਟਨ ਸਰਕਾਰ ਜਿਹੜੀ ਉਹਨੇ ਆਪਣੀ ਪਹਿਲੀ ਕੈਬਨਿਟ ਦੇ ਵਿੱਚ ਹੀ ਜਿਹੜਾ ਐਕਸ਼ਨ ਮੋਡ ਦੇ ਵਿੱਚ ਆ ਗਈ ਨਸ਼ੇ ਨੂੰ ਲੈ ਕੇ, ਨਸ਼ਿਆਂ ਦੇ ਇਸ਼ੂ ਨੂੰ ਲੈ ਕੇ। ਔਰ ਜਿਸ ਤਰ੍ਹਾਂ ਉਹਨਾਂ ਨੇ STF ਬਣਾਈ ਹੈਗੀ ਹੈ, 30 ਦਿਨ ਦਾ ਇੱਕ ਟਾਰਗੇਟ ਟਾਈਮ ਰੱਖਿਆ, ਕਿਤੇ ਨਾ ਕਿਤੇ ਮੈਂ ਇਸ ਸਟੈਪ ਨੂੰ ਬੜਾ ਪੋਜ਼ਿਟਿਵਲੀ ਮੰਨ ਕੇ ਚੱਲਦਾ ਕਿਉਂਕਿ ਜਿਸ ਤਰ੍ਹਾਂ ਸਰਕਾਰ ਐਕਸ਼ਨ ਮੋਡ ਦੇ ਵਿੱਚ ਆ ਗਈ, ਉਹਨਾਂ ਨੇ ਟਾਈਮ ਰੱਖ ਦਿੱਤਾ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇੱਕ ਮੈਸੇਜ ਇਹ ਜਿਹੜਾ ਜ਼ਰੂਰ ਗਿਆ ਕਿ ਕੈਪਟਨ ਸਰਕਾਰ ਜਿਹੜੀ ਉਹ ਨਸ਼ਿਆਂ ਦੇ ਇਸ਼ੂ ਨੂੰ ਲੈ ਕੇ ਕਾਫੀ ਜ਼ਿਆਦਾ ਸੀਰੀਅਸ ਹੈਗੀ ਹੈ ਔਰ ਉਹ ਸਿੰਸੀਅਰਲੀ ਇਹਦੇ ਤੇ ਵਰਕ ਕਰਨਾ ਚਾਹੁੰਦੀ ਹੈ। ਈਵਨ ਕਿ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਠੇਕਿਆਂ ਦੀ ਜਿਹੜੀ ਗਿਣਤੀ ਉਹਨੂੰ ਡਿਕਰੀਜ਼ ਕੀਤਾ, ਜਿਹੜੇ ਬਾਕੀ ਜਿਹੜੇ ਜੋ ਇਹਨਾਂ ਦੇ ਇੱਕ ਪੈਟਰਨ ਹੁੰਦੇ ਸੀ ਉਹਨਾਂ ਨੂੰ ਡਿਕਰੀਜ਼ ਕੀਤਾ। ਕਿਤੇ ਨਾ ਕਿਤੇ ਉਹ ਚੀਜ਼ ਵੀ ਲੋਕਾਂ ਦੇ ਵਿੱਚ ਇੱਕ ਮੈਸੇਜ ਸਪਰੈਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਅਸੀਂ ਨਸ਼ਿਆਂ ਦੇ ਇਸ਼ੂ ਨੂੰ ਲੈ ਕੇ ਕਾਫੀ ਸੀਰੀਅਸ ਹੈਗੇ ਹਾਂ ਔਰ ਅਸੀਂ ਇਹਦੇ ਤੇ ਜ਼ੀਰੋ ਟੋਲਰੈਂਸ ਦਾ ਜਿਹੜਾ ਐਟੀਟਿਊਡ ਰੱਖਾਂਗੇ। ਉਸ ਤੋਂ ਬਾਅਦ ਜਿਹੜੀ ਗੱਲ ਆ ਜਾਂਦੀ ਹੈ 30 ਦਿਨ ਦੀ, 30 ਦਿਨ ਦਾ ਜਿਹੜਾ ਟੈਂਪਲੇਟਿਕ ਟਾਈਮ ਹੈਗਾ ਉਹ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਥੋੜਾ ਜਿਹਾ ਉਹਦੇ ਚ ਮੈਂ ਉਹਨੂੰ ਥੋੜਾ ਜਿਹਾ ਪੋਲੀਟੀਕਲ ਪ੍ਰੋਪੇਗੈਂਡਾ ਮੰਨ ਲੈਂਦਾ ਕਿਉਂਕਿ ਇਹ ਪ੍ਰੈਕਟੀਕਲੀ ਪੋਸੀਬਲ ਨਹੀਂ ਕਿ 30 ਦਿਨ ਦੇ ਵਿੱਚ ਆਪਾਂ ਨਸ਼ਾ ਇੱਕਦਮ ਬੰਦ ਕਰ ਦਈਏ। ਜੀ ਜਿਸ ਦਿਨ ਤੋਂ ਉਹਨਾਂ ਦੇ 30 ਦਿਨ ਸ਼ੁਰੂ ਹੁੰਦੇ ਨੇ ਉਸੇ ਦਿਨ ਤੋਂ ਲੈ ਕੇ ਅਗਰ 30 ਦਿਨਾਂ ਦੇ ਵਿੱਚ ਉਹ ਆਪਣਾ 60 ਤੋਂ 70% ਵੀ ਕੰਮ ਕਰ ਲੈਂਦੇ ਨੇ ਤੇ ਤਾਂ ਮੈਂ ਇਸ ਮੁਹਿੰਮ ਨੂੰ ਸਕਸੈਸਫੁਲ ਮੰਨਾਂਗਾ। ਠੀਕ ਹੈ ਜੀ। ਉਸ ਤੋਂ ਬਾਅਦ ਅਗਲੀ ਜਿਹੜਾ ਤੁਸੀਂ ਪੁਆਇੰਟ ਰੇਜ਼ ਕੀਤਾ ਸੀ ਜੀ, ਕੈਪਟਨ ਸਾਹਿਬ ਦੀ ਜਿਹੜੀ ਗਵਰਨਮੈਂਟ ਹੈ, ਜਿਹੜੀ ਮੈਂ ਸੌਰੀ ਪਿਛਲਾ ਪੁਆਇੰਟ ਵਿੱਚ ਮੈਂ ਐਡ ਆਨ ਕਰਨਾ ਚਾਹੁੰਦਾ, ਰਾਣਾ ਗੁਰਜੀਤ ਸੋਢੀ ਜਿਵੇਂ ਤੁਸੀਂ ਗੱਲ ਕੀਤੀ, ਕੈਪਟਨ ਸਾਹਿਬ ਜਿੰਨਾ ਕਲੀਅਰ ਮੈਂਡੇਟ ਲੈ ਕੇ ਆਏ ਹੋਏ ਨੇ ਗਵਰਨਮੈਂਟ ਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਦੀ ਵੀ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਐਟੀਟਿਊਡ ਰੱਖਣਾ ਪਏਗਾ ਕਿ ਕਿਸੇ ਇੱਕ ਮੰਤਰੀ ਸੰਤਰੀ ਜਾਂ ਵਿਧਾਇਕ ਨੂੰ ਖੁਸ਼ ਕਰਨ ਵਾਸਤੇ ਉਹ ਆਪਣੇ ਕਿਸੇ ਡਿਸੀਜਨ ਨੂੰ ਸੌਫਟ ਕਰਨਗੇ। ਸੋ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੀ ਕੈਬਨਿਟ ਦੇ ਵਿੱਚ ਮੰਤਰੀ ਔਰ ਜਿਹੜੇ ਆਉਣ ਵਾਲੇ ਵੁੱਡ ਵੀ ਮੰਤਰੀ ਵੀ ਹੈਗੇ ਨੇ ਉਹਨਾਂ ਨੂੰ ਕੈਪਟਨ ਸਾਹਿਬ ਦੇ ਅੰਡਰ ਹੀ ਹੋ ਕੇ ਚੱਲਣਾ ਪਏਗਾ। ਕੈਪਟਨ ਸਾਹਿਬ ਜਿਸ ਤਰ੍ਹਾਂ ਸਟ੍ਰਿਕਟ ਐਡਮਿਨਿਸਟ੍ਰੇਟਰ ਰਹੇ ਨੇ, ਸਟ੍ਰਿਕਟ ਪੋਲੀਟੀਸ਼ੀਅਨ ਪਹਿਲਾਂ ਵੀ ਰਹੇ ਨੇ, ਤਾਂ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਕੈਪਟਨ ਸਾਹਿਬ ਦੀ ਜਿਹੜੀ ਪਾਲਿਸੀਜ਼ ਹੈਗੀਆਂ ਉਹ 2017 ਦੇ ਨਾਲ 2022 ਨੂੰ ਵੀ ਅੱਗੇ ਰੱਖ ਕੇ ਚੱਲ ਰਹੇ ਨੇ ਔਰ ਇਹਦੇ ਨਾਲ ਹੀ ਪੰਜਾਬ ਦੇ ਵਿੱਚੋਂ ਇਹ ਚੀਜ਼ ਦੇਖਦੇ ਨੇ ਕਿ ਪੰਜਾਬ 'ਚ ਜਿਸ ਤਰ੍ਹਾਂ ਦੇ ਅਸੀਂ ਰਿਫਾਰਮਸ ਕਰਾਂਗੇ, ਚਾਹੇ ਉਹ ਨਸ਼ਿਆਂ ਦਾ ਇਸ਼ੂ ਹੋਵੇ, ਚਾਹੇ VIP ਕਲਚਰ ਦਾ ਹੋਵੇ ਜਾਂ ਹੋਰ ਵੀ ਜਿਹੜੇ ਮੇਨ ਇਸ਼ੂਜ਼ ਨੇ, ਉਹਨਾਂ ਰਿਫਾਰਮਸ ਨੂੰ ਲੈ ਕੇ ਹੀ ਅਸੀਂ ਹੋਰ ਸਟੇਟਾਂ ਦੇ ਵਿੱਚ ਜਾਵਾਂਗੇ ਦੁਬਾਰਾ ਇਲੈਕਸ਼ਨ ਲੜਨ ਵਾਸਤੇ। ਸੋ ਨਸ਼ਿਆਂ ਦੀ ਜਿੱਥੋਂ ਤੱਕ ਗੱਲ ਆਪਾਂ ਕਰ ਰਹੇ ਹਾਂ ਤਾਂ ਨਸ਼ਿਆਂ ਦੇ ਬਾਰੇ 'ਚ ਮੈਨੂੰ ਇਹ ਲੱਗਦਾ ਕਿ ਕੈਪਟਨ ਸਰਕਾਰ ਜਿੰਨੀ ਤੇਜ਼ੀ ਨਾਲ ਐਕਸ਼ਨ ਮੋਡ ਦੇ ਵਿੱਚ ਆਈ ਹੈ ਫਿਲਹਾਲ ਉਹ ਐਪਰੀਸ਼ੀਏਬਲ ਹੈ, ਬਟ ਉਹਨੂੰ 30 ਦਿਨ ਦਾ ਸਮਾਂ ਹੋਣ ਤੋਂ ਪਹਿਲਾਂ ਅਸੀਂ ਉਹਨੂੰ ਜ਼ਿਆਦਾ ਉਹਦੇ ਤੇ ਕੁਝ ਕਮੈਂਟ ਕਰਨਾ ਮੈਂ ਠੀਕ ਨਹੀਂ ਸਮਝਦਾ ਜੀ। CP ਜੀ। ਕੁਲਬੀਰ ਜੀ ਦੇਖੋ, ਐਕਸ਼ਨ ਸ਼ੁਰੂ ਹੋ ਗਿਆ ਹੈ, ਉਹਦਾ ਰਿਜ਼ਲਟ ਕੀ ਹੋਊਗਾ ਬਿਲਕੁਲ ਠੀਕ ਹੈ ਕਿ ਅਸੀਂ ਬਾਅਦ ਡਿਸਕਸ ਕਰ ਸਕਦੇ ਹਾਂ। 30 ਦਿਨ ਦਾ ਟਾਈਮ ਲਿਆ, 30 ਦਿਨ ਵੀ ਦੇਖਿਆ ਜਾਵੇ ਤਾਂ 30 ਦਿਨ ਥੋੜੇ ਨਹੀਂ ਹੁੰਦੇ ਅਗਰ ਕਿਸੇ ਚੀਜ਼ ਨੂੰ ਇੰਪਲੀਮੈਂਟ ਕਰਕੇ ਲਾਗੂ ਕਰਨਾ ਹੋਵੇ। हाँ ठीक है, बिल्कुल ही ਅਸੀਂ ਉਸ ਚੀਜ਼ ਨੂੰ ਉਥੋਂ ਪੱਟ ਨਹੀਂ ਸਕਦੇ, ਬਿਲਕੁਲ ਖਤਮ ਨਹੀਂ ਕਰ ਸਕਦੇ, ਬਟ ਐਟਲੀਸਟ ਜੇ ਅਸੀਂ ਉਹਦੀ ਸ਼ੁਰੂਆਤ ਕਰਕੇ ਉਹਨੂੰ ਇੰਪਲੀਮੈਂਟੇਸ਼ਨ ਪ੍ਰੋਸੈਸ ਨੂੰ ਲਾਗੂ ਕਰ ਦਾਂਗੇ ਪ੍ਰਸ਼ਾਸਨ ਦੇ ਨਾਲ ਮਿਲ ਕੇ, ਉਹਨਾਂ ਜਿਹੜੇ
ਜਿਹੜੇ ਮੁੱਢ ਹੈਗੇ ਨੇ ਜਿੱਥੋਂ ਉਹ ਚੀਜ਼ ਚੱਲਦੀ ਹੈ, ਜੇ ਉਹਨਾਂ ਦਾ ਪਤਾ ਵੀ ਲੱਗ ਜਾਂਦਾ ਇਹਨਾਂ ਦਿਨਾਂ ਦੇ ਵਿੱਚ, ਅਸੀਂ ਉਹਨਾਂ ਦੇ ਉੱਪਰ ਐਕਸ਼ਨ ਵੀ ਸ਼ੁਰੂ ਕਰ ਦਿੰਦੇ ਹਾਂ, ਤਾਂ ਸ਼ਾਇਦ ਮੈਂ ਕਹੂੰਗਾ ਇਹ ਬਹੁਤ ਵਧੀਆ ਸਟੈਪ ਹੋਏਗਾ। ਬਟ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਕਾਂਗਰਸ ਸਰਕਾਰ ਵੱਲੋਂ ਤੁਸੀਂ ਕਹਿ ਰਹੇ ਹੋ ਕਿ ਅਮਰਿੰਦਰ ਸਿੰਘ ਦੇ ਜਿਹੜੇ ਹੋਰ ਨਾਲ ਮਿਨਿਸਟਰ ਹੈਗੇ ਨੇ ਉਹਨਾਂ ਨੂੰ ਇੱਕ ਤਰ੍ਹਾਂ ਦੀ ਆਦਤ ਪੈ ਗਈ ਹੋਈ ਹੈ, ਕਿਉਂਕਿ ਮਿਨਿਸਟਰ ਲੈਵਲ ਦੇ ਵਿੱਚ ਇਸ ਤਰ੍ਹਾਂ ਦੀ ਸਿਕਿਉਰਿਟੀ ਰੱਖਣਾ ਜਾਂ ਇਸ ਤਰ੍ਹਾਂ ਦਾ ਐਟੀਟਿਊਡ ਰੱਖ ਕੇ ਚੱਲਣ ਦੀ। ਪਰ ਕਿਤੇ ਨਾ ਕਿਤੇ ਕਾਂਗਰਸ ਦੀ ਇਸ ਟਾਈਮ ਤੁਸੀਂ ਕਹਿ ਲਓ ਕਿ ਇੱਕ ਮਜਬੂਰੀ ਹੈ, ਜਾਂ ਉਹ ਸਮਝ ਚੁੱਕੇ ਨੇ ਕਿ ਲੋਕਾਂ ਨੂੰ ਕੀ ਚਾਹੀਦਾ ਹੈ, ਕਿਉਂਕਿ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਜੋ ਲੋਕਾਂ ਦੇ ਵਿੱਚ ਚੇਂਜ ਆਈ ਸੀ ਉਸ ਨੂੰ ਉਹਨਾਂ ਨੇ ਅਡਾਪਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਨੋ ਡਾਊਟ ਲੋਕਾਂ ਦੇ ਹਿੱਤਾਂ ਦੀ ਗੱਲ ਹੋ ਰਹੀ ਹੈ, ਲੋਕਾਂ ਦੇ ਪੈਸੇ ਨੂੰ ਬਚਾਉਣ ਦੀ ਗੱਲ ਹੋ ਰਹੀ ਹੈ, ਔਰ ਲੋਕਾਂ ਦੇ ਬਹੁਤ ਕਰੀਬ ਜਾਣ ਦੀ ਗੱਲ ਹੋ ਰਹੀ ਹੈ। ਔਰ ਕਿਤੇ ਨਾ ਕਿਤੇ ਕੁਲਵੀਰ ਜੀ ਕਾਂਗਰਸ ਜਿਹੜੀ ਆਪਣੀਆਂ ਪੂਰੇ ਇੰਡੀਆ ਦੇ ਵਿੱਚ ਜੜ੍ਹਾਂ ਜਿਹੜੀਆਂ ਉਹ ਗਵਾ ਚੁੱਕੀ ਸੀ, ਉਹ ਸ਼ਾਇਦ ਪੰਜਾਬ ਤੋਂ ਚਾਹੁੰਦੀ ਹੈ ਕਿ ਪੂਰੀ ਤਰ੍ਹਾਂ ਨਾਲ ਪੱਕੇ ਪੈਰੀ ਹੋ ਕੇ ਅਸੀਂ ਇੰਡੀਆ ਦੇ ਵਿੱਚ ਚੱਲੀਏ, ਔਰ ਸ਼ਾਇਦ ਉਹ ਸ਼ੁਰੂਆਤ ਪੰਜਾਬ ਤੋਂ ਕਰਨਾ ਚਾਹੁੰਦੀ ਹੈ। ਪਰ ਕਿਤੇ ਨਾ ਕਿਤੇ ਇਸ ਵਾਰ ਜਿਹੜੀ ਕਾਂਗਰਸ ਦੀ ਤਸਵੀਰ ਸਾਨੂੰ ਦੇਖਣ ਨੂੰ ਮਿਲੂਗੀ, ਮੈਨੂੰ ਵਿਸ਼ਵਾਸ ਹੈ, ਮੈਂ ਇਹ ਨਹੀਂ ਕਹਿੰਦਾ ਕਿ ਮੈਂ ਅੱਗੇ ਆ ਕੇ ਦੇਖਾਂਗੇ, ਮੈਨੂੰ ਵਿਸ਼ਵਾਸ ਹੈ ਜਿਸ ਤਰ੍ਹਾਂ ਦੀ ਸ਼ੁਰੂਆਤ ਹੋਈ ਹੈ ਉਸ ਤਰ੍ਹਾਂ ਦੀ ਜਿਹੜੀ ਤਸਵੀਰ ਸਾਨੂੰ ਕਾਂਗਰਸ ਦੀ ਮਿਲੂਗੀ ਪੰਜਾਬ ਦੇ ਵਿੱਚ, ਉਹ ਬਿਲਕੁਲ ਡਿਫਰੈਂਟ ਮਿਲੂਗੀ, ਬਹੁਤ ਕਲੋਜ਼ ਹੋ ਕੇ ਚੱਲਣਗੇ ਲੋਕਾਂ ਦੇ, ਔਰ ਉਹਨਾਂ ਨੂੰ ਇਕਨੋਮੀ ਦਾ ਵੀ ਬਹੁਤ ਆਈ ਥਿੰਕ ਜਿੱਦਾਂ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਬਹੁਤ ਜ਼ਿਆਦਾ ਧਿਆਨ ਹੈ, ਕਿਉਂਕਿ ਪੰਜਾਬ ਦੀ ਇਕਨੋਮੀ ਬਹੁਤ ਡਾਊਨ ਚੱਲ ਰਹੀ ਹੈ, ਉਸ ਨੂੰ ਰਿਵਾਈਵ ਕਿਵੇਂ ਕਰਨਾ ਹੈ ਉਹ ਸ਼ਾਇਦ ਅਗਲੇ 1-2 ਮੀਟਿੰਗਸ ਦੇ ਵਿੱਚ ਉਹ ਕਲੀਅਰ ਕਰ ਦੇਣਗੇ। ਪਰ ਕਿਤੇ ਨਾ ਕਿਤੇ ਜਿਵੇਂ ਮਨਪ੍ਰੀਤ ਬਾਦਲ ਦਾ ਇੱਕ ਸਿਸਟਮ ਬਣਿਆ ਹੋਇਆ ਸੀ ਕਿ ਉਹ ਬਿਲਕੁਲ ਵੀ ਸਿਕਿਉਰਿਟੀ ਲੈ ਕੇ ਨਹੀਂ ਚੱਲਦੇ ਔਰ ਬਿਲਕੁਲ ਹੀ ਆਮ ਬੰਦੇ ਵਾਂਗੂ ਲੋਕਾਂ ਦੇ ਵਿੱਚ ਵਿਚਰਦੇ ਸੀ, ਸ਼ਾਇਦ ਕਾਂਗਰਸ ਨੇ ਉਸ ਚੀਜ਼ ਨੂੰ ਅਡਾਪਟ ਕਰ ਲਿਆ, ਔਰ ਉਹਨਾਂ ਦੇ ਬਾਕੀ ਮਿਨਿਸਟਰ ਵੀ ਕਲਚਰ ਦੇ ਵਿੱਚ ਅਡਾਪਟ ਕਰਨ ਨੂੰ ਆਪਣੇ ਆਪ ਨੂੰ ਵਧੀਆ ਸਮਝਣਗੇ, ਕਿਉਂਕਿ ਜੇ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਡਾਇਰੈਕਟਲੀ ਵਿਚਰੋਗੇ ਤਾਂ ਸ਼ਾਇਦ ਲੋਕਾਂ ਨੂੰ ਵੀ ਉਹ ਚੀਜ਼ ਚੰਗੀ ਲੱਗਦੀ ਹੈ, ਔਰ ਇਹ ਚੀਜ਼ ਇਸ ਵਾਰ ਕਾਂਗਰਸ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਚੁੱਕੀ। ਬਿਲਕੁਲ ਜੀ, ਮਨਪ੍ਰੀਤ ਬਾਦਲ ਹੋਣਾ ਦਾ ਕਹਿਣਾ ਹੈ ਕਿ ਦੋ ਹੀ ਤਰੀਕੇ ਨੇ ਇਸ ਵੇਲੇ ਪੰਜਾਬ ਨੂੰ ਸਰਵਾਈਵ ਕਰਾਉਣ ਦੇ, ਖਰਚੇ ਘਟਾ ਲਏ ਜਾਣ ਤੇ ਇਨਕਮ ਵਧਾਈ ਜਾਵੇ। ਫਿਲਹਾਲ ਜਿਹੜੀ ਪਹਿਲੀ ਮੀਟਿੰਗ ਹੋਈ ਹੈ ਇਹਦੇ ਵਿੱਚ ਅਸੀਂ ਇਹ ਤਾਂ ਦੇਖ ਲਿਆ ਕਿ ਖਰਚੇ ਮਨਪ੍ਰੀਤ ਬਾਦਲ ਨੇ ਤਕਰੀਬਨ ਆਪਾਂ ਕਹਿ ਸਕਦੇ ਕਿ ਛੋਟੇ ਤੋਂ ਛੋਟਾ ਖਰਚਾ ਵੀ ਜਿਹੜਾ ਹੈ ਘਟਾਉਣ ਦੀ ਗੱਲ ਕੀਤੀ। ਜੇ ਆਪਾਂ ਸਿਰਫ ਇੰਨੀ ਗੱਲ ਹੀ ਕਰੀਏ ਕਿ 6000 ਪੁਲਿਸ ਕਰਮੀ ਜਿਹੜੇ ਹੈਗੇ ਨੇ ਉਹਨਾਂ ਨੂੰ ਸਿਕਿਉਰਿਟੀ ਤੋਂ ਵਾਪਸ ਲਿਆ ਗਿਆ, ਔਰ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੁਲਿਸ ਵਾਲਿਆਂ ਦੀ ਜਿਹੜੀ ਡਿਊਟੀ ਨਿਰਧਾਰਿਤ ਕਰ ਦਿੱਤੀ ਜਾਵੇਗੀ, ਉਹ ਸਿਰਫ ਜਿਹੜੇ ਉਹਨਾਂ ਦੇ ਫਿਕਸ ਆਵਰ ਹੋਣਗੇ ਓਨੀ ਹੀ ਡਿਊਟੀ ਕਰਨਗੇ। 6000 ਬੰਦਾ ਪਰਸਨਲ ਸਿਕਿਉਰਿਟੀ ਤੋਂ ਬਾਹਰ ਕੱਢਣ ਦਾ ਮਤਲਬ ਆ ਕਿ ਜਿਹੜੇ ਵਿਧਾਇਕਾਂ ਦੇ ਉੱਪਰ ਮੇਰਾ ਖਿਆਲ ਹੈ 100-150 ਕਰੋੜ ਦਾ ਇਹ ਬੋਝ ਸੀ ਸਰਕਾਰ ਦੇ ਉੱਪਰ, ਵਿਧਾਇਕਾਂ ਦੀ ਸੁਰੱਖਿਆ ਇੱਕ ਬਹੁਤ ਵੱਡਾ ਅਮਾਊਂਟ ਹੈ ਜੇ ਆਪਾਂ ਦੇਖਿਆ ਜਾਵੇ ਇਸ ਵੇਲੇ ਪੰਜਾਬ ਦੇ ਵਾਸਤੇ। ਜੇ ਕਿਤੇ 100 ਕਰੋੜ ਵੀ ਮਨਪ੍ਰੀਤ ਬਾਦਲ ਜਿਹੜਾ ਹੈ ਉਹਨੂੰ ਬਚਾਉਣ ਵਿੱਚ ਕਾਮਯਾਬ ਹੁੰਦੇ ਆ, ਜਿਹੜਾ ਕਿ ਸਿਰਫ ਤੇ ਸਿਰਫ ਵਿਧਾਇਕਾਂ ਦੀ ਸੇਵਾ ਦੇ ਵਿੱਚ ਲੱਗ ਰਿਹਾ ਸੀ ਜਾਂ ਉਹਨਾਂ ਦੀ ਸੁਰੱਖਿਆ ਦੇ ਵਿੱਚ ਲੱਗ ਰਿਹਾ ਸੀ, ਉਹ ਕਿਸੇ ਹੋਰ ਪਾਸੇ ਵਰਤਿਆ ਜਾ ਸਕਦਾ। ਇਸ ਤਰੀਕੇ ਨਾਲ ਮਨਪ੍ਰੀਤ ਬਾਦਲ ਨੇ ਜਿੰਨੇ ਵੀ ਫੈਸਲੇ ਲਏ ਨੇ, ਜੇ 2 ਸਾਲਾਂ ਵਾਸਤੇ ਫੋਰਨ ਦੇ ਟੂਰ ਬੈਨ ਕੀਤੇ ਆ ਜਾਂ ਉਹਨਾਂ ਨੇ ਪੈਲੇਸ ਬੈਂਕਟ ਹਾਲ ਬੈਨ ਕੀਤੇ ਆ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਕੀਤੀਆਂ ਜਿਹਦੇ ਵਿੱਚ ਮੇਰਾ ਖਿਆਲ ਹੈ ਉਹਨਾਂ ਨੇ ਜਿਹੜਾ ਸੇਵਿੰਗ ਸ਼ੁਰੂ ਕਰ ਦਿੱਤੀ ਆ, ਪਰ ਜਿਹੜੀ ਕਮਾਈ ਹੈਗੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਖਿਆਲ ਹੈ ਉਹਨਾਂ ਨੇ ਕਿਹਾ ਕਿ ਸਾਨੂੰ 6 ਮਹੀਨੇ ਲੱਗਣਗੇ ਉਹਦੇ ਉੱਪਰ ਕੰਮ ਕਰਦੇ ਹਾਂ, ਔਰ 5 ਸਾਲਾਂ ਤੱਕ ਉਹਨਾਂ ਦਾ ਕਹਿਣਾ ਹੈ ਕਿ ਅਸੀਂ 5 ਸਾਲ ਅਗਰ ਇਸੇ ਤਰੀਕੇ ਨਾਲ ਕੰਮ ਕਰਾਂਗੇ ਤਾਂ ਪੰਜਾਬ ਨੂੰ ਅਸੀਂ ਨਿਊਟਰਲ ਸਟੇਟ ਦੇ ਵਿੱਚ ਲਿਆ ਸਕਦੇ, ਕਿ ਸਾਰੇ ਕਰਜ਼ੇ ਪੰਜਾਬ ਦੇ ਖਤਮ ਕਰਕੇ ਪੰਜਾਬ ਨੂੰ ਦੁਬਾਰਾ ਜਿਹੜਾ ਹੈ ਬੈਲੈਂਸ ਤੇ ਲਿਆ ਸਕਦੇ ਹਾਂ। ਸ਼ਬਦੀਪ ਜੀ, ਇੱਕ ਗੱਲ ਮੈਂ ਤੁਹਾਡੇ ਨਾਲ ਜ਼ਰੂਰ ਕਰਨੀ ਚਾਹਾਂਗਾ, ਕਿਸਾਨਾਂ ਦੇ ਲਈ ਜਿਹੜੀਆਂ ਕੁਛ ਇੱਕ ਗੱਲਾਂ ਪਹਿਲੀ ਮੀਟਿੰਗ ਦੇ ਵਿੱਚ ਆਈਆਂ, ਉਹਨਾਂ ਵਿੱਚ ਜਿਹੜੀ ਆਪਾਂ ਪਹਿਲਾਂ ਡਿਸਕਸ ਕੀਤੀ ਹੈ ਕਿ ਕਿਸਾਨਾਂ ਨੂੰ ਜਿਹੜਾ ਹੈ ਹੁਣ ਉਹ ਡਰ ਨਹੀਂ ਰਹੇਗਾ ਕਿ ਉਹਨਾਂ ਦੀ ਜ਼ਮੀਨ ਦੀ ਨਿਲਾਮੀ ਹੋ ਜਾਵੇਗੀ, ਉਹਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ। ਦੂਜਾ 60 ਦਿਨਾਂ ਦੇ ਵਿੱਚ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਨੂੰ, ਆਫੀਸ਼ੀਅਲਸ ਨੂੰ ਜਿਹੜੇ ਹੈਗੇ ਆ ਉਹ ਰਿਪੋਰਟ ਬਣਾਉਣ ਦੀ ਜਿਹੜੀ ਹੈਗੀ ਆ ਨਿਰਦੇਸ਼ ਦੇ ਦਿੱਤੇ ਆ ਕਿ ਉਹ 60 ਦਿਨਾਂ ਦੇ ਵਿੱਚ ਕਿਸਾਨ ਜਿਹੜੇ ਕਰਜ਼ੇ ਥੱਲੇ ਕਿਸਾਨ ਨੇ ਉਹਨਾਂ ਦੀ ਇੱਕ ਰਿਪੋਰਟ ਪੇਸ਼ ਕਰਨ, ਤਾਂ ਕਿ ਕਿਸਾਨਾਂ ਦੇ ਕਰਜ਼ਿਆਂ ਨੂੰ ਮਾਫੀ ਨੂੰ ਲੈ ਕੇ ਜਾਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਸ ਸਮੱਸਿਆ ਨੂੰ ਹੱਲ ਕਰਨਾ, ਉਹਦੇ ਉੱਪਰ ਕੋਈ ਜਿਹੜੀ ਠੋਸ ਕੰਮ ਕੀਤਾ ਜਾ ਸਕੇ। ਬਿਜਲੀ ਕਿਸਾਨਾਂ ਦੀ ਜਿਹੜੀ ਹੈਗੀ ਆ ਉਹ ਫਰੀ ਜਿਹੜੀ ਉਹਨਾਂ ਨੂੰ ਦਿੱਤੀ ਜਾਂਦੀ ਆ ਉਹ ਜਾਰੀ ਰਹੇਗੀ, ਤੇ ਸਬਸਿਡੀ ਜਿਹੜੀਆਂ ਵੀ ਜਿੱਥੇ ਜਿੱਥੇ ਗਰੀਬਾਂ ਨੂੰ ਮਿਲਦੀਆਂ ਉਹ ਵੀ ਜਾਰੀ ਰਹਿਣਗੀਆਂ। ਆਸ਼ੀਰਵਾਦ ਸਕੀਮ ਜਾਰੀ ਰਹੂਗੀ, ਸ਼ਗਨ ਸਕੀਮ ਜਾਰੀ ਰਹੂਗੀ, ਆਟਾ ਦਾਲ ਸਕੀਮ ਜਿਹੜੀ ਹੈਗੀ ਆ ਉਹ ਜਾਰੀ ਰਹੂਗੀ। ਕੀ ਲੱਗਦਾ ਸ਼ਬਦੀਸ਼ ਜੀ ਤੁਹਾਨੂੰ, ਕਿਉਂਕਿ ਆਪਾਂ ਜੇ ਮਨਪ੍ਰੀਤ ਬਾਦਲ ਦਾ ਅਕਾਲੀ ਸਰਕਾਰ ਵੇਲੇ ਜਦੋਂ ਫਾਈਨਾਂਸ ਮਿਨਿਸਟਰ ਸੀ ਤੇ ਸਭ ਤੋਂ ਵੱਡੀ ਗੱਲ ਜਿਹੜੀ ਉਹ ਕਰਿਆ ਕਰਦੇ ਸਨ, ਜਿੱਥੇ ਉਹ ਸਾਦੇ ਜੀਵਨ ਦੀ, ਸਾਦੇ ਦੀ VIP ਕਲਚਰ ਦੀ ਗੱਲ ਕਰਦੇ ਸੀ, ਬਹੁਤ ਸਾਰੀਆਂ ਬੱਚਤ ਦੀਆਂ ਗੱਲਾਂ ਕਰਦੇ ਸੀ, ਉੱਥੇ ਸਬਸਿਡੀ ਦਾ ਵੀ ਕਾਫੀ ਜ਼ਿਆਦਾ ਵਿਰੋਧ ਸੀ, ਫ੍ਰੀ ਬਿਜਲੀ ਦਾ ਵੀ ਕਾਫੀ ਜ਼ਿਆਦਾ ਵਿਰੋਧ ਸੀ। ਪਰ ਇਸ ਵਾਰ ਜਿਹੜੇ ਫੈਸਲੇ ਲਏ ਗਏ ਨੇ ਉਹਦੇ ਵਿੱਚ ਫ੍ਰੀ ਬਿਜਲੀ ਤੇ ਸਬਸਿਡੀ ਜਿਹੜੀ ਹੈਗੀ ਆ ਉਹ ਬੰਦ ਨਹੀਂ ਕੀਤੀ ਗਈ। ਕੁਲਵੀਰ ਜੀ, ਮੈਂ ਗੱਲ ਤਾਂ ਦੂਸਰੇ ਮੁੱਦੇ ਦੀ ਵੀ ਨਾਲ ਜੋੜ ਕੇ ਕਰਾਂਗਾ, ਜਿਹੜੀ ਨਸ਼ੇ ਨਾਲ ਸੰਬੰਧਿਤ ਅਸੀਂ ਚਰਚਾ ਕਰ ਰਹੇ ਸੀ, ਪਰ ਮੈਂ ਗੱਲ ਸ਼ੁਰੂ ਇੱਥੋਂ ਹੀ ਕਰਾਂਗਾ ਜਿਹੜਾ ਤੁਸੀਂ ਸਵਾਲ ਕੀਤਾ।
ਜੀ ਮਨਪ੍ਰੀਤ ਸਿੰਘ ਬਾਦਲ ਨੂੰ ਅਸੀਂ ਬਹੁਤ ਹੀ ਗੰਭੀਰਤਾ ਨਾਲ ਅਸੀਂ ਐਗਰੀ ਕਰੀਏ ਡਿਸਐਗਰੀ ਕਰੀਏ, ਉਹ ਇੱਕ ਅਲੱਗ ਇਸ਼ੂ ਹੋ ਸਕਦਾ। ਉਹਦੇ ਤੇ ਮੈਂ ਜ਼ਿਆਦਾ ਡਿਟੇਲ 'ਚ ਗੱਲ ਨਹੀਂ ਕਰਾਂਗਾ। ਡਾਕਟਰ ਮਨਮੋਹਨ ਸਿੰਘ ਦਾ ਕਾਰਪੋਰੇਟੀ ਵਰਤਾਰਾ ਤੇ ਮਨਪ੍ਰੀਤ ਸਿੰਘ ਬਾਦਲ ਦੀ ਉਸੇ ਕਿਸਮ ਸਪੋਰਟ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਉਹਨਾਂ ਦੀ ਸਾਂਝ ਨੂੰ ਸ਼ੋ ਕਰਦਾ। ਪਰ ਇੱਕ ਗੱਲ ਜਿਹੜੀ ਸਾਨੂੰ ਨਜ਼ਰ ਆਉਂਦੀ ਹੈ ਕਿ ਕੇਂਦਰ ਸਰਕਾਰ ਦੇ ਲੈਵਲ ਦੇ ਉੱਤੇ ਡਾਕਟਰ ਮਨਮੋਹਨ ਸਿੰਘ ਜਿਹੜੇ ਕਾਰਪੋਰੇਟੀ ਜਗਤ ਦੇ ਵਿੱਚ ਸਬਸਿਡੀਆਂ, ਖਾਸ ਕਰਕੇ ਜਿਹੜੇ ਪ੍ਰੋ ਪੀਪਲ ਸਬਸਿਡੀਜ਼ ਨੇ, ਉਹਨਾਂ ਨੂੰ ਬੰਦ ਕਰਨ ਦਾ ਜਿਹੜਾ ਦਬਾਅ ਕਾਰਪੋਰੇਟ ਜਗਤ ਵੱਲੋਂ ਪੈਂਦਾ, ਮਨਮੋਹਨ ਸਿੰਘ ਵੀ ਉਹਦੇ ਨਾਲ ਐਗਰੀ ਕਰਦੇ ਸਨ। ਪਰ ਜਿਸ ਕਿਸਮ ਦੇ ਹਾਲਾਤ ਸਨ ਦੇਸ਼ ਦੇ ਵਿੱਚ, ਜਿਸ ਪੱਧਰ ਦੇ ਉੱਤੇ ਦੇਸ਼ ਦੇ ਵਿੱਚ ਗਰੀਬੀ ਸੀ, ਜਿਸ ਪੱਧਰ ਦੇ ਉੱਤੇ ਦੇਸ਼ ਦੇ ਵਿੱਚ ਸੰਕਟ ਬਣਿਆ ਹੋਇਆ ਸੀ, ਜਿਸ ਸਿਚੁਏਸ਼ਨ ਦੇ ਵਿੱਚ ਮਨਰੇਗਾ ਵਰਗੀਆਂ ਜਿਹੜੀਆਂ ਸਕੀਮਾਂ ਲੈ ਕੇ ਆਉਣੀਆਂ ਪੈਂਦੀਆਂ ਭਾਰਤ ਦੀ ਸਰਕਾਰ ਨੂੰ, ਉਹਨਾਂ ਸਿਚੁਏਸ਼ਨ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਸਬਸਿਡੀ ਨੂੰ ਸਿਧਾਂਤਕ ਤੌਰ ਦੇ ਉੱਤੇ ਖਿਲਾਫ ਹੁੰਦੇ ਹੋਏ ਵੀ ਜਾਰੀ ਰੱਖਣ ਦੇ ਲਈ ਮਜਬੂਰ ਸਨ। ਲਗਭਗ ਇਹੀ ਪੋਜੀਸ਼ਨ ਪੰਜਾਬ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਮਨਪ੍ਰੀਤ ਸਿੰਘ ਬਾਦਲ ਦੀ ਵੀ ਬਣੀ ਹੋਈ ਹੈ ਕਿ ਉਹ ਸਿਧਾਂਤਕ ਤੌਰ ਤੇ ਇਹਨਾਂ ਚੀਜ਼ਾਂ ਦੇ ਖਿਲਾਫ ਹੁੰਦੇ ਹੋਏ ਵੀ ਇਹਨਾਂ ਚੀਜ਼ਾਂ ਨੂੰ ਜਾਰੀ ਰੱਖਣ ਦੇ ਲਈ ਮਜਬੂਰ ਹੋਣਗੇ। ਕਾਂਗਰਸ ਪਾਰਟੀ ਜਿਹੜੀ ਆਟਾ ਦਾਲ ਸਕੀਮ ਦਾ ਕਿਸੇ ਦੌਰ ਦੇ ਵਿੱਚ ਵਿਰੋਧ ਕਰਦੀ ਸੀ, ਬਾਦਲ ਦੀ ਚਲਾਕੀ ਸਮਝਦੀ ਸੀ, ਬਾਦਲ ਵੱਲੋਂ ਲੋਕਾਂ ਨੂੰ ਭਰਮਾਉਣ ਦੀਆਂ ਗੱਲਾਂ ਕਹਿੰਦੀ ਸੀ, ਉਹ ਇਸ ਗੱਲ ਲਈ ਮਜਬੂਰ ਰਹੇਗੀ ਕਿ ਉਹਨੂੰ ਇਹ ਕੰਟੀਨਿਊ ਕਰਨਾ ਪਵੇਗਾ ਕਿਸਾਨਾਂ ਲਈ ਵੀ, ਕਿਉਂਕਿ ਇੰਨੀਆਂ ਜ਼ਿਆਦੀਆਂ ਲੋਕਾਂ ਦੇ ਦਿਲਾਂ ਸਾਰ ਉਹਨਾਂ ਨੂੰ ਵਾਪਸ ਲੈਂਦੇ ਸਾਰ ਹੀ ਸਰਕਾਰ ਦੇ ਵਿਰੁੱਧ ਇੱਕ ਮਾਹੌਲ ਕ੍ਰੀਏਟ ਹੋ ਜਾਏਗਾ। ਇਸ ਕਰਕੇ ਇਹ ਚੀਜ਼ਾਂ ਕੰਟੀਨਿਊ ਰੱਖਣਾ ਇੱਕ ਤਰ੍ਹਾਂ ਨਾਲ ਸਿਧਾਂਤਕ ਲੋੜ ਨਹੀਂ, ਸਿਆਸੀ ਮਜਬੂਰੀ ਦੀ ਸ਼ਕਲ ਦੇ ਵਿੱਚ ਸਾਨੂੰ ਇਸ ਚੀਜ਼ ਨੂੰ ਵੇਖਣਾ ਪਵੇਗਾ। ਮਨਪ੍ਰੀਤ ਸਿੰਘ ਬਾਦਲ ਨੇ ਖਰਚੇ ਘਟਾਉਣ ਦੇ ਲਈ ਬਹੁਤ ਕੁਝ ਕੀਤਾ, ਪਰ ਜਿਹੜੀ ਉਹਨਾਂ ਦੇ ਉੱਤੇ ਇੱਕ ਜ਼ਿੰਮੇਵਾਰੀ ਪਈ ਹੋਈ ਹੈ, ਰੁਜ਼ਗਾਰ ਉਤਪਤੀ ਦਾ ਡਿਪਾਰਟਮੈਂਟ ਵੀ ਉਹਨਾਂ ਨੂੰ ਨਾਲ ਦਿੱਤਾ ਗਿਆ ਵਾ ਫਾਈਨਾਂਸ ਮਿਨਿਸਟਰ ਦੇ ਹੁੰਦੇ ਹੋਏ। ਉਹ ਰੁਜ਼ਗਾਰ ਕਿਵੇਂ ਉਤਪੰਨ ਕਰਨਗੇ ਜਿਹਦੇ ਨਾਲ ਸਰਕਾਰ ਦੀ ਕਮਾਈ ਵੀ ਵੱਧਦੀ ਰਹੇ ਤੇ ਲੋਕਾਂ ਦੀ ਜੇਬ ਦੇ ਵਿੱਚ ਵੀ ਕਮਾਈ ਵਧੇ, ਜਿਹਦੇ ਨਾਲ ਉਹਨਾਂ ਨੂੰ ਰੁਜ਼ਗਾਰ ਮਿਲੇ। ਪੰਜਾਬ ਦੇ ਲਈ ਇਹ ਕੋਈ ਬਹੁਤ ਸੌਖੀ ਗੇਮ ਨਹੀਂ ਹੈ ਜਿਹੜੀ ਪੰਜਾਬ ਸਰਕਾਰ ਨੂੰ ਕਾਂਗਰਸ ਦੀ ਅਗਵਾਈ ਦੇ ਵਿੱਚ 5 ਸਾਲਾਂ ਦੇ ਵਿੱਚ ਕੰਮ ਕਰਨਾ ਪਵੇਗਾ। ਔਰ ਜੇ ਉਹ 5 ਸਾਲਾਂ ਦੇ ਵਿੱਚ ਜੋ ਹੁਣ ਉਹ ਅੱਜ ਕਹਿ ਰਹੇ ਨੇ ਉਹਨੂੰ ਕੰਟੀਨਿਊ ਕਰਦੇ ਨੇ ਤਾਂ ਲਾਜ਼ਮੀ ਤੌਰ ਦੇ ਉੱਤੇ ਅੱਜ ਵਾਲਾ ਪੰਜਾਬ ਤੇ 5 ਸਾਲਾਂ ਵਾਲੇ ਬਾਅਦ ਵਾਲੇ ਪੰਜਾਬ ਦੇ ਵਿੱਚ ਅਸੀਂ ਤਸਵੀਰ ਬਦਲੀ ਹੋਈ ਵੇਖ ਸਕਾਂਗੇ। ਅਗਲੀ ਗੱਲ ਮੈਂ ਜਿਹੜੀ ਪਹਿਲੇ ਸਵਾਲ ਨਾਲ ਜੋੜ ਕੇ ਕਰਨੀ ਚਾਹੁੰਦਾ ਕਿ ਜੇ ਅਸੀਂ ਭਾਰਤ ਦੀ ਪੁਲਿਸ ਬਾਰੇ ਇੱਕ ਚੁਟਕਲੇ ਦੀ ਸ਼ਕਲ ਦੇ ਵਿੱਚ ਵੇਖੀਏ ਤੇ ਚੁਟਕਲੇ ਦੇ ਅੰਦਰ ਵੀ ਕੋਈ ਸੱਚਾਈ ਹੁੰਦੀ ਹੈ, ਉਸ ਲਿਹਾਜ਼ ਦੇ ਨਾਲ ਦੇਖੀਏ ਤੇ ਨਸ਼ੇ ਦੇ ਕਾਰੋਬਾਰ ਬਾਰੇ ਇੱਕ ਟਿੱਪਣੀ ਬੜੀ ਦਿਲਚਸਪ ਹੋ ਸਕਦੀ ਹੈ। ਅਕਸਰ ਲੋਕੀ ਚੁਟਕਲੇ ਦੀ ਸ਼ਕਲ ਦੇ ਵਿੱਚ ਸੁਣਾਉਂਦੇ ਨੇ ਕਿ ਅਮਰੀਕਾ ਦੀ ਪੁਲਿਸ ਨੇ ਆਹ ਦਾਅਵਾ ਕੀਤਾ, ਇੰਗਲੈਂਡ ਦੀ ਪੁਲਿਸ ਨੇ ਆਹ ਦਾਅਵਾ ਕੀਤਾ ਕਿ ਅਸੀਂ ਫਲਾਂ ਚੀਜ਼ ਨੂੰ ਇੰਨੇ ਦਿਨਾਂ ਦੇ ਵਿੱਚ ਲੱਭ ਸਕੇ ਸੀ, ਤੇ ਪੰਜਾਬ ਦੀ ਜਾਂ ਭਾਰਤ ਦੀ ਪੁਲਿਸ ਬਾਰੇ ਕਹਿੰਦੇ ਵੀ ਤੁਸੀਂ ਬਾਅਦ ਦੇ ਵਿੱਚ ਲੱਭਣ ਦੀਆਂ ਗੱਲਾਂ ਕਰਦੇ ਹੋ, ਸਾਨੂੰ ਤਾਂ ਪਹਿਲਾਂ ਹੀ ਪਤਾ ਹੁੰਦਾ ਕਿ ਫਲਾਂ ਦਿਨ ਕਤਲ ਹੋ ਜਾਏਗਾ, ਫਲਾਂ ਦਿਨ ਨਸ਼ਾ ਬਾਰਡਰ ਦੇ ਉੱਤੇ ਸੁੱਟਿਆ ਜਾਏਗਾ, ਫਲਾਂ ਦਿਨ ਨਸ਼ਾ ਉੱਥੋਂ ਚੁੱਕਿਆ ਜਾਏਗਾ। ਚੁਟਕਲੇ ਦੀ ਸ਼ਕਲ ਦੇ ਵਿੱਚ ਅਸੀਂ ਇਦਾਂ ਦੀਆਂ ਗੱਲਾਂ ਕਰਦੇ ਹਾਂ। ਜੇ ਅਸੀਂ ਇਹਨੂੰ ਥੋੜਾ ਜਿਹਾ ਚੁਟਕਲੇ ਨੂੰ ਸਮਾਜਿਕ ਸੱਚ ਦੇ ਵਿੱਚੋਂ ਪੈਦਾ ਹੋਇਆ ਜਾਣ ਕੇ ਵੇਖਣ ਦਾ ਯਤਨ ਕਰੀਏ ਤੇ ਮੈਂ ਸਮਝਦਾ 1 ਮਹੀਨੇ ਦੇ ਵਿੱਚ ਸੁਦਾਗਰ ਜਿਹੜੇ ਨਸ਼ੇ ਦੇ ਨੇ ਉਹਨਾਂ ਨੂੰ ਟ੍ਰੇਸ ਕਰਨਾ ਤੇ ਉਸ ਕੜੀ ਨੂੰ ਤੋੜਨਾ ਪੰਜਾਬ ਸਰਕਾਰ ਲਈ ਕੋਈ ਬਹੁਤ ਔਖੀ ਗੇਮ ਨਹੀਂ ਹੈ। ਔਖੀ ਗੇਮ ਇਹ ਹੈ ਕਿ ਜਿਹੜੇ ਲੋਕ ਇਹਦੇ ਸ਼ਿਕਾਰ ਹੋ ਗਏ ਨੇ ਉਹਨਾਂ ਪ੍ਰਤੀ ਮਾਨਵੀ ਰਵੱਈਆ ਅਖਤਿਆਰ ਕਰਨਾ, ਜਿਹੜੇ ਛੋਟੇ ਲੈਵਲ ਦੇ ਉੱਤੇ ਉਹਨਾਂ ਦੇ ਪਾਂਡੀ ਨੇ ਉਹਨਾਂ ਪ੍ਰਤੀ ਕੀ ਬਿਹੇਵ ਕਰਨਾ, ਜਿਹੜੇ ਵੱਡੇ ਸੁਦਾਗਰ ਨੇ ਉਹਨਾਂ ਪ੍ਰਤੀ ਕੀ ਬਿਹੇਵ ਕਰਨਾ, ਜਿਹੜੇ ਛੋਟੇ ਛੋਟੇ ਪੱਧਰ ਦੇ ਉੱਤੇ ਨਸ਼ਾ ਵਰਤਾਉਣ ਦੇ ਨੈਟਵਰਕ ਦੇ ਵਿੱਚ ਸ਼ਾਮਲ ਨੇ ਉਹਨਾਂ ਨਾਲ ਕੀ ਨਜ਼ਰੀਆ ਹੋਵੇ ਸਰਕਾਰ ਦਾ, ਤੇ ਸਭ ਤੋਂ ਵੱਡੀ ਗੱਲ ਜਿਹੜੇ ਰੋਗੀ ਬਣ ਚੁੱਕੇ ਨੇ ਨਸ਼ੇ ਦੇ ਉਹਨਾਂ ਪ੍ਰਤੀ ਕਿਸ ਕਿਸਮ ਦਾ ਮਾਨਵੀ ਰਵੱਈਆ ਹੋਵੇ। ਇਹ ਕਾਫੀ ਔਖਾ ਵੀ ਤੇ ਟੇਢਾ ਵੀ ਮਸਲਾ ਹੈ ਕਿਉਂਕਿ ਪੁਲਿਸ ਆਮ ਤੌਰ ਦੇ ਉੱਤੇ ਇਦਾਂ ਦੇ ਕੰਮ ਕਰਨ ਦੀ ਆਦੀ ਹੈ ਕਿ 4 ਨਸ਼ੇ ਜਿਹੜੇ ਛੋਟੇ ਛੋਟੇ ਨਸ਼ੇ ਕਰਨ ਵਾਲੇ ਨੇ ਉਹਨਾਂ ਕੋਲੋਂ ਨਸ਼ਾ ਬਰਾਮਦ ਕੀਤਾ ਜਾਵੇ, ਕੇਸ ਪਾ ਦਿੱਤੇ ਜਾਣ ਤੇ ਫਿਰ ਸ਼ੋਅ ਕਰ ਦਿੱਤਾ ਜਾਵੇ ਕਿ ਅਸੀਂ ਇੰਨੇ ਲੋਕ ਨਸ਼ੇ ਦੇ ਧੰਦੇ ਨਾਲ ਜੁੜੇ ਹੋਏ ਗ੍ਰਿਫਤਾਰ ਕਰ ਲਏ ਨੇ। ਪਿਛਲੀ ਸਰਕਾਰ ਨੇ ਵੀ ਇਦਾਂ ਦੀ ਡਰਾਮੇਬਾਜ਼ੀ ਕੀਤੀ। ਸਵਾਲ ਸਿਰਫ ਹੁਣ ਇਹ ਬਣਦਾ ਕਿ ਜਿਹੜੇ ਰੋਗੀ ਹੋ ਚੁੱਕੇ ਨੇ ਜੇ ਉਹਨਾਂ ਤੋਂ ਨਸ਼ਾ ਫੜਿਆ ਜਾਂਦਾ ਉਹਨੂੰ ਕਿਵੇਂ ਲੈਣਾ ਔਰ ਉਹਦੇ ਰਾਹੀਂ ਉਹਨਾਂ ਨੇ ਉਸ ਨੈਟਵਰਕ ਨੂੰ ਤੋੜਨ 'ਚ ਕਿਵੇਂ ਹੈਲਪ ਲੈਣੀ ਹੈ। ਇਹ ਚੀਜ਼ਾਂ ਨੇ ਕਾਫੀ ਔਖੀ ਗੇਮ ਹੋਏਗੀ ਔਰ ਮੈਨੂੰ ਲੱਗਦਾ ਜੇ
ਸੱਚਮੁੱਚ ਤਾਣਾ ਪੇਟਾ ਤੋੜਨ ਦੀ ਗੱਲ ਹੋਵੇ ਤਾਂ ਮੇਰੇ ਖਿਆਲ ਸਮਰੱਥ ਹੈ ਪੁਲਿਸ ਪੰਜਾਬ ਦੀ, ਵੀ ਉਹ ਬੜੀ ਆਸਾਨੀ ਨਾਲ ਤੋੜ ਸਕਦੀ ਹੈ। ਸਵਾਲ ਇਸ ਨਸ਼ਾ ਮੁਕਤੀ ਦਾ ਵਾ, ਨਸ਼ਾ ਮੁਕਤੀ ਸਿਰਫ ਤਾਣਾ ਪੇਟਾ ਤੋੜਨਾ ਨਹੀਂ ਹੈ, ਉਹ ਇਸ ਤੋਂ ਜ਼ਿਆਦਾ ਵੱਡਾ ਸਵਾਲ ਹੈ ਔਰ ਉਹਦੇ ਕਈ ਕਿਸਮ ਦੇ ਸੋਸ਼ੀਓਲੋਜੀਕਲ ਕਾਰਨ ਵੀ ਨੇ, ਪ੍ਰਸ਼ਾਸਨਿਕ ਲੋੜਾਂ ਵੀ ਨੇ, ਔਰ ਸਭ ਤੋਂ ਵੱਡੀ ਗੱਲ ਹੈ ਮਾਨਵੀ ਲੋੜਾਂ ਵੀ ਨੇ। ਉਹਨਾਂ ਨੂੰ ਕਿਵੇਂ ਕਰਨਾ ਹੈ ਪਤਾ ਨਹੀਂ, ਗਾਂਧੀ ਵਾਲੇ ਮਾਡਲ ਨੂੰ ਕਿਸੇ ਹੱਦ ਤੱਕ ਹੋ ਸਕਦਾ ਅਪਣਾਉਣਾ ਪਵੇ, ਹਾਲਾਂਕਿ ਉਹਨੂੰ ਅਪਣਾਉਣ ਦਾ ਮਤਲਬ ਇੱਕ ਤਰ੍ਹਾਂ ਨਾਲ ਨਸ਼ੇ ਨੂੰ ਪ੍ਰਮੋਟ ਕਰਨ ਵਰਗੀ ਗੱਲ ਵੀ ਕਿਸੇ ਨੂੰ ਲੱਗ ਸਕਦੀ ਹੈ। ਬਿਲਕੁਲ, ਮੈਂ ਸਮਾਂ ਨਹੀਂ ਆ ਕਿ ਅਸੀਂ ਇੱਕ ਇਸ ਵਿਸ਼ੇ ਦੇ ਉੱਪਰ ਅਗਰ ਪਰਮਜੀਤ ਜੀ ਤੁਸੀਂ ਕੁਝ ਕਹਿਣਾ ਚਾਹੋ ਤੇ ਨਾਲ ਹੀ ਕਹਿ ਲੈਣਾ, ਪਰ ਮੈਂ ਅਗਲਾ ਸਵਾਲ ਜਿਹੜਾ ਹੈ ਜਾਂ ਅਗਲਾ ਜਿਹੜਾ ਪੁਆਇੰਟ ਹੈ ਉਹ ਜ਼ਰੂਰ ਰੱਖਣਾ ਚਾਹਾਂਗਾ ਆਪਣੇ ਦਰਸ਼ਕਾਂ ਦੇ ਅੱਗੇ ਕਿ ਹਲਕਾ ਇੰਚਾਰਜ ਜਿਹੜਾ ਇੱਕ ਬਿਲਕੁਲ ਹੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਸਰਕਾਰ ਨੇ ਇੱਕ ਬਿਲਕੁਲ ਹੀ ਨਵੀਂ ਟਰਮ ਜਿਹੜੀ ਪੰਜਾਬ ਦੇ ਵਿੱਚ ਜਿੱਦਾਂ ਡਿਪਟੀ ਸੀਐਮ ਦੀ ਟਰਮ ਲੈ ਕੇ ਆਏ ਸੀ, ਉਸੇ ਤਰੀਕੇ ਨਾਲ ਹਲਕਾ ਇੰਚਾਰਜ ਦੀ ਇੱਕ ਟਰਮ ਲੈ ਕੇ ਆਏ ਸੀ ਜਿਹੜੀ ਕਿ ਮੇਰਾ ਖਿਆਲ ਦੇ ਨਾਲ ਜਿੰਨੇ ਵਿਰੋਧੀ ਧਿਰਾਂ ਦੇ ਵਿਧਾਇਕ ਸੀ ਉਹਨਾਂ ਨੂੰ ਕੰਮ ਕਰਨ ਤੋਂ ਪੂਰਨ ਤੌਰ ਤੇ ਰੋਕ ਦਿੰਦੇ ਸੀ। ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਹੁੰਦਾ ਸੀ, ਜਿਹੜੇ ਲੋਕਲ ਕੰਮ ਹੁੰਦੇ ਸੀ, ਉਹ ਸਾਰੇ ਹਲਕਾ ਇੰਚਾਰਜ ਜਿਹੜੇ ਹੈ ਉਹ ਆਪਣੇ ਹੱਥਾਂ ਦੇ ਵਿੱਚ ਕਰਦੇ ਸੀ ਜਾਂ ਇਜਾਜ਼ਤ ਨਹੀਂ ਹੁੰਦੀ ਸੀਗੀ ਬਹੁਤ ਸਾਰੇ ਜਿਹੜੇ ਸਰਕਾਰੀ ਮਸ਼ੀਨਰੀ ਨੂੰ ਕਿ ਉਹਨਾਂ ਦੀ ਇਜਾਜ਼ਤ ਤੋਂ ਬਗੈਰ ਉਹ ਕੰਮ ਕਰ ਸਕੇ। ਉਹਦੇ ਉੱਪਰ ਜਿਹੜਾ ਹੈ ਉਹ ਪੂਰਨ ਤੌਰ ਤੇ ਰੋਕ ਔਰ ਉਹਨੂੰ ਬੰਦ ਕਰ ਦਿੱਤਾ ਗਿਆ ਹੈ ਕਾਂਗਰਸ ਵੱਲੋਂ। ਦੂਸਰਾ DTO ਜਿਹੜਾ ਇੱਕ ਉੱਥੇ ਸਿਸਟਮ ਸੀ DTO RTO ਵਾਲਾ, ਉਹ ਸਿਸਟਮ ਨੂੰ ਖਤਮ ਕਰ ਦਿੱਤਾ ਗਿਆ। ਤੀਸਰਾ ਇੰਪਰੂਵਮੈਂਟ ਟਰਸਟ ਵੀ ਜਿਹੜੇ ਹੈਗੇ ਨੇ ਉਹਨਾਂ ਨੂੰ ਖਤਮ ਕਰਨ ਦੀ ਗੱਲ ਕਰ ਦਿੱਤੀ ਗਈ ਆ। ਕੀ ਲੱਗਦਾ ਤੁਹਾਨੂੰ ਇਹ ਤਿੰਨ ਚੀਜ਼ਾਂ ਜਿਹੜੀਆਂ ਜਿਨ੍ਹਾਂ ਨੂੰ ਬਿਲਕੁਲ ਅਬੋਲਿਸ਼ ਕਰ ਦਿੱਤਾ ਗਿਆ, ਬਿਲਕੁਲ ਖਤਮ ਕਰ ਦਿੱਤਾ ਗਿਆ, ਕਾਂਗਰਸ ਇਹ ਤਿੰਨ ਚੀਜ਼ਾਂ ਖਤਮ ਕਰਕੇ ਕੀ ਪੰਜਾਬ ਦੇ ਵਿੱਚ ਜਿਹੜੇ ਸੁਧਾਰ ਲਿਆਉਣੇ ਚਾਹ ਰਹੀ ਆ ਉਹ ਤੁਹਾਨੂੰ ਦਿਖਦੇ ਨੇ ਵੀ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਉਹ ਆਮ ਲੋਕਾਂ ਦੀ ਜਿਹੜੀ ਗੱਲ ਹੈਗੀ ਆ ਉਹ ਜਿਹੜੀ ਹੈਗੀ ਆ ਉਹਨਾਂ ਦੇ ਵਿਧਾਇਕਾਂ ਤੱਕ ਪਹੁੰਚੇਗੀ ਔਰ ਜਿਹੜਾ ਵਿੱਚ ਆਪਾਂ ਕਹਿ ਸਕਦੇ ਕਰਪਸ਼ਨ ਨੂੰ ਵਧਾਉਣ ਵਾਲਾ ਜਿਹੜੇ ਵਿੱਚ ਏਜੰਟ ਜਾਂ ਕਹਿ ਲਓ ਕਿ ਜਿਹੜੇ ਜ਼ਿਆਦਾ ਸਿਸਟਮ ਬਣਿਆ ਹੋਇਆ ਕਿਤੇ ਨਾ ਕਿਤੇ ਸਰਕਾਰੀ ਖਰਚਾ ਤੇ ਘਟੇਗਾ ਹੀ, ਉੱਥੇ ਜਿੱਥੇ ਕਰਪਸ਼ਨ ਵੀ ਵੱਧਦੀ ਹੈ ਜਿੰਨੇ ਜ਼ਿਆਦਾ ਲੋਕ ਵਿੱਚ ਇਨਵੋਲਵ ਹੋ ਜਾਂਦੇ ਨੇ ਉਹਨਾਂ ਨੂੰ ਵੀ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਿਲਕੁਲ ਕੁਲਵੀਰ ਜੀ, ਜਿਹੜਾ ਹਲਕਾ ਇੰਚਾਰਜ ਦਾ ਸਿਸਟਮ ਜਿਹੜਾ ਸ਼ੁਰੂ ਕੀਤਾ ਗਿਆ ਸੀ ਉਹ ਸਮਝਣ ਦੀ ਲੋੜ ਹੈ ਕਿ ਹਲਕਾ ਇੰਚਾਰਜ ਦਾ ਸਿਸਟਮ ਕਿਉਂ ਸ਼ੁਰੂ ਕੀਤਾ ਗਿਆ ਸੀ। ਹਲਕਾ ਇੰਚਾਰਜ ਦਾ ਸਿਸਟਮ ਸ਼ੁਰੂ ਕੀਤਾ ਗਿਆ ਸੀ ਉਹਨਾਂ ਹਲਕਿਆਂ ਦੇ ਵਿੱਚ ਜਿੱਥੇ ਕਿ ਅਕਾਲੀ ਦਲ ਦੇ MLA ਨਹੀਂ ਸੀਗੇ ਔਰ ਅਕਾਲੀ ਦਲ ਦੇ ਜਿਹੜੇ ਅਦਰ ਲੀਡਰ ਸੀਗੇ ਉਹਨਾਂ ਦਾ ਕਿਤੇ ਨਾ ਕਿਤੇ ਥੋੜਾ ਬਹੁਤਾ ਕਾਡਰ ਇੰਨਾ ਸੀਗਾ ਕਿ ਉਹ ਉੱਥੇ ਸਰਵਾਈਵ ਕਰ ਸਕਦੇ। ਕਿਤੇ ਨਾ ਕਿਤੇ ਜਿਵੇਂ ਮੋਹਾਲੀ ਦੀ ਅਗਰ ਆਪਾਂ ਗੱਲ ਕਰੀਏ ਤਾਂ ਮੋਹਾਲੀ ਤੋਂ ਬਲਵੰਤ ਸਿੰਘ ਰਾਮੂਵਾਲੀਆ ਨੂੰ ਹਲਕਾ ਇੰਚਾਰਜ ਬਣਾਇਆ ਗਿਆ ਸੀ। ਉਹ ਰਾਮੂਵਾਲੀਆ ਸਾਹਿਬ ਹਫ਼ਤੇ 'ਚ ਇੱਕ ਦਿਨ ਵੀਰਵਾਰ ਵਾਲੇ ਦਿਨ ਇੱਥੋਂ ਇੱਕ ਗੁਰਦੁਆਰਾ ਹੈਗਾ ਗੁਰਦੁਆਰਾ ਰਾਮ ਸਾਹਿਬ, ਉਹਦੇ ਦਫ਼ਤਰ ਦੇ ਵਿੱਚ ਉੱਥੇ ਆਪਣੀ ਬਕਾਇਦਾ ਰਾਮੂਵਾਲੀਆ ਦਰਬਾਰ ਲਗਾਉਂਦੇ ਸੀ ਜਿੱਥੇ ਲੋਕ ਆਉਂਦੇ ਸੀਗੇ, ਅਕਾਲੀ ਦਲ ਦੇ ਵਰਕਰ ਆਉਂਦੇ ਸੀ, ਅਕਾਲੀ ਦਲ ਦੇ ਲੋਕਲ ਲੀਡਰ ਆਉਂਦੇ ਸੀ ਲੋਕਾਂ ਨੂੰ ਲੈ ਕੇ ਕੰਮ ਕਰਾਉਣ ਵਾਸਤੇ। ਤਾਂ ਉਹ ਐਸੇ ਸਮੇਂ ਦੇ ਦੌਰਾਨ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਸੀਗਾ, ਬੇਸ਼ੱਕ ਉਹ ਕਾਂਗਰਸ ਪਾਰਟੀ ਦਾ ਸੀ ਬਲਵੀਰ ਸਿੰਘ ਸਿੱਧੂ, ਉਹ ਕਿਤੇ ਨਾ ਕਿਤੇ ਉਹ ਬਿਲਕੁਲ ਜ਼ੀਰੋ ਹੋ ਕੇ ਰਹਿ ਜਾਂਦਾ ਸੀ। ਜ਼ਿਲ੍ਹੇ ਦੇ ਜਿੰਨੇ ਬਿਊਰੋਕ੍ਰੇਸੀ ਹਾਈ ਲੈਵਲ ਦੀ ਬਿਊਰੋਕ੍ਰੇਸੀ SSP DC SDM DTOs ਇਹਨਾਂ ਸਾਰਿਆਂ ਨੂੰ ਹਦਾਇਤਾਂ ਸੀ ਕਿ ਹਲਕਾ ਇੰਚਾਰਜ ਤੋਂ ਪੁੱਛੇ ਬਿਨਾਂ ਕੋਈ ਕੰਮ ਨਹੀਂ ਕਰਨਾ। ਇੱਥੋਂ ਤੱਕ ਕਿ ਥਾਣਿਆਂ ਦੇ SHO ਤੱਕ ਦੀ ਜਿਹੜੀ ਬਦਲੀ ਆ ਉਹ ਹਲਕਾ ਇੰਚਾਰਜ ਕਰਵਾਉਂਦੇ ਸੀਗੇ। SHO ਨੂੰ ਇਹ ਸਟ੍ਰਿਕਟ ਇੰਸਟਰਕਸ਼ਨਸ ਇਸ਼ੂ ਸੀ ਕਿ ਕਿਸੇ ਵੀ FIR ਨੂੰ ਦਰਜ ਕਰਨ ਤੋਂ ਪਹਿਲਾਂ ਇੱਕ ਵਾਰੀ ਹਲਕਾ ਇੰਚਾਰਜ ਦੀ ਪ੍ਰਵਾਨਗੀ ਲੈ ਲਈ ਜਾਵੇ। ਇਹਦੇ ਨਾਲ ਤੁਹਾਡਾ ਕਹਿਣ ਦਾ ਮਤਲਬ ਆ ਕਿ ਲੋਕਾਂ ਨੇ ਉਹਨੂੰ ਨੁਮਾਇੰਦੇ ਨੂੰ ਚੁਣਿਆ ਵੀ ਨਹੀਂ ਸੀ ਪਰ ਲੋਕਾਂ ਨੂੰ ਰਿਪਰੈਜ਼ੈਂਟ ਫਿਰ ਉਹੀ ਕਰ ਰਿਹਾ ਸੀ। ਬਿਲਕੁਲ ਜੀ ਬਿਲਕੁਲ, ਲੋਕਾਂ ਨੂੰ ਰਿਪਰੈਜ਼ੈਂਟ ਉਹੀ ਕਰ ਰਿਹਾ ਸੀਗਾ ਬਟ ਕਿਉਂਕਿ ਉਹਦੇ ਹੱਥ 'ਚ ਪਾਵਰ ਹੀ ਕੋਈ ਨਹੀਂ ਰਹਿ ਗਈ। SSP ਨੇ ਉਹਦੀ ਗੱਲ ਨਹੀਂ ਸੁਣਨੀ, DC ਨੇ ਉਹਦੀ ਗੱਲ ਨਹੀਂ ਸੁਣਨੀ, SDM ਨੇ ਉਹਦੀ ਗੱਲ ਨਹੀਂ ਸੁਣਨੀ, ਤਾਂ ਉਹ ਜੇ ਗੱਲ ਹੀ ਉਹਨੇ ਹਲਕਾ ਇੰਚਾਰਜ ਦੀ ਸੁਣਨੀ ਹੈ ਤਾਂ ਐਸੇ ਦੇ ਵਿੱਚ ਉਸ ਬੰਦੇ ਦੇ ਕੋਲ ਸਵਾਏ ਰੌਲਾ ਪਾਉਣ ਦੇ ਜਾਂ ਅਖਬਾਰਾਂ ਦੇ ਵਿੱਚ ਬਿਆਨ ਲਵਾਉਣ ਦੇ ਹੋਰ ਕੋਈ ਕੰਮ ਨਹੀਂ ਰਹਿ ਜਾਂਦਾ। ਠੀਕ ਹੈ ਜੀ, ਇਹਦੇ ਨਾਲ ਮੈਂ ਇੱਕ ਚੀਜ਼ ਜਿਹੜੀ ਐਡ ਆਨ ਕਰਨੀ ਚਾਹਾਂਗਾ, DTO ਦੀਆਂ ਜਿਹੜੀਆਂ ਪੋਸਟਾਂ ਖਤਮ ਕੀਤੀਆਂ ਇਹਦੇ 'ਚ ਇੱਕ ਮੈਂ ਆਪਣੇ ਦਰਸ਼ਕਾਂ ਦੀ ਜਾਣਕਾਰੀ 'ਚ ਇੱਕ ਛੋਟੀ ਜਿਹੀ ਚੀਜ਼ ਲਿਆਉਣਾ ਚਾਹੁੰਦਾ। ਮੋਹਾਲੀ ਤੋਂ DTO ਸੀਗੇ ਕਰਨ ਸਿੰਘ, ਉਹਨਾਂ ਦੀ ਵਾਈਫ ਜਿਹੜੇ ਹੈਗੇ ਨੇ ਉਹ ਅਕਾਲੀ ਦਲ ਦੇ MLA ਸੀਗੇ ਸ਼ਤਰਾਣਾ ਹਲਕੇ ਤੋਂ। ਤੋ ਈਵਨ ਕਿ ਉਹ DTO ਸਾਹਿਬ ਜਿਹੜੇ ਹੈਗੇ ਨੇ ਉਹ ਆਪਣੇ ਕੰਮ ਦੇ ਨਾਲ ਨਾਲ ਆਪਣੀ ਵਾਈਫ ਦੇ ਥਰੂ ਹੋਣ ਵਾਲੇ ਕੰਮਾਂ ਵਾਸਤੇ ਵੀ ਆਪਣੇ ਦਫ਼ਤਰ 'ਚ ਦਰਬਾਰ ਲਗਾਉਂਦੇ ਸੀਗੇ। ਤੇ ਅਨਫੋਰਚੂਨੇਟਲੀ ਇਸ ਟਾਈਮ ਜਿਹੜੀ ਉਹਨਾਂ ਦੀ ਵਾਈਫ ਹੈ ਉਹ ਇਲੈਕਸ਼ਨ ਨਹੀਂ ਜਿੱਤ ਸਕੇ ਔਰ ਸ਼ਾਇਦ ਉਹ ਤੀਸਰੇ ਨੰਬਰ ਤੇ ਰਹਿ ਗਏ ਨੇ ਜੇ ਮੇਰੀ ਜਾਣਕਾਰੀ ਗਲਤ ਨਹੀਂ ਹੈ।
ਤਾਂ ਡੀਟੀਓ ਦੀਆਂ ਜਿਹੜੀ ਪੋਸਟ ਹੈਗੀਆਂ ਨੇ, ਹਲਕਾ ਇੰਚਾਰਜ ਦੀਆਂ ਜਿਹੜੀ ਪੋਸਟ ਹੈਗੀਆਂ ਨੇ, ਔਰ ਇਹਦੇ ਨਾਲ ਜਿਹੜੇ ਇੰਪਰੂਵਮੈਂਟ ਟਰਸਟ ਦੀ ਤੁਸੀਂ ਗੱਲ ਕੀਤੀ, ਕਿਤੇ ਨਾ ਕਿਤੇ ਕੈਪਟਨ ਸਰਕਾਰ ਨੇ ਜਿਹੜੇ ਕਰਪਸ਼ਨ ਦੇ ਜਿਹੜੇ ਮੋٹے ਸੋਰਸਿਸ ਹੈਗੇ ਸੀ ਉਹਨਾਂ ਨੂੰ ਚੋਟ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਮੇਰੀ ਜੋ ਆਪਣੇ ਕੁਝ ਇੱਕ ਜਾਣਕਾਰ ਲੋਕਾਂ ਨਾਲ ਗੱਲ ਹੋਈ, ਉਹਨਾਂ ਦਾ ਇਹ ਵੀ ਕਹਿਣਾ ਕਿ ਡੀਟੀਓ ਆਫਿਸ ਐਬੋਲਿਸ਼ ਕਰਕੇ ਐਸਡੀਐਮ ਆਫਿਸ ਦੇ ਵਿੱਚ ਜਿਹੜਾ ਮਰਜ ਕੀਤਾ ਕਿ ਕਿਤੇ ਨਾ ਕਿਤੇ ਐਸਡੀਐਮ ਆਫਿਸ ਤੇ ਕੰਮ ਦਾ ਭਾਰ ਜਿਹੜਾ ਵੱਧ ਪੈ ਜਾਏਗਾ, ਔਰ ਜਿਹੜੇ ਲੋਕ ਨੇ ਜਿਹੜੇ ਕਰਪਸ਼ਨ ਕਰਨਾ ਚਾਹੁੰਦੇ ਨੇ ਜਾਂ ਉਸ ਤਰੀਕੇ ਨੂੰ ਅਡਾਪਟ ਕਰਕੇ ਉਹਨਾਂ ਨੇ ਆਪਣੇ ਕੰਮ ਕਰਾਉਣੇ ਹੁੰਦੇ ਨੇ, ਉਹ ਇਹਦੇ ਵਿੱਚੋਂ ਵੀ ਕੋਈ ਨਾ ਕੋਈ ਹੱਲ ਹੀਲਾ ਲੱਭ ਲੈਣਗੇ। ਪਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇੱਕ ਮੈਸੇਜ ਜਿਹੜਾ ਕਲੀਅਰ ਕੈਪਟਨ ਸਰਕਾਰ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਹਲਕਾ ਇੰਚਾਰਜ ਜਿਸ ਤੋਂ ਕਿ ਲੋਕ ਦੁਖੀ ਸੀ, ਲਾਅ ਐਂਡ ਆਰਡਰ ਵਾਈਜ਼, ਕਰਪਸ਼ਨ ਵਾਈਜ਼, ਪੋਲੀਟੀਕਲ ਗੁੰਡਾਗਰਦੀ ਵਾਈਜ਼, ਔਰ ਇਸ ਤੋਂ ਇਲਾਵਾ ਆਪਣੀਆਂ ਮਨਮਰਜ਼ੀਆਂ ਦੇ ਹਿਸਾਬ ਨਾਲ ਜਿਹੜੇ ਕੰਮ ਕਰਾਉਣੇ, ਕੰਮ ਕਰਨੇ, ਔਰ ਜਿਹੜੇ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਉਹਨੂੰ ਬਿਲਕੁਲ ਕਾਰਨਰ ਕਰ ਦੇਣਾ, ਉਸ ਚੀਜ਼ ਨੂੰ ਖਤਮ ਕਰਕੇ ਕੈਪਟਨ ਸਰਕਾਰ ਨੇ ਇੱਕ ਵਧੀਆ ਇੱਕ ਸਟੈਪ ਲਿਆ ਹੈਗਾ। ਮੈਂ ਕਿਤੇ ਨਾ ਕਿਤੇ ਇਸ ਸਟੈਪ ਨੂੰ ਅੱਜ ਹੀ ਐਪਰੀਸ਼ੀਏਟ 100% ਇਸ ਕਰਕੇ ਕਰ ਸਕਦਾ ਕਿਉਂਕਿ ਇਹ ਸਟੈਪ ਖਤਮ ਹੋ ਗਿਆ। ਇਹਦੇ ਵਿੱਚ 6 ਮਹੀਨੇ 'ਚ ਦੇਖਣ ਵਾਲੀ ਸਾਡੇ ਕੋਲ ਕੋਈ ਗੱਲ ਨਹੀਂ ਬਚਦੀ ਹੈ। ਡੀਟੀਓ ਦੀਆਂ ਪੋਸਟ ਜਿਹੜੀਆਂ ਅਬੋਲਿਸ਼ ਕਰਨੀਆਂ, ਉਹ ਵੀ ਇੱਕ ਕਰਪਸ਼ਨ ਦੇ ਵੱਲ, ਇੱਕ ਕਰਪਸ਼ਨ ਰੋਕਣ ਦੇ ਵੱਲ ਇੱਕ ਵਧੀਆ ਕਦਮ ਹੈਗਾ। ਇਹਦੇ ਨਾਲ ਇੰਪਰੂਵਮੈਂਟ ਟਰਸਟ ਦਾ ਵੀ ਇਹੀ ਪੈਟਰਨ ਰਿਹਾ ਉਹਨਾਂ ਨੇ ਅਡਾਪਟ ਕੀਤਾ ਜਿਹੜਾ। ਬਿਲਕੁਲ ਸੀਪੀ ਸਿੰਘ ਜੀ, ਤੁਸੀਂ ਇਸ ਗੱਲ ਦੇ ਉੱਪਰ ਕੁਝ ਕਹਿਣਾ ਚਾਹੁੰਦੇ ਹੋ? ਉਸ ਤੋਂ ਬਾਅਦ ਅਸੀਂ ਜਿਹੜਾ ਐਨਆਰਆਈਜ਼ ਵਾਸਤੇ ਇੱਕ ਬਹੁਤ ਅਹਿਮ ਫੈਸਲਾ ਲਿਆ ਗਿਆ ਕੈਪਟਨ ਸਰਕਾਰ ਵੱਲੋਂ, ਉਹਦੇ ਉੱਪਰ ਵੀ ਆਵਾਂਗੇ। ਪਹਿਲਾਂ ਜਿਹਨਾਂ ਚੀਜ਼ਾਂ ਨੂੰ ਖਤਮ ਕੀਤਾ ਗਿਆ ਪੰਜਾਬ ਦੇ ਵਿੱਚੋਂ, ਇੱਕ ਹੋਰ ਚੀਜ਼ ਖਤਮ ਕੀਤੀ ਗਈ ਹੈ ਜੀ ਪੰਜਾਬ ਦੇ ਵਿੱਚੋਂ ਕਿ ਪੰਜਾਬ ਦੇ ਵਿੱਚ ਜਿਹੜੇ ਉਦਘਾਟਨੀ ਪੱਥਰ ਲੱਗਦੇ ਆ ਜਿਹੜੇ, ਉਹ ਹਰੇਕ ਕੋਈ ਨਹੀਂ ਲਗਾ ਸਕੇਗਾ। ਸਿਰਫ ਤੇ ਸਿਰਫ ਸੈਂਟਰ ਤੋਂ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ, ਰਾਸ਼ਟਰਪਤੀ, ਉਪ ਰਾਸ਼ਟਰਪਤੀ, ਲੋਕ ਸਭਾ ਦੇ ਸਪੀਕਰ ਜਾਂ ਪ੍ਰਧਾਨ ਮੰਤਰੀ ਜਾਂ ਯੂਨੀਅਨ ਕੈਬਨਿਟ ਮਿਨਿਸਟਰ ਜਾਂ ਸੀਐਮ ਜਾਂ ਇੱਥੇ ਕੈਬਨਿਟ ਮਿਨਿਸਟਰ ਜਿਹੜੇ ਵਿਧਾਨ ਸਭਾ ਦੇ ਜਾਂ ਵਿਧਾਨ ਸਭਾ ਦੇ ਸਪੀਕਰ ਆ, ਸਿਰਫ ਉਹ ਲਗਾ ਸਕਣਗੇ। ਔਰ ਉਹ ਜਿਹੜੇ ਪੱਥਰ ਹੋਣਗੇ ਉਹਨਾਂ ਦੇ ਉੱਪਰ ਸਿਰਫ ਇੰਨਾ ਲਿਖਿਆ ਹੋਵੇਗਾ ਕਿ ਇਹ ਪ੍ਰੋਜੈਕਟ ਜਿਹੜਾ ਹੈ ਲੋਕਾਂ ਦੇ ਜਿਹੜੇ ਟੈਕਸ ਦੀ ਮਨੀ ਹੈਗੀ ਆ ਉਹਦੇ ਜਿਹੜੇ ਹੈਗੇ ਉਹਦੇ ਨਾਲ ਬਣਾਇਆ ਜਾ ਰਿਹਾ। ਉਹਦੇ ਉੱਪਰ ਇਸ ਗੱਲ ਦੇ ਉੱਪਰ ਵੀ ਇੱਕ ਰੋਕ ਲਗਾ ਦਿੱਤੀ ਗਈ ਹੈ ਕਿ ਬਿਨਾਂ ਗੱਲ ਤੋਂ ਜਿਹੜੇ ਉਦਘਾਟਨ ਨਹੀਂ ਕੀਤੇ ਜਾਣਗੇ, ਬਿਨਾਂ ਗੱਲ ਤੋਂ ਜਿਹੜੇ ਹੈਗੇ ਨੀਂਹ ਪੱਥਰ ਨਹੀਂ ਰੱਖੇ ਜਾਣਗੇ। ਸੀਪੀ ਜੀ। ਕੁਲਬੀਰ ਜੀ, ਬਿਲਕੁਲ ਬੇਸਿਕਲੀ ਨਾ ਇਹ ਸਾਡੇ ਸਿਸਟਮ ਦੇ ਵਿੱਚ ਇੱਕ ਟ੍ਰੈਂਡ ਬਣ ਗਿਆ ਸੀ ਕਿ ਕੋਈ ਵੀ ਬਿਲਡਿੰਗ ਸ਼ੁਰੂਆਤ ਹੋਣੀ ਹੈ, ਚਾਹੇ ਉਹ ਸਰਕਾਰੀ ਬਿਲਡਿੰਗ ਹੈ, ਚਾਹੇ ਉਹ ਪ੍ਰਾਈਵੇਟ ਬਿਲਡਿੰਗ ਹੈ, ਉਹਦਾ ਇੱਕ ਸ਼ਿਲਾਨਿਆਸ ਰੱਖ ਦਿੱਤਾ ਜਾਂਦਾ ਸੀ, ਪ੍ਰੋਗਰਾਮ ਕਰ ਦਿੱਤਾ ਜਾਂਦਾ ਸੀ, ਜਿਹਦੇ ਵਿੱਚ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਿਆਦਾ ਖਰਚਾ ਵੀ ਕੀਤਾ ਜਾਂਦਾ ਸੀ ਔਰ ਇੱਕ ਪ੍ਰੋਪਰ ਮਿਨਿਸਟਰ ਨੂੰ ਬੁਲਾ ਕੇ ਉੱਥੇ ਪੁਲਿਸ ਤਾਇਨਾਤ ਕਰਕੇ ਇੱਕ ਪ੍ਰੋਪਰ ਤੁਸੀਂ ਕਹਿ ਲਓ ਕਿ ਸਰਕਾਰੀ ਮਸ਼ੀਨਰੀ ਦਾ ਯੂਜ਼ ਕਰਕੇ ਉਸ ਦਾ ਪ੍ਰੋਗਰਾਮ ਦਾ ਜਿਹੜਾ ਸੀ ਉਹਨੂੰ ਅਮਲੀ ਰੂਪ ਦਿੱਤਾ ਜਾਂਦਾ ਸੀ। ਸੋ ਕਿਤੇ ਨਾ ਕਿਤੇ ਕਾਂਗਰਸ ਸਰਕਾਰ ਵੱਲੋਂ ਇਸ ਚੀਜ਼ ਨੂੰ ਬੈਨ ਇਸ ਕਰਕੇ ਵੀ ਕੀਤਾ ਗਿਆ ਕਿ ਇਹਦੇ ਵਿੱਚ ਕਾਫੀ ਜ਼ਿਆਦਾ ਖਰਚਾ ਵੀ ਇਨਵੋਲਵ ਹੁੰਦਾ ਸੀ। ਔਰ ਈਵਨ ਤੁਸੀਂ ਦੇਖੋ ਜਿਹੜਾ ਬੰਦਾ ਉੱਥੇ ਇਨੋਗ੍ਰੇਸ਼ਨ ਕਰਨ ਜਾਂਦਾ ਸੀ, ਚਾਹੇ ਉਹ 1 ਘੰਟੇ ਵਾਸਤੇ ਜਾਂਦਾ ਸੀ, ਉਹਦੇ ਨਾਲ ਜਿਹੜੇ ਲੋਕਾਂ ਦੇ ਕੰਮ ਜਿਹੜੇ ਖਰਾਬ ਹੁੰਦੇ ਸੀ ਜਾਂ ਕੰਮ ਜਿਹੜੇ ਡਿਲੇ ਹੁੰਦੇ ਸੀ, ਉਸ ਚੀਜ਼ ਨੂੰ ਅਵੋਇਡ ਕਰਨ ਵਾਸਤੇ ਸ਼ਾਇਦ ਇਹ ਬਹੁਤ ਵਧੀਆ ਡਿਸੀਜਨ ਹੈ। ਔਰ ਤੁਸੀਂ ਦੇਖਿਆ ਹੋਣਾ ਮੈਕਸਿਮਮ ਉਦਾਂ ਦੇ ਜਿਹੜੇ ਨੀਂਹ ਪੱਥਰ ਸੀਗੇ ਉਹ ਐਜ਼ ਇਟ ਇਜ਼ ਖੜੇ ਰਹਿ ਜਾਂਦੇ ਸੀ, ਈਵਨ ਉੱਥੇ ਤੁਸੀਂ ਨੀਹਾਂ ਵੀ ਨਹੀਂ ਪੱਟੀਆਂ ਜਾਂਦੀਆਂ ਸੀ। ਸੋ ਕਿਤੇ ਨਾ ਕਿਤੇ ਉਸ ਕਲਚਰ ਨੂੰ ਖਤਮ ਕਰਨ ਵਾਸਤੇ ਇਹ ਸਟੈਪ ਲਿਆ ਗਿਆ ਔਰ ਜਿਹੜਾ ਕਿ ਬਹੁਤ ਹੀ ਵੈਲਕਮ ਸਟੈਪ ਹੈ। ਦੂਸਰੀ ਗੱਲ, ਜੇ ਆਪਾਂ ਹਲਕਾ ਇੰਚਾਰਜ ਦੀ ਗੱਲ ਕਰੀਏ ਜਾਂ ਇਦਾਂ ਦੇ ਕੁਝ ਮੋਹਤਵਰ ਬੰਦੇ ਪਿਛਲੀ ਸਰਕਾਰ ਵੱਲੋਂ ਅਪਾਇੰਟ ਕਰ ਦਿੱਤੇ ਜਾਂਦੇ ਸੀ ਜਿੱਥੇ ਕਿ ਉਹਨਾਂ ਦੀ ਸਾਖ ਜਿਹੜੀ ਘੱਟ ਸੀ ਔਰ ਉਹਨਾਂ ਦਾ ਐਮਐਲਏ ਉਸ ਏਰੀਆ ਦੇ ਵਿੱਚ ਨਹੀਂ ਸੀ। ਜ਼ਿਆਦਾਤਰ ਉਹਨਾਂ ਏਰੀਆ ਦੇ ਵਿੱਚ ਉਹਨਾਂ ਨੇ ਉਸ ਬੰਦਿਆਂ ਨੂੰ ਖੜਾਇਆ ਜਿਨ੍ਹਾਂ ਨੇ ਕਿ ਪੂਰੇ ਪ੍ਰਸ਼ਾਸਨ ਦੇ ਉੱਪਰ ਔਰ ਪੂਰੇ ਉੱਥੇ ਸਿਸਟਮ ਦੇ ਉੱਪਰ ਆਪਣਾ ਕਬਜ਼ਾ ਕਰਨ ਦੀ ਗੱਲ ਕੀਤੀ। ਸੋ ਕਿਤੇ ਨਾ ਕਿਤੇ ਉਸ ਗੁੰਡਾਗਰਦੀ ਨੂੰ, ਉਸ ਕਬਜ਼ੇ ਨੂੰ ਹਟਾਉਣ ਲਈ ਇਹ ਜਿਹੜੀ ਪੋਸਟ ਹੈ, ਜਿਹੜੀ ਕਿ ਇੱਕ ਸੈਲਫ ਮੇਡ ਪੋਸਟ ਸੀਗੀ ਉਸ ਟਾਈਮ, ਉਸ ਨੂੰ ਬੰਦ ਕਰ ਦਿੱਤਾ ਗਿਆ ਔਰ ਜਿਹੜਾ ਕਿ ਬਹੁਤ ਵਧੀਆ ਚੀਜ਼ ਹੈ ਕਿਉਂਕਿ ਜਿਹੜੇ ਵੀ ਬੰਦੇ ਨੂੰ ਤੁਸੀਂ ਉੱਥੇ ਹਲਕਾ ਇੰਚਾਰਜ ਲਗਾਓਗੇ ਉਹਦੇ ਵਿੱਚ ਇੱਕ ਡਿਫਰੈਂਟ ਤਰ੍ਹਾਂ ਦਾ ਐਟੀਟਿਊਡ ਆ ਜਾਂਦਾ ਹੈ ਔਰ ਉਸ ਐਟੀਟਿਊਡ ਨੇ ਉਸ ਸਿਸਟਮ ਦੇ ਵਿੱਚ ਕਿਵੇਂ ਕੰਮ ਕਰਾਉਣਾ ਉਸ ਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਂਦਾ ਹੈ। ਸੋ ਕਿਤੇ ਨਾ ਕਿਤੇ ਇਸ ਨੂੰ ਬੰਦ ਕਰਕੇ ਬਹੁਤ ਵਧੀਆ ਕੀਤਾ ਹੈ। ਔਰ ਸੈਕੰਡ ਗੱਲ, ਪ੍ਰਭਮੀਤ ਜੀ ਨੇ ਵੀ ਕਿਹਾ ਕਿ ਡੀਟੀਓ ਦੀ ਪੋਸਟ ਜਿਹੜੀ ਉਹਨਾਂ ਨੇ ਖਤਮ ਕੀਤੀ ਹੈ। ਦੇਖੋ, ਡੀਟੀਓ ਦੀ ਪੋਸਟ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਲੀਅਰਲੀ ਇੱਕ ਡਿਸਟ੍ਰਿਕਟ ਦੇ ਵਿੱਚ ਹੋ ਸਕਦਾ, 2 ਦੇ ਵਿੱਚ ਹੋ ਸਕਦਾ, ਲੇਕਿਨ ਸਾਰੇ ਡੀਟੀਓਜ਼ ਦਾ ਜਿਹੜਾ ਉਹ ਪੋਲੀਟੀਕਲ ਲਿੰਕ ਨਹੀਂ ਹੁੰਦਾ, ਬਟ ਕਿਤੇ ਨਾ ਕਿਤੇ ਉਹ ਪੋਲੀਟੀਕਲ ਇਨਫਲੂਐਂਸ ਜ਼ਰੂਰ ਉਹਦੇ ਵਿੱਚ ਚੱਲਦਾ ਹੈ। ਸੋ ਕਿਤੇ ਨਾ ਕਿਤੇ ਡੀਟੀਓ ਦੀ ਜਿਹੜੀ ਪੋਸਟ ਹੈ, ਡੀਟੀਓ ਦਾ ਕੰਮ ਹੈ, ਐਸਡੀਐਮ ਆਫਿਸ ਦੇ ਵਿੱਚ ਜਿੰਨਾ ਪੰਜਾਬ ਦੇ ਵਿੱਚ ਟਰਾਂਸਪੋਰਟੇਸ਼ਨ ਦੇ ਵਿੱਚ ਧਾਂਦਲੀ ਚੱਲਦੀ ਹੈ, ਸੀਪੀ ਜੀ, ਜਿੰਨੀ ਪੰਜਾਬ ਦੇ ਵਿੱਚ ਟਰਾਂਸਪੋਰਟੇਸ਼ਨ ਦੇ ਵਿੱਚ ਧਾਂਦਲੀ ਚੱਲਦੀ ਹੈ ਔਰ ਜਿੰਨਾ ਨੈਕਸਸ ਜਿਹੜਾ ਆਪਾਂ ਕਹਿ ਦਿੰਦੇ ਕਿ ਆਪਾਂ ਗੱਲ ਕਰਦੇ ਆਂ ਕਿ ਟਰਾਂਸਪੋਰਟੇਸ਼ਨ ਦੇ ਵਿੱਚ ਕਬਜ਼ਾ ਕੀਤਾ ਗਿਆ, ਬੱਸਾਂ ਦੇ ਕੋਲ ਪਰਮਿਟ ਨਹੀਂ ਆ, ਇੱਕ ਪਰਮਿਟ ਤੇ 20 ਬੱਸਾਂ ਦੌੜਦੀਆਂ ਨੇ, ਉਹ ਸਾਰੇ ਨੈਕਸਸ ਨੂੰ ਕਿਤੇ ਨਾ ਕਿਤੇ ਡੀਟੀਓ ਸਿਸਟਮ ਹੈਂਡਲ ਕਰ ਰਿਹਾ ਸੀਗਾ। ਆਪਾਂ ਇਹ ਗੱਲ ਭੁੱਲੀਏ ਨਾ। ਸੀਪੀ ਜੀ, ਮੇਰਾ ਖਿਆਲ ਸੀਪੀ ਜੀ ਮੇਰੇ ਨਾਲ ਉਹਨਾਂ ਦੀ ਕਾਲ ਜਿਹੜੀ ਡਿਸਕਨੈਕਟ ਹੋ ਗਈ ਆ। ਕੁਲਵੀਰ ਜੀ, ਮੈਂ ਐਗਰੀ ਹਾਂ ਤੁਹਾਡੇ ਨਾਲ, ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਹਾਂ।
ਬਿਲਕੁਲ, ਇਸੇ ਕਰਕੇ ਉਹਨਾਂ ਨੇ ਡੀਟੀਓ ਸਿਸਟਮ ਨੂੰ ਅਬੋਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਜਿੰਨਾ 2 ਨੰਬਰ ਦਾ ਕੰਮ ਟਰਾਂਸਪੋਰਟੇਸ਼ਨ ਦੇ ਵਿੱਚ ਚੱਲਿਆ ਹੈ, ਉਹਨੂੰ ਕਿਤੇ ਨਾ ਕਿਤੇ ਡੀਟੀਓ ਜਿਹੜਾ ਕਿ ਉਹਦੀ ਦੇਖ ਰੇਖ ਵਾਸਤੇ ਸੀ ਕਿ ਤਾਂ ਕਿ ਕੁਝ ਗਲਤ ਕੰਮ ਨਾ ਹੋਵੇ, ਉਹਨੂੰ ਪਿਛਲੀ ਸਰਕਾਰ ਨੇ ਡੀਟੀਓ ਨੂੰ ਇੱਕ ਐਂ ਕਹਿ ਸਕਦੇ ਕਿ ਆਫੀਸ਼ੀਅਲ ਤੌਰ ਦੇ ਉੱਪਰ ਆਪਣਾ ਇੱਕ ਨੁਮਾਇੰਦਾ ਸੜਕਾਂ ਦੇ ਉੱਪਰ ਖੜਾ ਕੀਤਾ ਹੋਇਆ ਸੀ, ਜਿਹੜਾ ਉਹਨਾਂ ਦੀਆਂ ਬੱਸਾਂ ਨੂੰ ਬਿਨਾਂ ਰੋਕ ਟੋਕ ਭਜਾਉਣ ਦੇ ਵਿੱਚ ਉਹਨਾਂ ਦੀ ਮਦਦ ਕਰ ਰਿਹਾ ਸੀ। ਔਰ ਜਿਨ੍ਹਾਂ ਦੀਆਂ ਬੱਸਾਂ ਨੂੰ ਉਹਨਾਂ ਨੂੰ ਵਿਰੋਧੀ ਧਿਰ ਦੀਆਂ ਬੱਸਾਂ ਨੂੰ ਉਹਨਾਂ ਨੇ ਰੋਕਣਾ ਹੁੰਦਾ ਸੀ, ਉਹਨਾਂ ਨੂੰ ਰੋਕ ਕੇ ਜਿਹੜਾ ਸੀ ਉਹਨਾਂ ਨੂੰ ਡਿਸਟਰਬ ਕੀਤਾ ਜਾਂਦਾ ਸੀ। ਸ਼ਾਇਦ ਇਸ ਕਰਕੇ ਕਾਂਗਰਸ ਦਾ ਇਹ ਕਦਮ ਵੀ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜਿਹੜਾ ਹੈ ਵਧੀਆ ਸਾਬਤ ਹੁੰਦਾ ਦਿਸੂਗਾ। ਡੀਟੀਓ ਸਿਸਟਮ ਜਿਹੜਾ ਸੀਗਾ ਉਹ ਪਿਛਲੇ 10 ਸਾਲਾਂ ਤੋਂ ਨਹੀਂ ਆਇਆ, ਉਹ ਪਹਿਲਾਂ ਵੀ ਸੀਗਾ, ਲੇਕਿਨ ਹਾਂ ਯੂਜ਼ ਪਰ ਪਿਛਲੇ 10 ਸਾਲਾਂ ਵਿੱਚ ਉਹਦਾ ਮਿਸਯੂਜ਼ ਕੀਤਾ ਗਿਆ, ਪਿਛਲੇ 10 ਸਾਲਾਂ ਵਿੱਚ ਉਹਦਾ ਮਿਸਯੂਜ਼ ਕੀਤਾ ਗਿਆ। ਮਿਸਯੂਜ਼ ਕੀਤਾ ਗਿਆ। ਲੇਕਿਨ ਇੱਕ ਚੀਜ਼ ਹੋਰ ਦੇਖਣ ਵਾਲੀ ਹੈ ਕੁਲਵੀਰ ਜੀ, ਇੱਥੇ ਮੈਂ ਨਹੀਂ ਕਹਿੰਦਾ ਇਹ ਸਟੈਪ ਗਲਤ ਹੈ, ਸਟੈਪ ਬਹੁਤ ਅੱਛਾ ਹੈ, ਲੇਕਿਨ ਐਸਡੀਐਮ ਆਫਿਸ ਦੇ ਐਸਡੀਐਮ ਉਸ ਏਰੀਆ ਦੇ ਐਸਡੀਐਮ ਨੂੰ ਇਹ ਤੁਸੀਂ ਕਹਿ ਲਓ ਕਿ ਇਹ ਚਾਰਜ ਦਿੱਤਾ ਗਿਆ ਹੈ, ਉਸ ਚਾਰਜ ਨਾਲ ਉਸਦੇ ਕੰਮ ਦੇ ਉੱਪਰ ਵੀ ਪ੍ਰਭਾਵ ਪੈਣਾ ਹੈ, ਲੇਕਿਨ ਕਿਤੇ ਨਾ ਕਿਤੇ ਉਸ ਡੀਟੀਓ ਆਫਿਸ ਦਾ ਅਮਲਾ ਜਿਹੜਾ ਉਹ ਐਸਡੀਐਮ ਆਫਿਸ ਦੇ ਵਿੱਚ ਜਾ ਕੇ ਉਸ ਨੂੰ ਅਮਲੀ ਰੂਪ ਦੇ ਸਕਦਾ ਹੈ। ਤਾਂ ਕਿਤੇ ਨਾ ਕਿਤੇ ਡੀਟੀਓ ਦੀ ਪੋਸਟ ਖਤਮ ਕਰਨਾ ਮੈਂ ਇਹ ਨਹੀਂ ਕਹਿੰਦਾ ਕਿ ਮਾੜੀ ਗੱਲ ਹੈ, ਲੇਕਿਨ ਅੱਛੀ ਗੱਲ ਹੈ। ਕੰਮ ਜਿਹੜਾ ਹੋਏਗਾ, ਹੁਣ ਦੇਖੋ ਤੁਸੀਂ ਕਰਪਸ਼ਨ ਦੀ ਗੱਲ ਕਰ ਰਹੇ ਹੋ ਕਿ ਡੀਟੀਓ ਲੈਵਲ ਦੇ ਉੱਪਰ ਹੀ ਕੁਝ ਇਦਾਂ ਦੀਆਂ ਗੱਡੀਆਂ ਨੂੰ ਪਾਸ ਕਰ ਦਿੱਤਾ ਜਾਂਦਾ ਸੀ ਜਾਂ ਪਰਮਿਟ ਦੇ ਇਸ਼ੂ ਹੋ ਜਾਂਦੇ ਸੀ, ਉਹ ਚੀਜ਼ ਨੂੰ ਸੋਲਵ ਕਰ ਲਿੱਤਾ ਜਾਂਦਾ ਸੀ। ਪਰ ਅਸੀਂ ਇਸ ਚੀਜ਼ ਨੂੰ ਹਲੇ ਗਰੰਟੀ ਨਾਲ ਨਹੀਂ ਕਹਿ ਸਕਦੇ ਕਿ ਐਸਡੀਐਮ ਆਫਿਸ ਦੇ ਵਿੱਚ ਜਾ ਕੇ ਵੀ ਉਹ ਚੀਜ਼ ਜਿਹੜੀ ਉਹ ਰੁਕ ਜਾਏਗੀ। ਹਾਂ, ਇਸ ਨੂੰ ਰੋਕਣ ਵਾਸਤੇ ਇੱਕ ਸਟੈਪ ਬਹੁਤ ਅੱਛਾ ਹੈ, ਔਰ ਜਿਹੜਾ ਕਿ ਤੁਸੀਂ ਕਹ ਲਓ ਕਿ ਮੋਨੀਟਰਡ ਰਹੇਗਾ, ਔਰ ਮੋਨੀਟਰ ਰਹਿਣ ਦੇ ਨਾਲ ਉਹ ਜਿਹੜੇ ਇੱਕ ਚੀਜ਼ ਹੋਰ ਉਹਨਾਂ ਨੇ ਟਰਾਂਸਪੋਰਟ ਦੇ ਰਿਗਾਰਡਿੰਗ ਗੱਲ ਕੀਤੀ ਸੀ ਕਿ ਜਿਹੜੇ ਅਨਆਥੋਰਾਈਜ਼ਡ ਜਿਹੜੇ ਪਰਮਿਟ ਚੱਲ ਰਹੇ ਨੇ, ਪਰਮਿਟ ਹੁੰਦਾ ਚੰਡੀਗੜ੍ਹ ਤੋਂ ਬਠਿੰਡੇ ਦਾ, ਲੇਕਿਨ ਉਸ ਬੱਸ ਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਵੀ ਭੇਜ ਦਿੱਤਾ ਜਾਂਦਾ ਹੈ। ਸੋ ਕਿਤੇ ਨਾ ਕਿਤੇ ਉਸ ਤਰ੍ਹਾਂ ਦਾ ਜਿਹੜਾ ਸਿਸਟਮ ਚੱਲ ਰਿਹਾ ਸੀ ਉਸ ਨੂੰ ਨਕੇਲ ਪਾਉਣ ਲਈ ਬਹੁਤ ਵਧੀਆ ਸਟੈਪ ਹੈ। ਔਰ ਜਿਹੜੇ ਕਿ ਅਨਆਥੋਰਾਈਜ਼ਡ ਵਹੀਕਲਸ ਨੂੰ ਰਜਿਸਟਰਡ ਵੀ ਕੀਤਾ ਜਾਂਦਾ ਸੀਗਾ, ਰਜਿਸਟ੍ਰੇਸ਼ਨ ਕਿਸੇ ਦੀ ਹੋਰ ਡਿਸਟ੍ਰਿਕਟ ਦੀ ਹੁੰਦੀ ਸੀ, ਕਰ ਕਿਸੇ ਹੋਰ ਡਿਸਟ੍ਰਿਕਟ ਤੋਂ ਜਾਂਦਾ ਸੀ, ਇਹ ਵੀ ਇੱਕ ਤਰ੍ਹਾਂ ਦਾ ਨੈਕਸਸ ਚੱਲ ਰਿਹਾ ਸੀ। ਇਸ ਚੀਜ਼ ਨੂੰ ਨੱਥ ਪਾਉਣ ਲਈ ਬਹੁਤ ਵਧੀਆ ਕਾਂਗਰਸ ਗਵਰਨਮੈਂਟ ਦਾ ਇਹ ਸਟੈਪ ਹੈ, ਔਰ ਮੇਰਾ ਖਿਆਲ ਇਸ ਸਾਰੀ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਹੀ ਸ਼ਾਇਦ ਉਹਨਾਂ ਨੇ ਹਲਕਾ ਇੰਚਾਰਜ ਦਾ ਜਿਹੜਾ ਸਿਸਟਮ ਹੈ ਉਹ ਖਤਮ ਕੀਤਾ ਹੈ, ਡੀਟੀਓ ਸਿਸਟਮ ਖਤਮ ਕੀਤਾ ਹੈ। ਔਰ ਈਵਨ ਕਿ ਤੁਸੀਂ ਜਿਹੜਾ ਗੱਲ ਕਰ ਰਹੇ ਹੋ ਕਿ ਹੋਰ ਜਿਵੇਂ ਵੀ ਸ਼ਿਲਾਨਿਆਸ ਰੱਖੇ ਜਾਂਦੇ ਨੇ ਜਾਂ ਜਿਹੜੇ ਹੋਰ ਵੀ ਜਿਹੜੇ ਸਰਕਾਰੀ ਫੰਕਸ਼ਨ ਵੀ ਕੀਤੇ ਜਾਂਦੇ ਨੇ, ਉਹਦੇ ਵਿੱਚ ਖਰਚੇ ਤੋਂ ਇਲਾਵਾ ਵੀ ਜਿਹੜੇ ਉਹਨਾਂ ਦੇ ਤੁਸੀਂ ਕਹ ਲਓ ਕਿ ਕਰੀਬੀ ਹੁੰਦੇ ਨੇ, ਉੱਥੇ ਉਹਨਾਂ ਦੀਆਂ ਮੀਟਿੰਗਸ ਕਰਕੇ ਕੁਝ ਇਹੋ ਜਿਹੇ ਕੰਮਾਂ ਨੂੰ ਵੀ ਅੰਜਾਮ ਦਿੱਤਾ ਜਾਂਦਾ ਸੀ ਜਿਹੜੇ ਕਿ ਅਨਆਥੋਰਾਈਜ਼ਡ ਹੁੰਦੇ ਸੀ। ਤਾਂ ਕਿਤੇ ਨਾ ਕਿਤੇ ਸਾਰੇ ਦੇ ਸਾਰੇ ਸਿਸਟਮ ਗਲਤ ਸਿਸਟਮ ਨੂੰ ਨਕੇਲ ਪਾਉਣ ਵਾਸਤੇ ਇਹ ਸਟੈਪ ਹੈ ਜਿਹੜਾ ਕਿ ਬਹੁਤ ਵੈਲਕਮ ਸਟੈਪ ਹੈ। ਕੁਝ ਪੁਆਇੰਟ ਐਸੇ ਨੇ, ਮੇਰਾ ਖਿਆਲ ਆ ਮੈਂ ਉਹਨਾਂ ਦਾ ਜ਼ਿਕਰ ਜ਼ਰੂਰ ਕਰਦੇ ਹਾਂ ਕਿਉਂਕਿ ਸਮਾਂ ਸਾਡੇ ਕੋਲ 10-12 ਮਿੰਟ ਬਚਿਆ, ਉਹਦੇ ਵਿੱਚ ਅਸੀਂ 1-2 ਪੁਆਇੰਟ ਜਿਹੜੇ ਹੈਗੇ ਡਿਟੇਲ ਵਿੱਚ ਡਿਸਕਸ ਕਰਾਂਗੇ। ਸ਼ਬਦੀਪ ਜੀ ਵੱਲ ਮੈਂ ਜਾਵਾਂਗਾ, ਪਰ ਉਸ ਤੋਂ ਪਹਿਲਾਂ ਪੰਜਾਬ ਦੀ ਜਿਹੜੀ ਮਾਲੀ ਹਾਲਤ ਹੈਗੀ ਆ ਉਹਦੇ ਉੱਪਰ ਵਾਈਟ ਪੇਪਰ ਜਿਹੜਾ ਹੈ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਕਿ ਉਹਨੂੰ ਬਰੀਕੀ ਦੇ ਨਾਲ ਪੜਚੋਲ ਕਰਕੇ ਉਹਦੇ ਉੱਪਰ ਕੀ ਕਦਮ ਚੁੱਕਣੇ ਚਾਹੀਦੇ ਸਰਕਾਰ ਨੂੰ, ਉਹ 'ਤੇ ਕੰਮ ਕੀਤਾ ਜਾ ਸਕੇ। ਔਰਤਾਂ ਵਾਸਤੇ ਜਿਹੜੀ ਹੈਗੀ 33% ਜਿਹੜੀਆਂ ਨੌਕਰੀਆਂ ਦੇ ਵਿੱਚ ਰਾਖਵਾਂਕਰਨ ਜਿਹੜਾ ਹੈ ਉਹ ਕਰ ਦਿੱਤਾ ਗਿਆ, ਚਾਹੇ ਉਹ ਕੰਟਰੈਕਚੁਅਲ ਜੋ ਜੌਬਸ ਹੋਣਗੀਆਂ, ਚਾਹੇ ਉਹ ਸਰਕਾਰੀ ਉੱਦਾਂ ਨੌਕਰੀਆਂ ਹੋਣਗੀਆਂ, 33% ਦਾ ਕੋਟਾ ਜਿਹੜਾ ਹੈ ਰਾਖਵਾਂ ਕਰ ਦਿੱਤਾ ਗਿਆ ਪੰਜਾਬ ਦੀਆਂ ਔਰਤਾਂ ਵਾਸਤੇ। ਔਰ ਜਿਹੜੀ ਦੂਸਰਾ ਔਰਤਾਂ ਨੂੰ ਇੱਕ ਰਾਖਵਾਂਕਰਨ ਜਿਹੜਾ ਉਹ ਫਾਈਨਲ ਕਰ ਦਿੱਤਾ ਗਿਆ, ਉਹਨਾਂ ਦੇ ਮੈਨੀਫੈਸਟੋ ਵਿੱਚ ਵੀ ਸੀ ਕਿ ਪੰਚਾਇਤ ਅਤੇ ਜਿਹੜੀਆਂ ਲੋਕਲ ਗਵਰਨਮੈਂਟ ਬਾਡੀਜ਼ ਹੈਗੀਆਂ ਲੋਕਲ, ਉਹਦੇ ਵਿੱਚ ਔਰਤਾਂ ਨੂੰ 50% ਦੀ ਜਿਹੜੀ ਉਹਨਾਂ ਦੀ ਹਿੱਸੇਦਾਰੀ ਹੈਗੀ ਆ ਉਹ ਉਹਨਾਂ ਨੂੰ ਰਾਖਵਾਂਕਰਨ ਕਰ ਦਿੱਤਾ ਗਿਆ, ਉਹਨਾਂ ਦੀ ਹਿੱਸੇਦਾਰੀ ਜਿਹੜੀ ਹੈਗੀ ਹੈ ਯਕੀਨੀ ਬਣਾ ਦਿੱਤੀ ਗਈ ਆ। 2 ਫੈਸਲੇ ਜਿਹੜੇ ਹੈਗੇ ਨੇ ਪੰਜਾਬ ਦੀਆਂ ਔਰਤਾਂ ਵਾਸਤੇ ਜਿਹੜੇ ਹੈਗੇ ਆ ਬੜੇ ਅਹਿਮ ਕਹੇ ਜਾ ਸਕਦੇ ਨੇ। ਉਸ ਤੋਂ ਬਾਅਦ ਜੇ ਆਪਾਂ ਪੱਤਰਕਾਰਾਂ ਦੀ ਗੱਲ ਕਰੀਏ ਤਾਂ ਪੱਤਰਕਾਰਾਂ ਵਾਸਤੇ ਜਿਹੜੇ ਸਟੇਟ ਹਾਈਵੇ ਹੈਗੇ ਉਹਨਾਂ ਦੇ ਉੱਪਰ ਜਿੰਨੇ ਟੋਲ ਨਾਕੇ ਲੱਗੇ ਹੋਏ ਨੇ, ਉਹਨਾਂ ਨੂੰ ਟੋਲ ਨਾਕਿਆਂ ਤੋਂ ਜਿਹੜੀ ਹੈਗੀ ਰਾਹਤ ਦਿੱਤੀ ਗਈ ਹੈ ਤਾਂ ਕਿ ਉਹ ਜਿਹੜਾ ਹੈ ਉਹ ਕੋਈ ਵੀ ਜਿਹੜੀ ਉਹਨਾਂ ਦੀ ਕਾਰਵਾਈ ਹੈਗੀ ਜਰਨਲਿਜ਼ਮ ਨੂੰ ਲੈ ਕੇ ਕੁਝ ਵੀ ਕਵਰ ਕਰਨਾ ਚਾਹੁੰਦੇ ਉਹ ਆਰਾਮ ਨਾਲ ਕਰ ਸਕਣ। ਇਸ ਦੇ ਨਾਲ ਹੀ 2 ਗੱਲਾਂ ਇੱਕ ਬਹੁਤ ਅਹਿਮ ਨੇ ਜਿਹੜੀਆਂ ਕਿ ਇੱਕ ਗੱਲ ਉਹਦੇ ਵਿੱਚੋਂ ਚੋਣਾਂ ਦੌਰਾਨ ਬੜੀ ਅਹਿਮ ਵਿਸ਼ਾ ਬਣੀ ਰਹੀ ਸੀ, ਉਹ ਸੀ SYL ਦਾ ਮੁੱਦਾ। ਜੇ ਆਪਾਂ SYL ਦੀ ਗੱਲ ਕਰੀਏ ਤਾਂ SYL ਦੇ ਉੱਪਰ ਜਿਹੜਾ ਹੈ ਸਰਕਾਰ ਨੇ ਇਹ ਗੱਲ ਕਹੀ ਕਿ ਉਹਨੂੰ ਲੀਗਲ ਤੌਰ 'ਤੇ ਔਰ ਐਡਮਿਨਿਸਟ੍ਰੇਟਿਵ ਤੌਰ ਦੇ ਉੱਪਰ ਉਹਦੇ ਉੱਪਰ ਕੀ ਹੋ ਸਕਦਾ, ਉਹਦੇ ਉੱਪਰ ਬੈਸਟ ਅਪਰੋਚ ਕੀ ਹੋ ਸਕਦੀ ਆ, ਉਹਦੇ ਵਾਸਤੇ ਕਮੇਟੀ ਗਠਨ ਕਰਕੇ ਉਹਦੇ ਉੱਪਰ ਕੰਮ ਜਿਹੜਾ ਹੈ ਉਹ ਸ਼ੁਰੂ ਕਰਵਾ ਦਿੱਤਾ ਗਿਆ ਤਾਂ ਕਿ SYL ਦੇ ਮੁੱਦੇ ਦੇ ਉੱਪਰ ਜਿਹੜਾ ਹੈ ਉਹ ਬਿਲਕੁਲ ਜਿਹੜਾ ਬਰੀਕੀ ਦੇ ਨਾਲ ਕੰਮ ਕਰ ਲਿਆ ਜਾਵੇ। ਇੱਕ ਹੋਰ ਜਿਹੜੀ ਗੱਲ ਆ ਜਿਹੜੀ ਸ਼ਾਇਦ ਪੰਜਾਬ ਦੀ ਇਲੈਕਸ਼ਨ ਦੇ ਵਿੱਚ ਅਸੀਂ ਡਿਸਕਸ ਵੀ ਨਹੀਂ ਕਰਦੇ ਸੀ, ਪੰਜਾਬ ਦੇ ਵਿੱਚ ਕੋਈ ਵੀ ਸਰਕਾਰ ਜਿਹੜੀ ਹੈਗੀ ਆ ਉਹਦੀ ਬਹੁਤ ਜ਼ਿਆਦਾ ਉਹਨੂੰ ਅਹਿਮੀਅਤ ਵੀ ਨਹੀਂ ਦਿੰਦੀ ਸੀ, ਜ਼ਿਕਰ ਜ਼ਰੂਰ ਕਰਦੀ ਸੀ। ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਵੀ ਥੋੜ੍ਹਾ ਬਹੁਤ ਜ਼ਿਕਰ ਕੀਤਾ ਸੀ, ਉਹ ਸੀ ਲੋਕਪਾਲ ਬਿੱਲ ਦਾ।
ਪੰਜਾਬ ਦੇ ਵਿੱਚ ਲੋਕਪਾਲ ਬਿੱਲ ਲਿਆਉਣ ਦੀ ਤਿਆਰੀ ਜਿਹੜੀ ਹੈਗੀ ਹੈ ਕਾਂਗਰਸ ਸਰਕਾਰ ਵੱਲੋਂ ਕਰ ਲਈ ਗਈ ਹੈ ਔਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਅੰਨਾ ਹਜ਼ਾਰੇ ਵੱਲੋਂ ਲੋਕਪਾਲ ਬਿੱਲ ਲਿਆਉਣ ਦੀ ਗੱਲ ਕੀਤੀ ਗਈ ਸੀ, ਜਿਹੜਾ ਸਾਡਾ ਲੋਕਪਾਲ ਬਿੱਲ ਹੋਵੇਗਾ ਉਹਦੇ ਤੋਂ ਵੀ ਜ਼ਿਆਦਾ ਸਟਰੋਂਗ ਹੋਵੇਗਾ। ਇਹਦੇ ਵਿੱਚ ਸਾਰੇ ਹੀ ਜਿਹੜੇ ਵੱਡੇ ਆਫੀਸ਼ੀਅਲਸ ਹੈਗੇ ਨੇ, ਚਾਹੇ ਉਹ ਲਾਅ ਐਂਡ ਆਰਡਰ ਨਾਲ ਜੁੜੇ ਹੋਣ, ਚਾਹੇ ਜੱਜਿਸ ਹੋਣ, ਚਾਹੇ ਉਹ ਮਿਨਿਸਟਰ ਹੋਣ, CM ਹੋਵੇ ਜਾਂ ਵਿਧਾਇਕ ਹੋਣ, ਹਰ ਇੱਕ ਕੋਈ ਜਿਹੜਾ ਹੈਗਾ ਟੌਪ ਅਫੀਸ਼ੀਅਲ ਵੀ ਜਿਹੜੇ ਹੈਗੇ ਨੇ ਉਸ ਲੋਕਪਾਲ ਬਿੱਲ ਦੇ ਅਧੀਨ ਲਿਆਂਦੇ ਜਾਣਗੇ। ਦੇਖਣਾ ਇਹ ਹੋਵੇਗਾ ਕਿ ਕਿੰਨੀ ਦੇਰ ਤੱਕ ਇਹ ਜਿਹੜਾ ਲੋਕਪਾਲ ਬਿੱਲ ਪੰਜਾਬ ਦਾ ਹੈ ਉਹਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ। ਦੂਸਰੀ ਇੱਕ ਦੋ ਹੋਰ ਪੁਆਇੰਟ ਹੈਗੇ ਨੇ, ਮੈਂ ਉਹ ਸ਼ੇਅਰ ਕਰਨ ਤੋਂ ਬਾਅਦ NRI ਵਾਲੇ ਪੁਆਇੰਟ ਦੇ ਉੱਪਰ ਆਵਾਂਗਾ ਜੀ। ਮਾਫੀਆ ਰਾਜ ਉਹਨਾਂ ਨੇ ਕਿਹਾ ਕਿ ਅਸੀਂ ਬਿਲਕੁਲ ਖਤਮ ਕਰ ਦਾਂਗੇ, ਇਹਨੂੰ ਆਪਾਂ ਨਸ਼ੇ ਨਾਲ ਵੀ ਜੋੜ ਕੇ ਦੇਖ ਸਕਦੇ ਹਾਂ, ਇਹਨੂੰ ਆਪਾਂ ਜਿਹੜਾ DTO ਵਾਲਾ ਸਿਸਟਮ ਜਾਂ ਹਲਕਾ ਇੰਚਾਰਜ ਵਾਲਾ ਸਿਸਟਮ ਹੈ ਉਹਦੇ ਉੱਪਰ ਜਿਹੜੀ ਨੱਥ ਪਾਉਣ ਦੀ ਗੱਲ ਕੀਤੀ, ਉਹਦੇ ਨਾਲ ਜੋੜ ਕੇ ਵੀ ਦੇਖ ਸਕਦੇ ਹਾਂ ਕਿ ਮਾਫੀਆ ਰਾਜ ਨੂੰ ਕਿਤੇ ਨਾ ਕਿਤੇ ਖਤਮ ਕਰਨ ਦੀ ਗੱਲ ਜਿਹੜੀ ਹੈਗੀ ਹੈ ਕਾਂਗਰਸ ਸਰਕਾਰ ਨੇ ਕੀਤੀ ਹੈ। ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਅਹਿਮ ਨੇ ਇਸ ਵਾਰੀ। ਉਹਨਾਂ ਨੇ ਕਿਹਾ ਕਿ ਹਰ ਸਬ ਡਿਵੀਜ਼ਨ ਲੈਵਲ ਦੇ ਉੱਪਰ ਇੱਕ ਡਿਗਰੀ ਕਾਲਜ ਜਿਹੜਾ ਹੈ ਉਹ ਸੁਨਿਸ਼ਚਿਤ ਕੀਤਾ ਜਾਵੇਗਾ, ਜ਼ਰੂਰ ਬਣਾਇਆ ਜਾਵੇਗਾ ਪੰਜਾਬ ਦੇ ਵਿੱਚ ਕਿ ਹਰ ਸਬ ਡਿਵੀਜ਼ਨ ਦੇ ਵਿੱਚ ਇੱਕ ਡਿਗਰੀ ਕਾਲਜ ਹੋਣਾ ਚਾਹੀਦਾ ਔਰ ਹਰ ਡਿਸਟ੍ਰਿਕਟ ਦੇ ਵਿੱਚ ਇੱਕ ਸੈਨਿਕ ਸਕੂਲ ਜਿਹੜਾ ਹੈ ਉਹਦੀ ਬਣਾਉਣ ਦੀ ਜਿਹੜੀ ਹੈਗੀ ਉਹਨਾਂ ਨੇ ਤਰਜੀਹ ਉਹਦੀ ਬਣਾਉਣ ਦੀ ਗੱਲ ਵੀ ਉਹਨਾਂ ਨੇ ਕਰ ਦਿੱਤੀ ਹੈ ਜੀ। ਇਹ ਜਿਹੜੇ ਸਟੈਪ ਹੈਗੇ ਨੇ ਐਜੂਕੇਸ਼ਨ ਨੂੰ ਲੈ ਕੇ ਮੇਰਾ ਖਿਆਲ ਹੈ ਬਹੁਤ ਵਧੀਆ ਨੇ, ਕਿਉਂਕਿ ਅਸੀਂ ਅਕਸਰ ਦੇਖਦੇ ਕਿ ਸੈਨਿਕ ਸਕੂਲਾਂ ਦੇ ਵਿੱਚੋਂ ਪੜ੍ਹਾਈ ਚੰਗੀ ਹੁੰਦੀ ਆ, ਉਹਦੇ ਵਿੱਚੋਂ ਕਾਫੀ ਅੱਛੇ ਸਟੂਡੈਂਟ ਜਿਹੜੇ ਪੜ੍ਹ ਕੇ ਨਿਕਲਦੇ ਆ ਔਰ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਤਰੱਕੀ ਦੀ ਜਾਂ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾ ਸਕਦੇ ਆ। ਇੱਕ ਹੋਰ ਉਹਨਾਂ ਨੇ ਕਿਹਾ ਕਿ ਜਿਹੜਾ ਜਿੱਦਾਂ ਚੀਫ ਮਿਨਿਸਟਰ ਆ ਜਾਂ ਵਿਧਾਇਕ ਨੇ ਜਾਂ ਜਿਹੜੇ ਮੰਤਰੀ ਮੰਡਲ ਦੇ ਲੋਕ ਹੋਣਗੇ, ਉਹਨਾਂ ਨੂੰ ਜਿਹੜਾ ਉਹਨਾਂ ਦਾ ਮੈਡੀਕਲ ਹੈਗਾ, ਜਿਹੜਾ ਉਹਨਾਂ ਦੀ ਸਿਹਤ ਹੈਗੀ ਹੈ, ਉਹਨੂੰ ਮੈਡੀਕਲ ਇੰਸ਼ੋਰੈਂਸ ਦੇ ਵਿੱਚ ਜਿਹੜਾ ਹੈ ਉਹ ਲਿਆਂਦਾ ਜਾਵੇਗਾ, ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਕਰਾਈ ਜਾਵੇਗੀ ਤਾਂ ਕਿ ਉਹਨਾਂ ਦੇ ਇਲਾਜ ਦੇ ਉੱਪਰ ਜਿਹੜਾ ਲੱਖਾਂ ਕਈ ਵਾਰੀ ਖਰਚਾ ਹੋ ਜਾਂਦਾ ਜਦੋਂ CM ਕੋਈ ਹੁੰਦਾ ਤਾਂ ਉਹਦੇ ਇਲਾਜ ਦੇ ਉੱਪਰ ਅਸੀਂ ਦੇਖਦੇ ਹਾਂ ਕਿ ਬਹੁਤ ਵੱਡੇ ਪੱਧਰ ਦੇ ਉੱਪਰ ਖਰਚਾ ਕੀਤਾ ਜਾਂਦਾ। ਉਹ ਜਿਹੜਾ ਹੈ ਉਹ ਖਰਚਾ ਜਿਹੜਾ ਹੈ ਉਹਨੂੰ ਘਟਾਇਆ ਜਾ ਸਕੇ, ਉਹਨੂੰ ਜਿਹੜਾ ਹੈ ਕੰਟਰੋਲ ਕੀਤਾ ਜਾ ਸਕੇ, ਉਹ ਇੰਸ਼ੋਰੈਂਸ ਜਿਹੜੀ ਹੈਗੀ ਆ ਉਹਨਾਂ ਦੇ ਖਰਚੇ ਵੀ ਪੇ ਕਰੇਗੀ ਜੀ। ਲਾਸਟ ਪੁਆਇੰਟ ਜਿਹੜੇ ਲਾਸਟ ਦੇ ਵਿੱਚ ਮੈਂ ਡਿਸਕਸ ਕਰਨਾ ਚਾਹਾਂਗਾ ਜੀ, ਉਹ ਹੈ ਜੀ NRI ਪ੍ਰਾਪਰਟੀਜ਼ ਨੂੰ ਲੈ ਕੇ ਜਿਹੜਾ ਹੈ ਉਹ ਸੇਫਗਾਰਡ ਐਕਟ ਲਿਆਉਣ ਦੀ ਗੱਲ ਕੀਤੀ ਹੈ। 15 ਦਿਨਾਂ ਦੇ ਵਿੱਚ ਜਿਹੜਾ ਹੈ ਕੋਰਟ ਦੇ ਵਿੱਚ ਫੈਸਲਾ ਆਵੇਗਾ ਜਿਹੜੇ NRIs ਦੀਆਂ ਪ੍ਰਾਪਰਟੀਆਂ ਦੱਬੀਆਂ ਜਾਂਦੀਆਂ ਪੰਜਾਬ ਦੇ ਵਿੱਚ ਉਹਦੇ ਉੱਪਰ ਨਕੇਲ ਪਾਉਣ ਵਾਸਤੇ। ਸ਼ਬਦੀਪ ਜੀ, ਪਿਛਲੀ ਸਰਕਾਰ ਨੇ ਵੀ NRI ਵਿੰਗ ਬਣਾਏ ਸੀ, NRI ਸੈੱਲ ਬਣਾਏ ਸੀ, ਬੜਾ ਕੁਝ ਕੀਤਾ ਸੀ, ਪਰ ਉਹ ਫਾਇਦਾ NRIਆਂ ਤੱਕ ਨਹੀਂ ਪਹੁੰਚ ਸਕਿਆ ਸੀਗਾ। ਕੀ ਉਮੀਦ ਰੱਖਦੇ ਹੋ ਕਿ ਇਹ ਬਿੱਲ ਜਿਸ ਤਰੀਕੇ ਨਾਲ ਇਸ ਵਾਰੀ ਡਰਾਫਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਦਿਖਾਲਿਆ ਜਾ ਰਿਹਾ ਕਿ ਇਹ NRIਆਂ ਨੂੰ ਜਿਹੜੇ ਉਹਨਾਂ ਦੀਆਂ ਜ਼ਮੀਨਾਂ ਦੇ ਉੱਪਰ ਕਬਜ਼ੇ ਹੋਏ ਨੇ ਉਹਨਾਂ ਤੋਂ ਰਾਹਤ ਦਿਲਾਉਣ ਵਿੱਚ ਕਾਮਯਾਬ ਹੋਵੇਗਾ? ਕੁਲਬੀਰ ਜੀ, ਹਲਕਾ ਇੰਚਾਰਜ ਤੋਂ ਲੈ ਕੇ NRIs ਦੇ ਮੁੱਦੇ ਤੱਕ ਵਿੱਚ ਦੀ ਵਾਈਟ ਪੇਪਰ ਆਰਥਿਕਤਾ ਬਾਰੇ SYL ਇਹਦੇ ਸਮੇਤ ਤੁਸੀਂ ਘੱਟੋ ਘੱਟ 10 ਨੁਕਤੇ ਸਾਂਝੇ ਕੀਤੇ ਨੇ ਆਪਣੀ ਸਾਰੀ ਗੱਲਬਾਤ ਦੇ ਵਿੱਚ। ਤੇ ਸਮੇਂ ਦੇ ਹਿਸਾਬ ਦੇ ਨਾਲ ਜੇ ਮੈਂ ਗੱਲ ਕਰਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਸਾਰੇ ਦੇ ਸਾਰੇ ਨੁਕਤਿਆਂ ਬਾਰੇ ਚਰਚਾ ਕਰ ਸਕਾਂਗਾ। ਇਸ ਕਰਕੇ ਮੈਂ ਇਹਦੇ ਤੋਂ ਕਿੰਨੇ ਰੱਖ ਸਕਾਂਗਾ, ਕਿੰਨਿਆਂ ਉੱਤੇ ਗੱਲ ਦੂਸਰੇ ਦੋਸਤ ਕਰ ਲੈਣਗੇ, ਅਸੀਂ ਇਸ ਨੂੰ ਇਸ ਤਰੀਕੇ ਦੇ ਨਾਲ ਸੋਚ ਸਕਦੇ ਹਾਂ। ਕੋਸ਼ਿਸ਼ ਅਸੀਂ ਇਹੀ ਕਰੀਏ ਕਿ ਦੂਸਰੇ ਹਿੱਸੇ ਦੇ ਵਿੱਚ ਮੈਂ ਸੁਰਜੀਤ ਜੀ ਤੁਹਾਨੂੰ 1 ਮਿੰਟ ਵਾਸਤੇ ਰੁਕਣਾ ਚਾਹਾਂਗਾ। ਸੁਰਜੀਤ ਜੀ, ਮੈਂ ਦਰਸ਼ਕਾਂ ਨੂੰ ਵੀ ਦੱਸਦਾ, ਮੈਂ ਤੁਹਾਨੂੰ ਵੀ ਦੱਸਦਾ, ਜਿਹੜੇ ਕੁਝ ਨੁਕਤੇ ਰਹਿ ਜਾਣਗੇ ਅਸੀਂ ਅਗਲੇ ਹਿੱਸੇ ਦੇ ਵਿੱਚ ਜਿਹੜੀ ਸਿਆਸਤ ਸ਼ੁਰੂ ਹੋ ਗਈ ਆ ਕੈਬਨਿਟ ਮੀਟਿੰਗ ਤੋਂ ਬਾਅਦ, ਕਾਂਗਰਸ ਦੇ ਫੈਸਲਿਆਂ ਤੋਂ ਬਾਅਦ, ਉਹਦੇ ਉੱਪਰ ਡਿਸਕਸ਼ਨ ਕਰਨੀ ਹੈ ਅਗਲੇ ਪ੍ਰੋਗਰਾਮ ਦੇ ਹਿੱਸੇ ਦੇ ਵਿੱਚ। ਕਾਂਗਰਸ ਦੇ ਕੀ ਰਿਐਕਸ਼ਨ ਨੇ, ਅਕਾਲੀਆਂ ਦੇ ਕੀ ਰਿਐਕਸ਼ਨ ਨੇ, ਆਮ ਆਦਮੀ ਪਾਰਟੀ ਦੇ ਕੀ ਰਿਐਕਸ਼ਨ ਹੈ, ਉਹਦੇ ਵਿੱਚ ਅਸੀਂ ਇਹ ਮੁੱਦਿਆਂ ਨੂੰ ਜਿਹੜਾ ਹੈ ਉਹਦੇ ਵਿੱਚ ਵੀ ਥੋੜਾ ਵਿਚਾਰ ਸਕਦੇ ਹਾਂ ਜੀ। ਸ਼ਬਦੀਪ ਜੀ, ਤੁਸੀਂ ਕੰਟੀਨਿਊ। ਦੇਖੋ ਕੁਲਬੀਰ ਜੀ, ਇੱਕ ਤਾਂ ਇਹ ਹੈ ਕਿ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਅਸੀਂ ਨੁਮਾਇੰਦਿਆਂ ਨੂੰ ਚੁਣਦੇ ਹਾਂ, ਜਿਨ੍ਹਾਂ ਨੂੰ ਮੈਂ ਸ਼ੁਰੂ 'ਚ ਵੀ ਕਿਹਾ ਕਿ ਅਸੀਂ ਕਹਿਣ ਦੇ ਲਈ ਲੋਕ ਸੇਵਕ ਕਹਿੰਦੇ ਹਾਂ, ਪਰ ਉਹ ਸੇਵਾ ਕਰਨ ਦਾ ਮੌਕਾ ਮੰਗਦੇ ਆ, ਪਰ ਸੇਵਾ ਬਾਅਦ ਦੇ ਵਿੱਚ ਜਨਤਾ ਕੋਲੋਂ ਆਪਣੀ ਕਰਵਾਉਂਦੇ ਨੇ। ਜਨਤਾ ਦੀ ਸੇਵਾ ਆਮ ਤੌਰ ਤੇ ਕੀਤੀ ਨਹੀਂ ਜਾਂਦੀ। ਹਲਕਾ ਇੰਚਾਰਜ ਤਾਂ ਬਿਲਕੁਲ ਉਹਦੇ ਵੀ ਜਾ ਕੇ ਖਿਲਾਫ ਕੀਤੀ ਜਾ ਰਹੀ ਇੱਕ ਤਰ੍ਹਾਂ ਦੀ ਕਾਰਵਾਈ ਸੀ ਜਿਹੜੀ ਪਿਛਲੀ ਸਰਕਾਰ ਦੇ ਦੌਰਾਨ ਕੀਤੀ ਗਈ। ਇੱਕ ਪਾਸੇ ਲੋਕ ਨੁਮਾਇੰਦੇ ਸੀ ਜਿਨ੍ਹਾਂ ਨੂੰ ਅਸੀਂ ਚੁਣ ਲਿਆ ਸੀ, ਦੂਜੇ ਪਾਸੇ ਸਾਡੇ ਉੱਤੇ ਥੋਪੇ ਹੋਏ ਔਰ ਈਵਨ ਇੱਕ ਤਰ੍ਹਾਂ ਦੇ ਤਾਨਾਸ਼ਾਹ ਨੁਮਾਇੰਦੇ ਸੀ ਜਿਨ੍ਹਾਂ ਨੇ ਸਾਰੇ ਕਾਰੋਬਾਰ ਨੂੰ ਆਪਣੇ ਸੰਭਾਲ ਰੱਖਿਆ ਸੀ ਔਰ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਹਾਰ ਦਾ ਵੀ ਉਹ ਬਹੁਤ ਵੱਡਾ ਕਾਰਨ ਬਣੇ ਨੇ। ਖਾਸ ਕਰਕੇ ਲੋਕਲ ਲੈਵਲ ਦੇ ਇੰਚਾਰਜ ਜਿਹੜੇ ਲਾ ਰੱਖੇ ਸੀ, ਮੈਂ ਉਹਦੇ ਇਸ ਤੋਂ ਜ਼ਿਆਦਾ ਕੋਈ ਚਰਚਾ ਨਹੀਂ ਕਰਨਾ ਚਾਹਾਂਗਾ। ਦੂਸਰੀ ਗੱਲ ਮੈਂ ਇਹ ਕਰਨੀ ਚਾਹਾਂਗਾ ਕਿ ਵਾਈਟ ਪੇਪਰ ਸੱਚਮੁੱਚ ਪੰਜਾਬ ਦੀ ਰੀਅਲ ਆਰਥਿਕ ਸਿਚੁਏਸ਼ਨ ਦੇ ਲਈ ਆਉਣਾ ਚਾਹੀਦਾ ਵਾ।
ਇਸ ਗੱਲ ਲਈ ਨਹੀਂ ਕਿ ਪਿਛਲੀ ਸਰਕਾਰ ਦੇ ਉੱਤੇ ਇਲਜ਼ਾਮ ਕਿੰਨੇ ਲੱਗਦੇ ਨੇ, ਉਹ ਇਸ ਦਿਸ਼ਾ ਦੇ ਵਿੱਚ ਆਉਣਾ ਚਾਹੀਦਾ ਵਾ ਕਿ ਅੱਜ ਦੀ ਤਰੀਕ ਦੇ ਵਿੱਚ ਆਰਥਿਕ ਹਾਲਤ ਚਾਹੇ ਉਹ ਕਿਹਨਾਂ ਕਾਰਨਾਂ ਕਰਕੇ ਵੀ ਬਣੀ ਆ, ਉਹਦੀ ਰੀਅਲ ਤਸਵੀਰ ਵੀ ਸਾਡੇ ਸਾਹਮਣੇ ਆ ਜਾਏ ਤੇ ਭਵਿੱਖ ਦਾ ਬਲੂ ਪ੍ਰਿੰਟ ਵੀ ਨਿਕਲ ਕੇ ਸਾਡੇ ਸਾਹਮਣੇ ਪੇਸ਼ ਹੋ ਸਕੇ ਕਿ ਅਸੀਂ ਕਿਸ ਕਿਸਮ ਦਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਔਰ ਉਹਦੇ ਵਿੱਚ ਕਿਸ ਕਿਸ ਕਿਸਮ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਨੇ। ਜੇ ਬਲੂ ਪ੍ਰਿੰਟ ਨੂੰ ਅਸੀਂ ਇਸ ਤਰੀਕੇ ਦੇ ਨਾਲ ਡਿਜ਼ਾਈਨ ਕਰ ਸਕੀਏ ਤਾਂ ਬਹੁਤ ਚੰਗੀ ਗੱਲ ਹੋ ਸਕੇਗੀ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹਾਂਗਾ ਕਿ ਜਿਹੜਾ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਵਾ, ਮੈਂ ਚਾਹਾਂਗਾ ਇਹਨੂੰ ਅਸੀਂ ਥੋੜਾ ਅਗਲੇ ਐਪੀਸੋਡ ਦੇ ਵਿੱਚ ਇਸਤੇਮਾਲ ਕਰ ਲਵਾਂਗੇ ਗੱਲਬਾਤ ਕਰਨ ਦੇ ਲਈ। ਮੈਂ ਇੱਕ ਗੱਲ ਸਿਰਫ ਹੁਣ ਇਹਨਾਂ ਜਿਹੜੇ ਤੁਸੀਂ ਨੁਕਤੇ ਗਿਣਾਏ ਉਹਨਾਂ ਦੇ ਵਿੱਚੋਂ NRIs ਦੇ ਸਵਾਲ ਉੱਤੇ ਗੱਲ ਕਰਾਂਗਾ। ਇਹ ਆਪਣੇ ਆਪ ਦੇ ਵਿੱਚ ਪੰਜਾਬ ਦੀ ਸਿਚੁਏਸ਼ਨ ਦੇ ਵਿੱਚ ਇੱਕ ਦਿਲਚਸਪ ਚੀਜ਼ ਬਣ ਚੁੱਕੀ ਹੈ ਕਿ ਜਿਹੜੇ NRI ਪੰਜਾਬ ਦੇ ਨਾਲ ਕਿਸੇ ਹੋਰ ਕਾਰਨਾਂ ਕਰਕੇ ਜੁੜੇ ਹੋਏ ਸੀ, ਇਮੋਸ਼ਨਲੀ ਜੁੜੇ ਹੋਏ ਸੀ, ਪਰਿਵਾਰਕ ਸੰਬੰਧਾਂ ਕਰਕੇ ਜੁੜੇ ਹੋਏ ਸੀ, ਉਹਨਾਂ ਦੀ ਪੰਜਾਬ ਦੇ ਨਾਲ ਇੱਕ ਅਜੀਬ ਕਿਸਮ ਦਾ ਨਾਤਾ ਇਹ ਵੀ ਪੈਦਾ ਹੋ ਗਿਆ ਕਿ ਪੰਜਾਬ ਦੇ ਵਿੱਚ NRIs ਦੇ ਜਿਹੜੇ ਜਾਇਦਾਦਾਂ ਨੇ ਉਹਨਾਂ ਦੀ ਅੰਨੀ ਲੁੱਟ ਮੱਚੀ ਹੋਈ ਆ ਕਿ ਪੰਜਾਬ ਦੇ ਵਿੱਚ NRI ਥਾਣੇ ਤੱਕ ਸਾਨੂੰ ਅਲੱਗ ਬਣਵਾਉਣੇ ਪੈ ਗਏ ਨੇ। ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬ ਦੇ ਵਿੱਚ NRI ਲੋਕਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ, ਜਿਹੜੀਆਂ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਕਮਾਈਆਂ ਕੀਤੀਆਂ ਨੇ, ਉਹਨਾਂ ਕਮਾਈਆਂ ਨਾਲ ਜਿਹੜੀਆਂ ਉਹਨਾਂ ਨੇ ਇੱਧਰ ਜਾਇਦਾਦਾਂ ਤਿਆਰ ਕੀਤੀਆਂ ਨੇ, ਉਹਨਾਂ ਦੀ ਲੁੱਟ ਦਾ ਕਿੰਨਾ ਵੱਡਾ ਤੰਤਰ ਪੈਦਾ ਹੋ ਚੁੱਕਾ ਕਿ ਸਾਨੂੰ ਉਹਦੇ ਲਈ NRI ਥਾਣੇ ਤੱਕ ਅਲੱਗ ਤੋਂ ਡਿਜ਼ਾਈਨ ਕਰਨੇ ਪੈ ਗਏ ਨੇ ਪੰਜਾਬ ਦੇ ਪ੍ਰਸ਼ਾਸਨਿਕ ਤਾਣੇ ਬਾਣੇ ਦੇ ਵਿੱਚ। ਇਹ ਆਪਣੇ ਆਪ ਦੇ ਵਿੱਚ ਦਿਲਚਸਪ ਗੱਲ ਆ। ਇਹ ਵੱਖਰੀ ਕਿਸਮ ਦੀ ਬਹਿਸ ਹੋ ਸਕਦੀ ਹੈ ਕਿ NRI ਜਿਨ੍ਹਾਂ ਨੇ ਆਪਣਾ ਜੀਵਨ ਉੱਥੇ ਗੁਜ਼ਾਰਨਾ ਵਾ, ਜਿਨ੍ਹਾਂ ਦੇ ਬੱਚਿਆਂ ਦਾ ਭਵਿੱਖ ਉਹਨਾਂ ਮੁਲਕਾਂ ਦੇ ਵਿੱਚ ਆ, ਜਿਨ੍ਹਾਂ ਮੁਲਕਾਂ ਦੇ ਉਹ ਬਾਸ਼ਿੰਦੇ ਬਣ ਚੁੱਕੇ ਨੇ, ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਜਾਇਦਾਦਾਂ ਬਣਾਉਣ ਦੀ ਜਗ੍ਹਾ ਲੋਕਾਂ ਦੀ ਸੇਵਾ ਕਰਨ ਦਾ ਹੋਰ ਕੋਈ ਤਰੀਕਾ ਅਪਣਾਉਣਾ ਚਾਹੀਦਾ। ਇਹਦੇ ਬਾਰੇ ਬਹਿਸ ਹੋ ਸਕਦੀ ਹੈ, ਪਰ ਇਸ ਗੱਲ ਬਾਰੇ ਕੋਈ ਬਹਿਸ ਨਹੀਂ ਹੋ ਸਕਦੀ ਕਿ ਜੇ ਕਿਸੇ ਨੇ ਜਾਇਦਾਦ ਬਣਾਈ ਆ, ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਉਹਦੀ ਸੋਚ ਵਿਚਾਰ ਕਿਉਂ ਨਾ ਹੋਵੇ, ਉਹਦਾ ਹੱਕ ਬਣਦਾ ਵਾ ਕਿ ਉਹ ਜਾਇਦਾਦ ਦਾ ਹੱਕ ਉਹਨੂੰ ਮਿਲੇ ਔਰ ਜੇ ਉਹ ਭਵਿੱਖ ਦੇ ਵਿੱਚ ਉਹਨੂੰ ਵੇਚ ਕੇ ਆਪਣੇ ਕਮਾਈ ਕਰਕੇ ਉਸ ਨੂੰ ਵਾਪਸ ਵੀ ਆਪਣੇ ਉਸ ਮੁਲਕ ਦੇ ਵਿੱਚ ਲਿਜਾਣਾ ਚਾਹੁੰਦਾ ਤੇ ਉਹਨੂੰ ਆਸਾਨੀ ਦੇ ਨਾਲ ਲਿਜਾ ਸਕੇ, ਜਿਵੇਂ ਉਹਨੇ ਆਸਾਨੀ ਦੇ ਨਾਲ ਇੱਥੇ ਪੈਸੇ ਖਰਚ ਕੇ ਜਾਇਦਾਦ ਬਣਾ ਲਈ ਸੀ। ਬਦਕਿਸਮਤੀ ਇਹ ਹੈ ਕਿ NRI ਦੇ ਸਮਾਗਮ ਵੀ ਬੜੇ ਹੁੰਦੇ ਨੇ, ਉਹਨਾਂ ਸਮਾਗਮਾਂ ਦੇ ਵਿੱਚ ਨੁਮਾਇੰਦੇ ਵੀ ਤੇ ਦੁਨੀਆ ਭਰ ਦੇ ਬੁਲਾ ਲੈ ਜਾਂਦੇ ਨੇ, ਭਾਸ਼ਣ ਵੀ ਬੜੇ ਸੋਹਣੇ ਹੋ ਜਾਂਦੇ ਨੇ, ਉੱਥੇ ਮੁੱਖ ਮੰਤਰੀ ਸਾਹਿਬ ਵੀ ਬੋਲਦੇ ਨੇ। ਪਿਛਲੀ ਸਰਕਾਰ ਦੀ ਗੱਲ ਕਰੀਏ ਤਾਂ ਉੱਥੇ ਮੁੱਖ ਮੰਤਰੀ ਸਾਹਿਬ ਵੀ ਬੋਲਿਆ ਕਰਦੇ ਸਨ, ਪਰ ਮਸਲੇ ਕਦੇ ਉਹਨਾਂ ਦੇ ਹੱਲ ਨਹੀਂ ਹੁੰਦੇ। ਸੱਚਮੁੱਚ ਇਹ ਇੱਕ ਬਹੁਤ ਗੰਭੀਰ ਮਸਲਾ ਵਾ NRIs ਨਾਲ ਜੋੜ ਕੇ ਜਿਹੜਾ ਪੰਜਾਬ ਨੂੰ ਫੇਸ ਕਰਨਾ ਪੈ ਰਿਹਾ। ਮੈਂ ਸਮਝਦਾ ਇਹਦੇ ਤੇ ਚਰਚਾ ਅਗਲੇ ਐਪੀਸੋਡ ਤੱਕ ਵੀ ਜੇ ਅਸੀਂ ਕੰਟੀਨਿਊ ਰੱਖ ਸਕੀਏ ਤਾਂ ਸੱਚਮੁੱਚ ਇਹ ਬਹੁਤ ਗੰਭੀਰ ਮੁੱਦਾ ਹੈ। ਬਿਲਕੁਲ ਸ਼ਬਦੀਪ ਜੀ, ਸਮਾਂ ਹੋ ਗਿਆ ਕਿ ਆਪਾਂ ਇੱਕ ਬ੍ਰੇਕ ਲੈ ਲਈਏ। ਬ੍ਰੇਕ ਤੋਂ ਬਾਅਦ NRIs ਦੇ ਇਸ ਮੁੱਦੇ ਦੇ ਉੱਪਰ ਚਰਚਾ ਵੀ ਕਰਾਂਗੇ ਤੇ ਨਾਲ ਹੀ ਨਾਲ ਪੰਜਾਬ ਦੇ ਵਿੱਚ ਜਿਹੜੇ ਇਹ ਕੰਮ ਹੋਏ ਨੇ ਬੇਝਿਜਕ ਕਹਿ ਸਕਦੇ ਹਾਂ ਕਿ ਇਹ ਕੰਮ ਚੰਗੀ ਸ਼ੁਰੂਆਤ ਮੰਨੇ ਜਾ ਸਕਦੇ ਨੇ, ਇੱਕ ਵੱਖਰੀ ਸ਼ੁਰੂਆਤ ਮੰਨੇ ਜਾ ਸਕਦੇ ਨੇ। ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਤਬਦੀਲੀ ਮੰਨੇ ਜਾ ਸਕਦੇ ਆ ਜਾਂ ਲੋਕਾਂ ਦੀ ਜਿਹੜੀ ਇੱਛਾ ਸੀ, ਚਾਹੇ ਉਹ NRI ਸੀ ਚਾਹੇ ਉਹ ਪੰਜਾਬੀ ਸੀ, ਉਹਨਾਂ ਦੀ ਇੱਛਾ ਦੇ ਅਨੁਕੂਲ ਸ਼ੁਰੂਆਤ ਜਿਹੜੀ ਹੈਗੀ ਆ ਹੋ ਗਈ ਆ, ਉਹ ਮੰਨ ਸਕਦੇ ਆ। ਪਰ ਇਸ ਸ਼ੁਰੂਆਤ ਨੂੰ ਆਪਣੇ ਹੱਕ ਦੇ ਵਿੱਚ ਕਿੱਦਾਂ ਮੋੜਨਾ, ਆਪਣੇ ਹੱਕ ਦੇ ਵਿੱਚ ਕਿੱਦਾਂ ਵਰਤਣਾ, ਇਹ ਵੀ ਜਿਹੜੀ ਪੰਜਾਬ ਦੇ ਵਿੱਚ ਸਿਆਸਤ ਸ਼ੁਰੂ ਹੋ ਗਈ ਆ। ਦੂਜੇ ਹਿੱਸੇ ਵਿੱਚ ਇਹਦੇ ਉੱਪਰ ਵੀ ਆਪਾਂ ਗੱਲਬਾਤ ਕਰਾਂਗੇ ਜੀ। ਸ਼ਬਦੀਪ ਜੀ, CP ਜੀ ਤੇ ਅਪਰਾਮਿਤ ਜੀ, ਤੁਹਾਡਾ ਮੇਰੇ ਨਾਲ ਪਹਿਲੇ ਹਿੱਸੇ ਵਿੱਚ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇੱਕ ਬ੍ਰੇਕ ਲੈਣਾ ਜੀ, ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਆ ਭਖਦੀਆਂ ਖਬਰਾਂ ਦੇ ਦੂਸਰੇ ਸੈਗਮੈਂਟ ਵਿੱਚ।